ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:11 ਹੋਏ ਨੇ ਤੇ 2 ਫਰਵਰੀ ਹੈ, ਬਰਾ 2021 ਦਾ ਮੰਗਲਵਾਰ ਹੈ। 21 ਮਾਘ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਨਵਕਿਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਨਗੇ। ਮੇਰੇ ਨਾਲ ਸਟੈਂਡ ਬਾਈ ਨੇ। 9:30 ਵਾਲੀਆਂ ਖਬਰਾਂ ਤੋਂ ਬਾਅਦ ਸੁਖਵਿੰਦਰ ਸਿੰਘ ਜਿਹੜੇ ਵਿਦਿਆਰਥੀ ਨੇਤਾ, ਇੱਕ ਵਿਦਿਆਰਥੀ ਜਥੇਬੰਦੀ ਸੱਥ ਦੇ ਨੁਮਾਇੰਦੇ ਨੇ, ਉਹਨਾਂ ਨਾਲ ਸਿੰਘੂ ਬਾਰਡਰ ਤੋਂ ਗੱਲਬਾਤ ਹੋਏਗੀ। 10:20 ਤੇ ਉੱਗੇ ਵਿੱਤੀ ਸਲਾਹਕਾਰ ਫਾਈਨੈਂਸ਼ੀਅਲ ਐਡਵਾਈਜ਼ਰ ਤੇ ਸਤਵੀਰ ਸਿੰਘ ਗਿੱਲ, ਉਹਨਾਂ ਨਾਲ ਦੂਜੀ ਸੈਗਮੈਂਟ ਜਿਹੜੀ ਵਿੱਤੀ ਮਸਲੇ ਕੀ ਨੇ, ਤੁਹਾਡੇ ਵਿੱਤੀ ਮਸਲਿਆਂ ਦਾ ਜਿਹੜਾ ਜੇ ਕੋਈ ਵਿੱਤੀ ਮਸਲੇ ਆਉਂਦੇ ਨੇ ਉਹਨਾਂ ਦਾ ਹੱਲ ਕੀ ਹੈ, ਸੁਣਦੇ ਰਹਿਣਾ ਸ਼ੇਰੇ ਪੰਜਾਬ। 604-204-0600 ਆਨ 에ਅਰ ਨੰਬਰ ਹੈ। 604-729-1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ ਤੇ 600 AM ਸ਼ੇਰੇ ਪੰਜਾਬ ਰੇਡੀਓ ਇਹ ਫੇਸਬੁੱਕ ਹੈ ਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਤੇ ਪੇਜ ਨਾਲ ਰਹਿੰਦੇ ਹੋ ਤੁਸੀਂ। ਰਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ, ਕੈਦ ਚੋਂ ਅੰਦਰ ਵਾਲੇ ਹਰਫ ਕਦੇ ਤੇ ਛੁੱਟਣ। ਮੈਂ ਸੋਨੇ ਜੇ ਅੱਖਰ ਮੁੱਠਾਂ ਭਰ ਵੰਡਾਂ, ਚੰਗੇ ਲੋਕੀ ਹੱਸ ਝੋਲੀਆਂ ਭਰ ਲੁੱਟਣ। ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀ ਫਸਲ, ਇੱਕ ਬੀਜ ਚੋਂ 100 ਬੂਟੇ ਫੁੱਟਣ। ਬੰਦੇ ਦੀਆਂ ਬੰਦਿਆਈਆਂ ਲਿਖਾਂ ਤਾਂ ਜੋ ਬੰਦੇ ਇੱਕ ਦੂਜੇ ਤੇ ਗੁੱਸੇ ਨਾਲ ਨਾ ਫੁੱਲ ਵੀ ਸੁੱਟਣ। ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ, ਸ਼ਾਲਾ ਕਲਮ ਤੇ ਹਰਫ ਦੇ ਰਿਸ਼ਤੇ ਕਦੀ ਨਾ ਟੁੱਟਣ। ਅਫਜ਼ਲ ਅਹਿਸਨ ਲਫ਼ਜ਼ ਇਸਮੇ ਆਜ਼ਮ ਜਾਗੇ, ਦੁੱਖਾਂ ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ। ਦੁੱਖਾਂ ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ। ਅਫਜ਼ਲ ਅਹਿਸਨ ਰੰਧਾਵਾ ਜੀ ਲਿਖਦੇ ਨੇ। ਸਾਰਿਆਂ ਦਾ ਧੰਨਵਾਦ ਹੈ ਜੀ। ਤੇ ਮੇਰੇ ਨਾਲ ਹੁਣ ਪੰਜਾਬ ਤੋਂ ਨਵਕਿਨ ਸਿੰਘ ਪੱਤੀ, ਇੱਕ ਸ਼ਬਦ ਬਹੁਤ ਮੀਡੀਆ ਵਰਦਾ ਜੁੜ ਚੁੱਕੇ ਨੇ। ਪਤਾ ਨਹੀਂ ਕਿੱਥੋਂ ਸ਼ਬਦ ਲਿਆਂਦਾ ਜੁੜਨ ਵਾਲਾ। ਜੁੜ ਤਾਂ ਬੰਦਾ ਬਰੋਜ਼ੇ ਨਾਲ ਲੱਗਦਾ, ਜਿਹੜਾ ਪਟਾ ਬਰੋਜ਼ੇ ਨਾਲ ਜੁੜ ਜਾਂਦਾ, ਸਲਿੱਪ ਨਹੀਂ ਕਰਦਾ। ਨਵਕਿਨ ਸਿੰਘ ਪੱਤੀ ਸੇਖਵਾਂ ਬਰਨਾਲੇ ਤੋਂ ਗੱਲਬਾਤ ਕਰਨਗੇ। ਨਵਕਿਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤੁਹਾਨੂੰ ਗਿੱਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸ਼ੇਰੇ ਪੰਜਾਬ ਰੇਡੀਓ ਦੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਮੈਂ ਕਿਹਾ ਮਾੜੀ ਜੀ ਸਪੀਡ ਤੇਜ਼ ਕਰਦੀ ਹੈ, 9:30 ਵਾਲੀਆਂ ਖਬਰਾਂ ਤੋਂ ਪਹਿਲਾਂ ਨਿਬੇੜਦਿਆ ਕਰੀਏ। ਕੱਲ ਵਿੱਚ ਫਿਰ ਜਦ ਟੁੱਟ ਭਾਜੀ ਹੋਈ, ਸਵਾਦ ਨਹੀਂ ਆਇਆ। ਅੱਛਾ, ਪਹਿਲੀ ਪੇਤਲੀ ਜਿਹੀ ਨਿਗਾਹ ਇੱਕ ਮਾਰਿਓ, ਫਿਰ ਪੰਜਾਬ ਨੂੰ ਚੱਲਾਂਗੇ। ਕਹਿੰਦੇ ਜਲਾਲਾਬਾਦ 'ਚ ਖੜਾਕ ਬਹੁਤ ਹੋਇਆ ਤੇ ਭੀਖੀਵਿੰਡ 'ਚ। ਬਾਰਡਰ ਦੀਆਂ ਕੀ ਖਬਰਾਂ ਨੇ, ਜਿੱਥੇ ਸਿੰਘੂ ਬਾਰਡਰ ਟਿੱਕਰੀ ਵਾਲੇ ਬਾਰਡਰ ਤੇ ਟਕੈਤ ਦੇ ਨਾਲ ਰਾਜਨੀਤਿਕ ਬੰਦੇ ਗੇੜੇ ਤੇ ਗੇੜਾ ਬੰਨਿਆ ਜਾਂਦਾ ਹੈ। ਮੈਨੂੰ ਲੱਗਦਾ ਹੈ ਕੁਝ ਨਾ ਕੁਝ ਹੋਏਗਾ 5-7 ਦਿਨਾਂ ਦੇ ਵਿੱਚ। ਰਾਜਨੀਤਿਕ ਬੰਦੇ ਜਦ ਜਾਣ ਲੱਗ ਗਏ ਤੇ ਕੋਈ ਕਹਾਣੀ ਸਿਰਜੀ ਜਾਵੇਗੀ। ਇੱਧਰ ਜਿਹੜੀ ਹੈ ਥੋੜ੍ਹੀ ਜਿਹੀ ਘਟ ਗਈ ਰਾਜੇ ਵਾਲੀਏ ਉਹਨਾਂ ਵਾਲੇ ਪਾਸੇ, ਤੇ ਉੱਧਰ ਬਾਹਲਾ ਤੇਜ਼ੀ ਹੋ ਗਈ। ਕੀ ਖਬਰਾਂ ਨੇ ਜੀ? ਗਿੱਲ ਸਾਹਿਬ ਦੇਖੋ, ਤਿੰਨੇ ਹੀ ਮੋਰਚਿਆਂ ਦੇ ਉੱਤੇ ਸਿੰਘੂ, ਟਿਕਰੀ ਤੇ ਗਾਜੀਪੁਰ, ਚੌਥਾ ਜੇ ਆਪਾਂ ਗੱਲ ਕਰੀਏ ਜਿੱਥੇ ਭਾਰਤੀ ਕਿਸਾਨ ਯੂਨੀਅਨ ਰਾਹਾਂ ਵਾਲੇ ਬੈਠੇ ਆ, ਬਹਾਦਰਗੜ੍ਹ ਪਿੰਡ, ਚਾਰਾਂ ਦੇ ਉੱਤੇ ਹੀ ਸਥਿਤੀ ਆ ਜਿਹੜੀ ਬਹੁਤ ਜ਼ਿਆਦਾ ਇਕੱਠ ਵੱਧ ਰਿਹਾ। ਲਗਾਤਾਰ ਲੋਕ ਜਾ ਰਹੇ ਨੇ, ਲੋਕਾਂ ਦਾ ਹੌਸਲਾ ਦ੍ਰਿੜਤਾ ਬਾ ਕਮਾਲ ਹੈ। ਪਿੰਡਾਂ ਦੀਆਂ ਪੰਚਾਇਤਾਂ, ਪਿੰਡਾਂ ਚੋਂ ਕਿਸਾਨ ਜਥੇਬੰਦੀਆਂ, ਧੜਾ ਟਰਾਲੀ ਤੇ ਟਰਾਲੀ ਜਿਹੜੀ ਹੈ ਉਹ ਬਾਰਡਰਾਂ ਦੇ ਉੱਤੇ ਪਹੁੰਚ ਰਹੀ ਹੈ। ਲੋਕਾਂ ਦਾ ਦਬਾਅ ਬਹੁਤ ਆ ਕਿ ਖੇਤੀ ਕਾਨੂੰਨ ਰੱਦ ਕਰਾਏ ਤੋਂ ਬਿਨਾਂ ਪਿੱਛੇ ਨਹੀਂ ਮੁੜਨਾ। ਲੇਕਿਨ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਗਿੱਲ ਸਾਹਿਬ, ਸਥਿਤੀ ਇਹ ਹੈਗੀ ਕਿ ਬਾਰਡਰਾਂ ਦੇ ਉੱਤੇ ਲੋਕ ਬੜੀ ਮਜ਼ਬੂਤ ਹਾਲਤ ਦੇ ਵਿੱਚ ਨੇ, ਪਰ ਕਿਸਾਨ ਜਥੇਬੰਦੀਆਂ ਉਸ ਹਾਲਤ ਦੇ ਵਿੱਚ ਘੱਟ ਨਜ਼ਰ ਆ ਰਹੀਆਂ। ਕਿਉਂਕਿ ਸਥਿਤੀ ਹੈ ਕਿ ਜਿਹੜਾ ਗਾਜੀਪੁਰ ਵਾਲਾ ਬਾਰਡਰ ਹੈ ਉੱਥੇ ਰਾਜਨੀਤਿਕ ਲੋਕ ਬਹੁਤ ਪਹੁੰਚ ਰਹੇ ਨੇ। ਸੰਜੇ ਰਾਊਤ, ਅੱਜ ਸ਼ਿਵ ਸੈਨਾ ਵਾਲੇ ਆ ਕੇ ਇਕੱਠੇ ਹੋ ਕੇ 6 ਮੈਂਬਰ ਪਾਰਲੀਮੈਂਟ, ਵੱਖ ਰਾਜਨੀਤਿਕ ਪਾਰਟੀਆਂ ਉੱਥੇ ਪਹੁੰਚ ਰਹੀਆਂ ਨੇ, ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਕੇਸ਼ ਟਕੈਤ ਨੂੰ ਮੁੱਖ ਆਗੂ ਦੇ ਤੌਰ ਦੇ ਉੱਤੇ ਬਣਾਇਆ ਜਾ ਰਿਹਾ। ਜਿਹਦੇ ਤੋਂ ਸਿੰਘੂ ਬਾਰਡਰ ਤੋਂ ਸਥਿਤੀ ਖਿੱਚ ਕੇ ਗਾਜੀਪੁਰ ਵਾਲੇ ਦੇ ਉੱਤੇ ਵੀ ਆ ਰਹੀ ਹੈ। ਭਾਵੇਂ ਰਾਕੇਸ਼ ਟਕੈਤ ਕਹਿ ਰਿਹਾ ਕਿ ਮੁੱਖ ਕੇਂਦਰ ਜਿਹੜਾ ਸੰਘਰਸ਼ ਦਾ ਸਿੰਘੂ ਬਾਰਡਰ ਰਹੂਗਾ, ਪਰ ਪ੍ਰੈਕਟੀਕਲੀ ਇਹ ਨਜ਼ਰ ਨਹੀਂ ਆ ਰਿਹਾ। ਦੂਸਰੀ ਗੱਲ ਇਹ ਕਿ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਰਾਕੇਸ਼ ਟਕੈਤ ਆ ਜਿਹੜਾ ਉਹ ਨਹੀਂ ਪਹੁੰਚਿਆ। ਅਗਲੀ ਗੱਲ, ਰਾਕੇਸ਼ ਟਕੈਤ ਬਾਰੇ ਸ਼ੁਰੂ ਤੋਂ ਚਰਚਾ ਚੱਲਦੀ ਆ ਰਹੀ ਸੀ ਕਿ ਰਾਜਨਾਥ ਸਿੰਘ ਹੋਰਾਂ ਨਾਲ ਇਹਨਾਂ ਦੀ ਬੜੀ ਨੇੜਤਾ ਹੈ, ਭਾਰਤੀ ਜਨਤਾ ਪਾਰਟੀ ਦੇ ਬਹੁਤ ਨੇੜੇ ਨੇ। ਖੈਰ, ਵੱਖ ਤਰ੍ਹਾਂ ਦੀਆਂ ਕਿਆਸਾਂ ਜਿਹੜੀਆਂ ਉਹ ਸਿਆਸਤ ਦੇ ਵਿੱਚ ਵੀ ਔਰ ਅੰਦੋਲਨ ਦੇ ਵਿੱਚ ਵੀ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ। ਪਰ ਹੁਣ ਦੇ ਸਮੇਂ ਦੀ ਸਥਿਤੀ ਇਹ ਹੈ ਕਿ
ਕਿਸਾਨ ਅੰਦੋਲਨ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ। ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਹੈ। ਪਿੰਡਾਂ ਦੇ ਵਿੱਚੋਂ ਲੋਕ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ, ਪਰ ਕਿਸਾਨ ਆਗੂਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਨਵੇਂ ਤੋਂ ਨਵਾਂ ਪ੍ਰੋਗਰਾਮ ਪਹਿਲਾਂ ਦਿੱਤਾ ਜਾ ਰਿਹਾ ਸੀ, ਉਸ ਲੀਹ ਦੇ ਉੱਤੇ ਸੰਘਰਸ਼ ਲਿਜਾਣ ਦੇ ਲਈ ਥੋੜਾ ਸਮਾਂ ਗਾ ਜਿਹੜਾ ਲੱਗਦਾ ਗਾ ਕਿ ਲੱਗੇਗਾ। 6 ਫਰਵਰੀ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ। ਉਸ ਦਿਨ ਪਾਰ ਤੋਲੇ ਜਾਣਗੇ ਇਸ ਐਜੀਟੇਸ਼ਨ ਦੇ। ਉਸ ਤੋਂ ਬਾਅਦ ਇੱਕ ਨਵੇਂ ਦੌਰ ਦੇ ਵਿੱਚ ਸੰਘਰਸ਼ ਸ਼ਾਮਲ ਹੋਊਗਾ। ਅੱਜ ਕਿਸਾਨ ਆਗੂਆਂ ਦਾ ਇੱਕ ਵਫਦ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਮਿਲਿਆ। ਜੇਲ੍ਹਾਂ 'ਚ ਬੰਦ ਨੌਜਵਾਨਾਂ ਦਾ ਮਸਲਾ ਵੀ ਉਠਾਇਆ। ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਦਿੱਤਾ ਜਾ ਰਿਹਾ, ਪੰਜਾਬ ਸਰਕਾਰ ਵੱਲੋਂ ਵੀ ਦਿੱਤਾ ਜਾ ਰਿਹਾ। ਵਕੀਲਾਂ ਦੀ ਟੀਮਾਂ ਬਣੀਆਂ ਹੋਈਆਂ ਨੇ, ਜਿਹੜੇ ਨੌਜਵਾਨ ਨਹੀਂ ਖਾ ਰਹੇ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ। ਹਰ ਤਰ੍ਹਾਂ ਦਾ ਗਿੱਲ ਸਾਹਿਬ ਸਹਿਯੋਗ ਹੈਗਾ ਜਿਹੜਾ ਉਹ ਮਿਲ ਰਿਹਾ ਗਾ। ਕਿਸਾਨ ਆਗੂਆਂ ਨੂੰ ਅਜਿਹੇ ਦੇ ਵਿੱਚ ਚਾਹੀਦਾ ਕਿ ਇੱਕਜੁੱਟਤਾ ਦਾ ਸਬੂਤ ਦੇਣ, ਇੱਕਜੁੱਟਤਾ ਦੇ ਨਾਲ ਅੱਗੇ ਆ ਜਿਹੜਾ ਉਹ ਇਸ ਅੰਦੋਲਨ ਨੂੰ ਲੈ ਕੇ ਜਾਣ। ਅੰਦਰ ਖਾਤੇ ਜੋ ਚੱਲ ਰਿਹਾ ਉਹ ਸਾਰਾ ਕੁਝ ਸੈੱਟ ਹੋਣਾ ਚਾਹੀਦਾ, ਉਹ ਸਾਰਾ ਕੁਝ ਸਮੇਟਿਆ ਜਾਣਾ ਚਾਹੀਦਾ। ਬਹੁਤ ਆਗੂ ਨੇ ਜਿਨ੍ਹਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਜਿਹੜੇ ਆਗੂ ਉਸ ਦਿਨ ਗਿੱਲ ਸਾਹਿਬ ਗਏ ਸੀ, ਉਹਨਾਂ ਆਗੂਆਂ ਨੂੰ ਵੀ ਦੁਬਾਰੇ ਫੇਰ ਜਿਹੜਾ ਸਰਜੀਤ ਸਿੰਘ ਫੂਲ ਹੋਣ ਚਾਹੇ ਜਾਂ ਹੋਰ ਹੋਣ, ਉਹਨਾਂ ਨੂੰ ਦੁਬਾਰੇ ਫੇਰ ਇਸ ਅੰਦੋਲਨ ਦੇ ਵਿੱਚ ਅੱਗੇ ਜ਼ਿੰਮੇਵਾਰੀਆਂ ਸੌਂਪਣ ਦੀ ਜ਼ਰੂਰਤ ਹੈ ਜੀ। ਅੱਛਾ, ਦਿੱਲੀ ਦੇ ਵਿੱਚ ਪਿਕਚਰਾਂ ਬਹੁਤ ਆ ਰਹੀਆਂ, ਵੀਡੀਓ ਆ ਰਹੀਆਂ ਕਿ ਬਹੁਤ ਇੱਕ ਕਿਲ੍ਹੇਬੰਦੀ ਕੀਤੀ ਗਈ ਹੈ ਸੜਕਾਂ ਤੇ। ਉਹ ਕਿੱਥੇ ਕਿੱਥੇ ਕਰ ਰਹੇ ਨੇ ਜੀ? ਜੀ ਗੱਲ ਸਾਹਿਬ, ਇਹ ਤਿੰਨੇ ਹੀ ਬਾਰਡਰਾਂ ਦੇ ਉੱਤੇ ਕੀਤੀ ਗਈ ਹੈ। ਇਉਂ ਲੱਗਦਾ ਜਿਵੇਂ ਉਹ ਬਾਰਡਰਾਂ ਦੀ ਸਥਿਤੀ ਇਉਂ ਨਾ ਹੋਵੇ ਵੀ ਜਿਵੇਂ ਕਿ ਹਰਿਆਣਾ ਤੇ ਦਿੱਲੀ ਨਾ ਹੋਵੇ, ਭਾਰਤ ਤੇ ਪਾਕਿਸਤਾਨ ਹੋਵੇ। ਯੂਰਪ ਬਾਰੇ ਅਕਸਰ ਗੱਲ ਕਰੀ ਜਾਂਦੀ ਹੈ ਕਿ ਯੂਰਪ ਦੇ ਇੱਕ ਮੁਲਕ ਦੇ ਵਿੱਚੋਂ ਦੂਜੇ ਮੁਲਕ ਦੇ ਵਿੱਚ ਜਦੋਂ ਜਾਂਦੇ ਆ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਇੱਕ ਮੁਲਕ ਚੋਂ ਦੂਜੇ ਮੁਲਕ 'ਚ ਚਲੇ ਗਏ। ਪਰ ਇੱਥੇ ਗੋਦੀ ਮੀਡੀਆ ਪੁੱਛਦਾ ਵੀ ਆਪ उत्तर प्रदेश से हरियाणा में, हरियाणा से दिल्ली में कैसे घुसे। और ये ਜਿਹੜਾ ਕੀਤਾ ਜਾ ਰਿਹਾ ਪਹਿਲਾਂ ਪ੍ਰਚਾਰ ਜਿਵੇਂ ਕਿਸੇ ਦੂਜੇ ਮੁਲਕ ਦੇ ਵਿੱਚ ਜਾ ਵੜਿਆ ਹੋਵੇ ਬੰਦਾ, ਵੀ ਸਾਡਾ ਭਾਰਤ ਹੈ, ਇੱਕ ਮੁਲਕ ਹੈ, ਅਸੀਂ ਜਿੱਥੇ ਮਰਜ਼ੀ ਜਾਈਏ। ਔਰ ਹੁਣ ਸਰਹੱਦਾਂ ਦੇ ਉੱਤੇ, ਹੱਦਾਂ ਦੇ ਉੱਤੇ ਗਿੱਲ ਸਾਹਿਬ ਜਿਸ ਤਰੀਕੇ ਨਾਲ ਸੜਕਾਂ ਪੱਟੀਆਂ ਜਾ ਰਹੀਆਂ ਨੇ, ਪੱਟ ਕੇ ਕਿੱਲ ਗੱਡੇ ਜਾ ਰਹੇ ਨੇ ਔਰ ਬੈਰੀਗੇਡ ਬਣਾਏ ਜਾ ਰਹੇ ਨੇ, ਬਹੁਤ ਵੱਡੇ ਵੱਡੇ ਕਿਲੇ ਬਣਾਏ ਜਾ ਰਹੇ ਨੇ। ਇੱਕ ਹਿਸਾਬ ਦਾ ਸਰਕਾਰ ਹਿੰਸਾ ਤੇ ਉਤਰੀ ਹੋਈ ਆ। ਪਾਣੀ, ਬਿਜਲੀ, ਇੰਟਰਨੈਟ ਬੰਦ ਕਰਕੇ, ਇਸ ਤਰ੍ਹਾਂ ਦੇ ਕਿੱਲ ਕੱਢ ਕੇ ਇਹ ਲੋਕਾਂ ਦੇ ਵਿੱਚ ਦਹਿਸ਼ਤ ਪਾ ਰਹੀ ਹੈ ਤਾਂ ਕਿ ਲੋਕਾਂ ਦਾ ਇਸ ਅੰਦੋਲਨ ਕਣੀ ਧਿਆਨ ਨਾ ਲੱਗੇ ਔਰ ਲੋਕ ਇਸ ਅੰਦੋਲਨ ਤੋਂ ਡਰਨ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅੰਨ ਪੈਦਾ ਕਰਦਾ, ਉਸ ਕਿਸਾਨ ਨੂੰ ਜਿਹੇ ਇਹਨਾਂ ਦੇ ਰਸਤੇ ਨਾ ਡਰਾ ਸਕਣ, ਨਾ ਧਮਕਾ ਸਕਣ, ਨਾ ਪਿੱਛੇ ਹਟਾ ਸਕਣ। ਸਗੋਂ ਦੇ ਪਿੰਡਾਂ ਵਾਲੇ ਤਾਂ ਦੇਖਣ ਨੂੰ ਜਾਂਦੇ ਨੇ। ਆ ਮੁੰਡੇ ਮੈਨੂੰ ਮਿਲੇ ਸੀ ਅੱਜ ਬਹੁਤ ਸਾਡੇ ਇਲਾਕੇ ਦੇ ਗਿੱਲ ਸਾਹਿਬ, ਉਹ ਕਹਿੰਦੇ ਬਾਈ ਅਸੀਂ ਤਾਂ ਜਾਣਾ ਜਾ ਕੇ ਉਹ ਕਿੱਲ ਜੇ ਦੇਖ ਕੇ ਆਉਣੇ ਨੇ। ਔਰ ਜਿਹੜਾ ਇਹ ਸਰਕਾਰ ਕਰ ਰਹੀ ਹੈ, ਕਹਿੰਦੇ ਸੁਣਿਆ ਵੀ ਫੜ ਲੈਂਦੀ ਆ, ਇਹ ਗੇੜਾ ਕੱਢ ਕੇ ਦੇਖਣਾ ਵੀ ਫੜਦੀ ਹੈ। ਤਾਂ ਇਹ ਮਤਲਬ ਸਾਨੂੰ ਤਾਂ ਮੇਲੇ ਵਾਂਗੂ ਲੱਗਦਾ ਪੰਜਾਬ ਵਾਲਿਆਂ ਨੂੰ। ਔਰ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਇੱਥੋਂ ਦੇ ਲੋਕ ਔਰ ਦੇਸ਼ ਦਾ ਕਿਸਾਨ ਇਹਨਾਂ ਨੀਤੀਆਂ ਤੋਂ ਡਰਨ ਵਾਲਾ ਨਹੀਂ ਜੀ। ਅੱਛਾ ਜੀ, ਪੰਜਾਬ ਨੂੰ ਆ ਜਾਈਏ। ਪੰਜਾਬ ਤੋਂ ਪਹਿਲਾਂ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਨੇ, ਚਟਾਲਾ ਪਰਿਵਾਰ ਇਹਦੇ ਤੋਂ ਕਿਉਂ ਚਿੰਤਤ ਆ? ਕੀ ਗੱਲ ਹੋ ਗਈ ਜੀ ਗਿੱਲ ਸਾਹਿਬ? ਦੇਖੋ, ਚਟਾਲਾ ਪਰਿਵਾਰ ਹੈਗਾ ਜਿਹੜਾ, ਜਿਹੜੀਆਂ ਖਾਪ ਪੰਚਾਇਤਾਂ ਲਗਾਤਾਰ ਇਕੱਠੀਆਂ ਹੋ ਰਹੀਆਂ, ਹਰਿਆਣੇ ਦੀਆਂ ਵੀ, ਉੱਤਰ ਪ੍ਰਦੇਸ਼ ਦੀਆਂ ਵੀ, ਔਰ ਉਹਦੇ ਵਿੱਚ ਚਟਾਲਾ ਪਰਿਵਾਰ ਨੂੰ ਇਉਂ ਲੱਗਦਾ ਗਾ ਕਿ ਸੱਤਾ ਉਹਨਾਂ ਤੋਂ ਇੱਕ ਵਾਰ ਖਿਸਕੀ ਮੁੜ ਕੇ ਨੇੜੇ ਨਹੀਂ ਆਉਣੀ, ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਸਥਿਤੀਆਂ ਦਿਨੋਂ ਦਿਨ ਬਦਲ ਰਹੀਆਂ ਨੇ। ਗਿੱਲ ਸਾਹਿਬ, ਜਿਹੜਾ ਚੌਧਰੀ ਚਰਨ ਸਿੰਘ ਦਾ ਪਰਿਵਾਰ ਹੈ, ਉਹ ਪਰਿਵਾਰ ਤੋਂ ਬਾਅਦ ਮਹਿੰਦਰ ਸਿੰਘ ਟਕੈਤ ਵੱਡਾ ਕਿਸਾਨ ਆਗੂ ਉੱਭਰਿਆ, ਉਦੋਂ ਬਾਅਦ ਭਾਨੂ ਪ੍ਰਤਾਪ ਉੱਭਰਿਆ, ਉਦੋਂ ਬਾਅਦ ਹੋਰ ਵੱਖ-ਵੱਖ ਆਗੂ ਉੱਭਰੇ। ਤਾਂ ਤੁਸੀਂ ਇਹ ਦੇਖੋ ਕਿ ਪਿਛਲੇ 4-5 ਦਿਨਾਂ ਦੇ ਵਿੱਚ ਸਥਿਤੀ ਕਿਵੇਂ ਚੇਂਜ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਰਾਕੇਸ਼ ਟਕੈਤ ਨਾਲ ਕੋਈ ਨਹੀਂ ਸੀ ਆਉਂਦਾ, ਜੋ ਇੱਕ ਵੱਡੇ ਕਿਸਾਨ ਆਗੂ ਦੇ ਤੌਰ ਦੇ ਉੱਤੇ ਭਾਰਤ ਦਾ ਸਭ ਤੋਂ ਵੱਡਾ ਚਿਹਰਾ ਬਣ ਗਿਆ। ਭਾਨੂ ਪ੍ਰਤਾਪ ਉੱਥੋਂ ਅੰਦੋਲਨ ਖਤਮ ਕਰਕੇ ਚਲਿਆ ਗਿਆ BM ਸਿੰਘ ਦੇ ਨਾਲ 26 ਜਨਵਰੀ ਤੋਂ ਬਾਅਦ ਸਰਕਾਰੀ ਬੰਦੇ ਦੇ ਬਣ ਕੇ। ਲੇਕਿਨ ਹੁਣ ਪਤਾ ਲੱਗਿਆ ਗਿੱਲ ਸਾਹਿਬ ਕਿ ਭਾਨੂ ਪ੍ਰਤਾਪ ਦੇ ਬੰਦੇ ਟੁੱਟ ਕੇ ਆ ਰਹੇ ਨੇ ਔਰ ਭਾਨੂ ਪ੍ਰਤਾਪ ਦੇ ਨਾਲੋਂ ਬਗਾਵਤ ਹੋ ਰਹੀ ਆ। ਯੂਥ ਟੁੱਟ ਗਿਆ। ਉਹ ਕਹਿੰਦੇ ਅਸੀਂ ਅੰਦੋਲਨ ਨਹੀਂ ਖਤਮ ਕੀਤਾ, ਅਸੀਂ ਤਾਂ ਦੁਬਾਰੇ ਚੱਲੇ ਆ। ਰਾਕੇਸ਼ ਟਕੈਤ ਕੋਲੇ ਆ ਕੇ ਬੈਠਣ ਨੂੰ ਫਿਰਦੇ ਨੇ। ਮਹਾ ਪੰਚਾਇਤਾਂ ਹੋ ਰਹੀਆਂ ਨੇ, ਖਾਪ ਪੰਚਾਇਤਾਂ ਸਾਰੀਆਂ ਮੀਟਿੰਗਾਂ ਕਰ ਰਹੀਆਂ, ਜਿਹੇ ਦੇ ਵਿੱਚ ਚਟਾਲਿਆਂ ਦੀ ਜ਼ਮੀਨ ਖਿਸਕ ਰਹੀ ਆ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਖਾਪ ਪੰਚਾਇਤਾਂ ਇਹਨਾਂ ਦੀ ਸਥਿਤੀ ਵਿਗਾੜ ਦੇਣਗੀਆਂ ਜੀ। ਅੱਛਾ, ਨਾਲ ਹੀ ਹੁਣ ਚੱਲੀਏ ਪੰਜਾਬ ਨੂੰ। ਜਲਾਲਾਬਾਦ ਦੀ ਵੀਡੀਓ 7 ਮਿੰਟ ਦੀ
ਇੱਕ ਲੈਂਡ ਕਰੂਜ਼ਰ ਖੜਾ ਦਿਖਦਾ ਹੈ। ਹੁਣ ਗਾਹ ਨਹੀਂ ਪਤਾ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕਿਹਨਾਂ ਦਾ। ਪਥਰਾਅ ਹੋ ਰਿਹਾ, ਗਾਲਾਂ ਕੱਢ ਰਹੇ, ਨਾਲ ਗੋਲੀਆਂ ਵੀ ਚੱਲ ਰਹੀਆਂ ਨੇ। ਹੋਇਆ ਐਗਜ਼ੈਕਟਲੀ ਕੀ ਹੈ? ਗਿੱਲ ਸਾਹਿਬ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਸੁਖਬੀਰ ਬਾਦਲ ਅੱਜ ਜਲਾਲਾਬਾਦ ਕਰਨ ਕੀ ਗਿਆ ਸੀ। ਤੁਸੀਂ ਇਹ ਦੇਖੋ ਗਿੱਲ ਸਾਹਿਬ, 2 ਵੱਡੇ ਐਪੀਸੋਡ ਸੀ। ਕਿਸਾਨ ਅੰਦੋਲਨ ਦੇ ਪੱਖ ਦੀ ਗੱਲ ਕਰਦੇ ਨਾ, ਸੁਖਬੀਰ ਬਾਦਲ ਜੋ ਮੀਡੀਆ ਦੇ ਮੂਹਰੇ ਬਹਿ ਜਾਂਦਾ ਉਦੋਂ ਕਹਿੰਦਾ ਇਹ ਕਿਸਾਨਾਂ ਦੀ ਪਾਰਟੀ ਆ, ਅਸੀਂ ਕਿਸਾਨਾਂ ਦੇ ਹਮਦਰਦ ਆ। 2 ਵੱਡੇ ਐਪੀਸੋਡ ਸੀ ਅੱਜ ਕਿਸਾਨਾਂ ਦੇ ਪੱਖ 'ਚ, ਜਿੱਥੇ ਸੁਖਬੀਰ ਬਾਦਲ ਮੁੱਖ ਭੂਮਿਕਾ ਨਿਭਾ ਸਕਦਾ ਸੀ। ਇੱਕ ਤਾਂ ਸੰਸਦ ਦਾ ਇਜਲਾਸ ਚੱਲ ਰਿਹਾ ਸੀ ਲੋਕ ਸਭਾ ਦਾ ਦਿੱਲੀ ਦੇ ਵਿੱਚ, ਸੁਖਬੀਰ ਬਾਦਲ ਨੂੰ ਉੱਥੇ ਹੋਣਾ ਚਾਹੀਦਾ ਸੀ। ਦੂਜਾ ਗਿੱਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਬ ਪਾਰਟੀ ਮੀਟਿੰਗ ਕਰਦੀ ਸੀ। ਆਪਾਂ ਦੋਨੇ ਵਿਸ਼ਿਆਂ ਤੇ ਅੱਗੇ ਚੱਲ ਕੇ ਗੱਲ ਵੀ ਕਰਨੀ ਆ। ਤਾਂ ਸੁਖਬੀਰ ਬਾਦਲ ਨੂੰ ਉੱਥੇ ਹੋਣਾ ਚਾਹੀਦਾ ਸੀ, ਜਾਂ ਤਾਂ ਉਹ ਲੋਕ ਸਭਾ ਦੇ ਵਿੱਚ ਬੈਠਾ ਹੁੰਦਾ। ਇੱਥੋਂ ਦੇ ਪੰਜਾਬ ਦੇ ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ, ਔਰ ਇਹ ਤਾਜ਼ੇ ਭਾਜਪਾ ਤੋਂ ਅੱਡ ਹੋਇਆ, ਉੱਥੇ ਬੈਠ ਕੇ ਭਾਜਪਾ ਨੂੰ ਲਲਕਰਦਾ। ਜੇ ਉੱਥੇ ਨਹੀਂ ਜਾਣਾ, ਇਹ ਸਰਬ ਪਾਰਟੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਾ ਹੁੰਦਾ, ਉੱਥੇ ਇਹ ਕਿਸਾਨ ਅੰਦੋਲਨ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਦਾ ਹੁੰਦਾ। ਪਰ ਇਹ ਦੋਨੇ ਥਾਂ ਨਹੀਂ ਗਏ, ਵੋਟਾਂ ਲੈਂਦਾ ਪਿਆ ਫਿਰਦਾ। ਜਲਾਲਾਬਾਦ ਦੇ ਵਿੱਚ ਗਿਆ। ਗਿੱਲ ਸਾਹਿਬ ਹੋਇਆ ਇਹ, ਜਦੋਂ ਸੁਖਬੀਰ ਬਾਦਲ ਗਿਆ, ਉਹ ਤਾਂ ਸ਼ੁਕਰ ਮੰਨੋ ਤੁਸੀਂ, ਇਹਦੀ ਗੱਡੀ ਬੁਲਟ ਪ੍ਰੂਫ ਆ ਗਈ, ਜਿਹਦੇ ਕਰਕੇ ਦਾ ਨੁਕਸਾਨ ਨਹੀਂ ਹੋਇਆ। ਗੱਡੀ ਦੇ ਵਿੱਚ ਬੈਠਾ ਸੀ ਔਰ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਉਹ ਕਹਿੰਦੇ ਵੀ ਇੱਕੋ ਹੀ ਗੱਡੀ ਅੰਦਰ ਜਾਊ ਜੋ ਕਾਗਜ਼ ਦਾਖਲ ਕਰਨੇ ਸੀ। ਤਾਂ ਸੁਖਬੀਰ ਬਾਦਲ ਦੀ ਗੱਡੀ ਅੰਦਰ ਗਈ, ਲੋਕਾਂ ਨੇ ਪੱਥਰ ਮਾਰੇ ਔਰ ਕਾਂਗਰਸੀਆਂ ਨੇ ਪ੍ਰੇਰਿਤ ਕੀਤੇ ਹੋਣਗੇ ਲੋਕ। ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕਿਸਾਨ ਸੀਗੇ, ਉਹ ਸਿਆਸਤ ਹੈ, ਕਿਉਂਕਿ ਵੋਟਾਂ ਦਾ ਦੌਰ ਚੱਲ ਰਿਹਾ। ਵੋਟਾਂ ਦੇ ਵਿੱਚ ਕਾਲੀ ਕਾਂਗਰਸੀ ਤੇ ਕਾਂਗਰਸੀ ਕਾਲੀਆਂ ਦੇ ਖਿਲਾਫ ਚੱਲ ਰਹੇ ਨੇ। ਉੱਥੇ ਪੱਥਰ ਮਾਰੇ, ਇੱਟਾਂ ਰੋੜੇ, ਗੋਲੀਆਂ ਚੱਲੀਆਂ ਔਰ ਸ਼ਰੇਆਮ ਜਿਹੜਾ ਮਤਲਬ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਗਿਆ। ਇਹਦੇ ਲਈ ਕੈਪਟਨ ਅਮਰਿੰਦਰ ਸਰਬ ਪਾਰਟੀ ਮੀਟਿੰਗਾਂ ਕਰ ਰਿਹਾ, ਉਹ ਵੀ ਜ਼ਿੰਮੇਵਾਰ ਹੈ। ਇਲੈਕਸ਼ਨ ਦੀ ਲੋੜ ਹੀ ਨਹੀਂ ਸੀ ਇਹਨਾਂ ਦਿਨਾਂ 'ਚ ਗਿੱਲ ਸਾਹਿਬ, ਇਲੈਕਸ਼ਨ ਅੱਗੇ ਪਾਈ ਜਾ ਸਕਦੀ ਸੀ। ਭੈਂਸ ਭਰਾਵਾਂ ਨੇ ਕਿਹਾ ਕਿ ਇਲੈਕਸ਼ਨ ਅੱਗੇ ਪਾ ਲਓ, ਭਾਜਪਾ ਤਾਂ ਕਹੂਗੀ ਇਲੈਕਸ਼ਨ ਅੱਗੇ ਪਾ ਲਓ, ਉਹਨਾਂ ਦੇ ਦਿਨ ਮਾੜੇ ਚੱਲਦੇ ਨੇ। ਅਕਾਲੀ ਦਲ ਨੇ ਵੀ ਮਲਮੀ ਜੀ ਜੀਵ ਨਾ ਕਿਹਾ, ਪਰ ਕੈਪਟਨ ਅਮਰਿੰਦਰ ਤੇ ਦਬਾਅ ਪਾਇਆ ਜਾ ਸਕਦਾ ਸੀ ਸਾਰਿਆਂ ਦੇ ਵੱਲੋਂ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਸੀ ਇਲੈਕਸ਼ਨ ਅੱਗੇ ਪਾਈ ਜਾਂਦੀ। ਹੁਣ ਤੁਸੀਂ ਇਹ ਦੇਖੋ, ਅੱਜ ਸਾਰੇ ਨਿਊਜ਼ ਚੈਨਲਾਂ ਦੇ ਉੱਤੇ ਖਬਰ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੀ ਆ। ਜੇ ਵੋਟਾਂ ਹੀ ਨਾ ਪੈਂਦੀਆਂ ਤਾਂ ਅੱਜ ਇਹ ਖਬਰ ਨਹੀਂ ਸੀ ਹੋਣੀ। ਤੋ ਗਿੱਲ ਸਾਹਿਬ, ਸਥਿਤੀ ਹੈ ਕਿ ਪੰਜਾਬ ਦਾ ਧਿਆਨ ਡਾਇਵਰਟ ਹੋ ਚੁੱਕਿਆ ਕਿਸਾਨ ਅੰਦੋਲਨ ਤੋਂ। ਪੰਜਾਬ ਦੇ 14 ਫਰਵਰੀ ਨੂੰ ਇਲੈਕਸ਼ਨ ਹੈ, 17 ਫਰਵਰੀ ਨੂੰ ਰਿਜ਼ਲਟ ਆਉਣੇ ਨੇ। ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੋਟਾਂ ਦਾ ਮਾਹੌਲ ਹੈ। 2 ਥਾਂ ਗੋਲੀਆਂ ਚੱਲੀਆਂ ਨੇ ਅੱਜ, ਇੱਕ ਭੀਖੀਵਿੰਡ ਦੇ ਵਿੱਚ, ਇੱਕ ਜਲਾਲਾਬਾਦ ਦੇ ਵਿੱਚ। ਇਹ ਦੋਨੇ ਥਾਵਾਂ ਦੇ ਉੱਤੇ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਇੱਕ ਮੁਲਕ ਦੇ ਵਿੱਚ, ਖਾਸ ਕਰਕੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ, ਉੱਥੇ ਵੋਟਾਂ ਦੇ ਲਈ ਗੋਲੀਆਂ ਚੱਲਣ, ਰੋੜੇ ਚੱਲਣ, ਇੱਟਾਂ ਚੱਲਣ, ਇਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਰਾਜਨੀਤਿਕ ਆਗੂ ਘੇਰੇ ਜਾਣੇ ਚਾਹੀਦੇ ਨੇ, ਘੇਰ ਕੇ ਸਵਾਲ ਪੁੱਛਣੇ ਚਾਹੀਦੇ ਨੇ, ਪਰ ਸਿਰਫ ਵੋਟਾਂ ਖਾਤਰ ਸਿਆਸੀ ਤੌਰ ਦੇ ਉੱਤੇ ਨਹੀਂ। ਅੱਜ ਜੋ ਹੋਇਆ ਉਹ ਮੰਦਭਾਗਾ ਗਾ, ਉਹ ਨਹੀਂ ਹੋਣਾ ਚਾਹੀਦਾ। ਪਰ ਸੁਖਬੀਰ ਬਾਦਲ ਨੂੰ ਜੇ ਸੱਚਮੁੱਚ ਉਹ ਪੰਜਾਬ ਪ੍ਰਸਤ ਹੈ ਤਾਂ ਉਹਨੂੰ ਇੱਥੇ ਜਾਣ ਦੀ ਲੋੜ ਹੀ ਨਹੀਂ ਸੀ। ਉਹ ਤਾਂ ਸੰਸਦ ਦੇ ਵਿੱਚ ਜਾਂਦਾ ਜਾਂ ਸਰਬ ਪਾਰਟੀ ਮੀਟਿੰਗ 'ਚ ਜਾਂਦਾ। ਔਰ ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਸਤ ਆ ਤਾਂ ਉਹਨੂੰ ਵੋਟਾਂ ਕਰਾਉਣ ਦੀ ਕੀ ਲੋੜ ਸੀ ਇਹਨਾਂ ਦਿਨਾਂ ਦੇ ਵਿੱਚ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ। ਵੋਟਾਂ ਤਾਂ ਇਹ 6 ਮਹੀਨੇ ਬਾਅਦ ਵੀ ਪੈ ਜਾਣਗੀਆਂ। ਅੱਜ ਤਾਂ ਦਿੱਲੀ ਦੇ ਨਾਲ ਮਤਲਬ ਜਿੰਨੀ ਵੱਡੀ ਜੰਗ ਚੱਲ ਰਹੀ ਹੈ, ਜਿਹੜਾ ਵੱਡਾ ਅੰਦੋਲਨ ਚੱਲ ਰਿਹਾ, ਉਹਦੇ ਪੱਖ ਦੇ ਵਿੱਚ ਭੁਗਤਣ ਦੀ ਲੋੜ ਹੈ ਕਿ ਧਿਆਨ ਡਾਇਵਰਟ ਕਰ ਰਹੇ ਨੇ ਦੂਜੇ ਪਾਸੇ। ਜੀ ਅੱਛਾ, ਅੰਮ੍ਰਿਤਸਰ ਸਾਹਿਬ ਦੇ ਵਿੱਚ ਫਾਈਨੈਂਸਰ ਨੇ ਖੁਦਕੁਸ਼ੀ ਕਰ ਲਈ ਜੀ, ਨਾਲ ਇਹ ਪਰਿਵਾਰ ਮਾਰ ਦਿੱਤਾ। ਜੀ ਗਿੱਲ ਸਾਹਿਬ, ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ। ਆਪਾਂ ਇੱਕ ਵਾਰ ਬਠਿੰਡੇ ਦੀ ਵੀ ਘਟਨਾ ਦੀ ਗੱਲ ਕੀਤੀ ਸੀ। ਪਹਿਲਾਂ ਕਿਸਾਨ ਹੀ ਖੁਦਕੁਸ਼ੀ ਕਰਦੇ ਸੀ, ਹੁਣ ਵਪਾਰੀ, ਫਾਈਨਾਂਸਰ ਜਾਂ ਹੋਰ ਵਿਅਕਤੀ ਵੀ ਜਿਹੜੇ ਨੇ ਉਹ ਪਰਿਵਾਰਾਂ ਸਮੇਤ ਸਮੂਹਿਕ ਖੁਦਕੁਸ਼ੀਆਂ ਕਰਦੇ ਨੇ। ਇਹ ਅੰਮ੍ਰਿਤਸਰ ਸਾਹਿਬ ਦੇ ਗੁਰੂ ਤੇਗ ਬਹਾਦਰ ਨਗਰ ਦੀ ਘਟਨਾ ਹੈ। ਉੱਥੇ ਬਿਕਰਮਜੀਤ ਨਾਂ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਯਾਦਵਿੰਦਰ ਕੌਰ ਤੇ ਬੱਚੇ ਬਰਸੀਰਤ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਔਰ ਪੁਲਿਸ ਮੌਕੇ ਤੇ ਪਹੁੰਚੀ, ਪਤਾ ਲੱਗਿਆ ਕਿ ਉਹਨੇ ਕਦਮ ਜਿਹੜਾ ਬਿਜ਼ਨਸ 'ਚ ਘਾਟਾ ਪੈਣ ਕਰਕੇ ਚੁੱਕਿਆ, ਔਰ ਉਸ ਤੋਂ ਬਾਅਦ ਉਹਨੇ ਹਥਿਆਰ ਦੇ ਨਾਲ ਇਹ ਸਾਰਾ ਘਟਨਾਕ੍ਰਮ ਆ ਜਿਹੜਾ ਉਹ ਵਾਪਰਿਆ। ਬਿਕਰਮਜੀਤ ਨੇ ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਵੀ ਪਾਇਆ ਅਲਵਿਦਾ ਲਿਖ ਕੇ, ਔਰ ਅਜਿਹੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਸੋ ਇਹ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ। ਜੀ ਗਿੱਲ ਸਾਹਿਬ, ਅਖੀਰ ਦੇ ਵਿੱਚ ਆਪਾਂ 2 ਮਿੰਟ ਹੁਣ ਫੇਰ ਸੰਘਰਸ਼ ਵਾਲੇ ਪਾਸੇ ਨੂੰ ਜਾਣਾ। ਇੱਥੇ ਇੱਕ ਸੁਰਿੰਦਰ ਸਿੰਘ ਨੇ ਟਾਕਿੰਗ ਪੰਜਾਬ, ਉਹਨਾਂ ਨੇ ਓਪਨਲੀ ਕੱਲ ਸਬੂਤ ਕਹਿੰਦੇ ਮੇਰੇ ਕੋਲ ਨੇ, ਉਹਨਾਂ ਨੇ ਦੋਸ਼ ਲਾਏ ਕਿ ਕਾਮਰੇਡ ਰਜਿੰਦਰ ਨੇ, ਬਲਵੀਰ ਰਾਜੇਵਾਲ ਨੇ ਤੇ ਡੱਲੇਵਾਲ ਨੇ ਤਿੰਨਾਂ ਨੇ ਇੱਕ ਸਾਜ਼ਿਸ਼ ਰਚੀ ਕਿ ਦੀਪ ਸਿੱਧੂ ਤੇ ਲੱਖੇ ਨੂੰ ਕੁੱਟਣਾ।
ਉਹਦੇ ਮੂੰਹ ਤੇ ਸੱਟਾਂ ਮਾਰਨੀਆਂ ਨੇ। 8 ਟੀਮਾਂ ਕਾਮਰੇਡ ਰਜਿੰਦਰ ਨੇ ਲਾਈਆਂ ਤੇ ਉਹਨੇ ਚੈਲੰਜ ਕੀਤਾ ਵੀ ਜੇ ਨਾ ਤੁਸੀਂ ਜਵਾਬ ਦਿੱਤਾ ਮੇਰੇ ਕੋਲ ਬੰਦਾ ਜਿਹੜਾ ਆ ਕੇ ਦੱਸੇਗਾ। ਚਲੋ ਇਸ ਤੇ ਮੈਂ ਨਾ ਜਾਵਾਂ, ਮਤਲਬ ਇਹ ਲੈਵਲ ਹੈ, ਕਸ਼ੀਦਗੀ ਹੈ ਤੇ ਸਾਰਾ ਕੁਝ ਰਾਜਨੀਤਿਕ ਕਰਨ ਟਕੈਤ ਵਾਲੇ ਪਾਸੇ ਨੂੰ ਹੋ ਗਿਆ। ਹੁਣ ਤੁਸੀਂ ਕੀ ਦੇਖਦੇ ਹੋ? ਬੰਦੇ ਫੜੇ ਹੋਏ ਨੇ ਅੰਦਰ, ਇੱਕ ਪਿੰਡ ਦੇ 12 ਮੁੰਡੇ ਮੋਗੇ ਕੋਲ ਦੇ ਅੰਦਰ ਨੇ ਤੇ ਹੋਰ ਬਹੁਤ ਨੇ। ਕੱਲ ਮੈਂ ਵਕੀਲ ਨਾਲ ਗੱਲ ਕਰ ਰਿਹਾ ਸੀ, ਵੇਰਕਾ ਨਾਲ, ਜਿਹੜੀ ਜਸਟਿਸ ਬੈਂਸ ਦੀ ਟੀਮ 'ਚ ਨੇ, ਸਭ ਭੱਜੇ ਫਿਰਦੇ ਆ। ਹੁਣ ਤੁਸੀਂ ਇਸ ਸਮੇਂ, ਅੱਜ ਦੇ ਸਮੇਂ, ਇਸ ਆਪਣੇ ਕਿਸਾਨੀ ਮੋਰਚੇ ਨੂੰ ਕਿਵੇਂ ਵੇਖਦੇ ਹੋ? ਇਹ ਤਾਂ ਮੈਨੂੰ ਇਹ ਦੇਖੋ ਪਤਾ ਲੱਗਿਆ ਵੀ ਕਿਸਾਨ ਦੇ ਵਿੱਚ ਇੱਕ ਗੱਲਬਾਤ ਇਹ ਵੀ ਚੱਲ ਰਹੀ ਹੈ, ਜਿਹੜੀ ਸਰਕਾਰ ਕਹਿੰਦੀ ਸੀ ਕੋਈ ਘੱਟ ਮੈਂਬਰਾਂ ਦੀ ਟੀਮ ਬਣਾ ਲਓ, ਆਉਣ ਵਾਲੇ ਦਿਨਾਂ 'ਚ ਉਹ ਬਣ ਸਕਦੀ ਆ। ਜਿਵੇਂ 40 ਜਣੇ ਮੀਟਿੰਗ ਕਰਨ ਜਾਂਦੇ ਸੀ, ਉਹ 'ਚੋਂ ਘੱਟ ਵਾਲੀ ਬਣ ਸਕਦੀ ਆ। ਉਹ ਮੈਨੂੰ ਲੱਗਦਾ ਨਹੀਂ ਬਣਨੀ ਚਾਹੀਦੀ। ਮੈਂ ਸਾਫ਼ ਤੇ ਸਪਸ਼ਟ ਹਾਂਗਾ ਕਿ ਖੇਤੀ ਕਾਨੂੰਨ ਵਾਪਸੀ ਤੋਂ ਉਰੇ ਨਹੀਂ ਮੁੜਨਾ ਚਾਹੀਦਾ। ਜਿੱਡਾ ਲੋਕਾਂ ਦੇ ਵਿੱਚ ਜਜ਼ਬਾ, ਜਿੱਡਾ ਲੋਕਾਂ ਦੇ ਵਿੱਚ ਰੌਂਆਂ, ਕਿਸਾਨ ਆਗੂਆਂ ਨੂੰ ਸਟੈਂਡ ਕਰਨਾ ਚਾਹੀਦਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਅਸੀਂ ਨਹੀਂ ਮੰਨਣਾ। ਸੋ ਅੰਦੋਲਨ ਇਸ ਦਿਸ਼ਾ ਦੇ ਵਿੱਚ ਜਾ ਰਿਹਾ ਹੈਗਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਕਨਫਲਿਕਟ ਖੜਾ ਹੋਇਆ, ਅੱਜ ਕਨੂਪ੍ਰਿਆ ਨੇ ਵੀ ਇੱਕ ਬਿਆਨ ਜਾਰੀ ਕੀਤਾ ਗਾ। ਸੋ ਇਹ ਜਿਹੜਾ ਮਤਲਬ ਵਾਦ ਵਿਵਾਦ ਹੈ, ਇਹ ਸਾਰੇ ਖਤਮ ਹੋਣੇ ਚਾਹੀਦੇ ਨੇ। ਸਾਰਿਆਂ ਨੂੰ ਨਾਲ ਲੈਣਾ ਚਾਹੀਦਾ। ਜਿਹੜੇ ਸਰਟੀਫਿਕੇਟ ਪਿਛਲੇ ਦਿਨਾਂ ਦੇ ਵਿੱਚ ਆਪਣਿਆਂ ਨੂੰ ਵੰਡੇ ਗਏ, ਚਾਹੇ ਉਹ ਜਿਹੜਾ ਭੰਦੇਰ ਹੋਰਾਂ ਨੂੰ ਕਿਹਾ, ਚਾਹੇ ਉਹ SSS ਨੂੰ ਕਿਹਾ, ਚਾਹੇ ਉਹ DSO ਨੂੰ ਕਿਹਾ ਜਾਂ ਹੋਰਾਂ ਨੂੰ ਕਿਹਾ, ਉਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ। ਸੋ ਇਕਜੁੱਟਤਾ ਦੇ ਨਾਲ ਇਹ ਅੰਦੋਲਨ ਹੈਗਾ ਜਿਹੜਾ ਉਹ ਅੱਗੇ ਵਧਣਾ ਚਾਹੀਦਾ। ਬੜਾ ਸੁਖਾਵਾਂ ਮਾਹੌਲ ਹੈ। ਇਹ ਜਿਹੜੇ ਮਤਲਬ ਇਕੱਠ ਨੇ ਨਿੱਤ ਨਹੀਂ ਹੁੰਦੇ। ਇੱਕ ਬਹੁਤ ਸ਼ਾਨਦਾਰ ਤਰੀਕੇ ਦਾ ਇਕੱਠ ਆ ਜਿਹੜਾ ਉਹ ਹੋਇਆਗਾ। ਤਾਂ ਇਸ ਸਮੇਂ ਦੇ ਵਿੱਚ ਸਰਕਾਰ ਡਰੀ ਹੋਈ ਆ, ਜਿਸ ਤਰੀਕੇ ਦੇ ਉੱਤੇ ਉਤਰੀ ਆ ਵੀ ਕਿੱਲ ਗੱਡੀ ਜਾਂਦੀ ਆ, ਸੜਕਾਂ ਪੱਟੀ ਜਾਂਦੀ ਆ। ਇਹ ਸਾਡੇ ਅੰਦੋਲਨ ਦੀ ਜਿੱਤ ਹੈ। ਇੱਥੋਂ ਹੀ ਸਾਡੀ ਹੋਂਦ ਦਾ ਪਤਾ ਲੱਗਦਾ ਹੈ। ਹਕੀਕਤ ਇਹ ਹੈ ਕਿ ਸਾਡਾ ਅੰਦੋਲਨ 26 ਨੂੰ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਤਾਂ ਸ਼ੁਗਲ ਮੇਲਾ ਸੀ, ਗਿੱਲ ਸਾਹਿਬ ਬਦਾਮ ਖਾ ਕੇ ਮੁੜਦੇ ਰਹੇ ਆ ਸਾਡੇ ਲੋਕ। ਔਰ ਹੁਣ ਜਥੇਬੰਦੀਆਂ ਦੀ ਵੀ ਪਰਖ ਦੀ ਘੜੀ ਆ। ਹਰੇਕ ਬੰਦੇ ਨੇ ਜ਼ਿਲ੍ਹੇ ਪੱਧਰ ਦੇ ਉੱਤੇ 20 ਬੰਦੇ ਇਕੱਠੇ ਕਰਕੇ ਹੱਥ ਖੜਾ ਕਰਕੇ ਕਹਿੰਦਾ ਵੀ ਮੈਂ ਅੰਦੋਲਨ ਦਾ ਘਾੜਾ। ਹੁਣ ਪਤਾ ਲੱਗਦਾ ਨਾ ਖੜੂ ਕਿਹੜਾ। ਔਰ ਹੁਣ ਜਿਹੜਾ ਅਸਲੀ ਅੰਦੋਲਨ ਸ਼ੁਰੂ ਹੋਇਆ, ਔਰ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਚਾਹੀਦਾ। ਖੇਤੀ ਕਾਨੂੰਨਾਂ ਦੀ ਵਾਪਸੀ ਦਾ ਇੱਕੋ ਇੱਕ ਏਜੰਡਾ ਹੋਣਾ ਚਾਹੀਦਾ। ਔਰ ਟਕੈਤ ਵਰਗੇ ਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਆਜੋ ਸਾਂਝਾ ਅੰਦੋਲਨ ਲੜਾਂਗੇ। ਜੀ ਧੰਨਵਾਦ ਨਵਕਿਰਨ, ਬਹੁਤ ਬਹੁਤ। ਕੱਲ੍ਹ ਨੂੰ ਫੇਰ 9:15 ਤੇ ਤੁਹਾਡੇ ਨਾਲ ਗੱਲਬਾਤ ਹੋਏਗੀ ਤੇ ਖਿਆਲ ਰੱਖੋ, ਅਪਡੇਟ ਕਰਦੇ ਰਹੋ ਤੇ ਕੱਲ੍ਹ ਤੱਕ ਆਪਣਾ ਚੜ੍ਹਦੀ ਕਲਾ 'ਚ ਰਹਿਣਾ। ਨਿੱਘੀ ਯਾਦ ਤੇ ਕੱਲ੍ਹ ਨੂੰ ਸਵੇਰੇ ਗੱਲਬਾਤ ਕਰਦੇ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਤੇ ਸੈਗਮੈਂਟ ਦੇ ਸਪਾਂਸਰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਤਾਰ ਸਤਿੰਦਰਪਾਲ ਸਿੰਘ ਬਰਾੜ। ਖਬਰਾਂ ਤੋਂ ਬਾਅਦ ਸੁਖਵਿੰਦਰ ਸਿੰਘ, ਜਿਹੜੀ ਇੱਕ ਵਿਦਿਆਰਥੀ ਜਥੇਬੰਦੀਆਂ 7 ਤੇ ਪਹਿਲੇ ਦਿਨ ਦਾ ਸੁਖਵਿੰਦਰ ਸਿੰਘ ਬਾਰਡਰ ਤੇ ਹੈ, ਉਹਨਾਂ ਤੋਂ ਪੁੱਛਾਂਗੇ ਹਾਲਾਤ ਕੀ ਨੇ। ਜਦ ਸਿੰਘੂ ਜਾਂ ਸ਼ੰਭੂ ਤੋਂ ਹੀ ਮੋਰਚਾ ਸ਼ੁਰੂ ਹੋਇਆ, ਵਿਦਿਆਰਥੀ ਇਸ ਵਾਰ ਬਹੁਤ ਇਨਵੋਲਵ ਹੋਏ ਨੇ, ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ। ਤੇ ਉਹਨਾਂ ਤੇ ਸਰਕਾਰਾਂ ਨੇ ਤਾਂ ਕੀ ਕਰਨਾ ਹੈ, ਕਿਸਾਨ ਆਗੂਆਂ ਨੇ ਵੀ ਜ਼ਬਰ ਕੀਤਾ। ਉਹਨਾਂ ਨੂੰ ਕਿਹਾ ਚੱਕੋ ਸਮਾਨ ਆਪਣਾ, ਤੁਰਦੇ ਬਣੋ ਇੱਥੇ। ਵਿਦਿਆਰਥੀਆਂ ਦੀ ਜਥੇਬੰਦੀ ਇੱਕ ਸੱਥ ਦੇ ਨੁਮਾਇੰਦੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ। ਸਰਦਾਰ ਸੁਖਵਿੰਦਰ ਸਿੰਘ ਮੇਰੇ ਨਾਲ ਨੇ। ਇੱਕ ਵਿਦਿਆਰਥੀ ਤੋਂ, ਇੱਕ ਚੜ੍ਹਦੀ ਵਰੇਸ ਦੇ ਨੌਜਵਾਨ ਤੋਂ ਪੁੱਛਾਂਗੇ ਇਸ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਦੀ ਕੀ ਰਾਏ ਹੈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸਰਦਾਰ ਸੁਖਵਿੰਦਰ ਸਿੰਘ ਜੀ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਬਹੁਤ ਬਹੁਤ। ਅੱਛਾ, ਤੁਸੀਂ ਕਿੰਨੇ ਦਿਨਾਂ ਦੇ ਸਿੰਘੂ ਬਾਰਡਰ ਤੇ ਹੋ? ਜਦ 26 ਨਵੰਬਰ ਤੋਂ ਜਾਂ ਫਿਰ ਤੁਸੀਂ ਇੱਥੋਂ ਸ਼ੁਰੂ ਹੋਏ ਸ਼ੰਭੂ ਤੋਂ? ਨਹੀਂ, ਅਸੀਂ ਜਦੋਂ ਸ਼ੰਭੂ ਤੋਂ ਪਹਿਲਾਂ ਜਦੋਂ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਥੇਬੰਦੀਆਂ ਵੱਲੋਂ, ਆਈ ਥਿੰਕ 25 ਸਤੰਬਰ ਨੂੰ, ਤਾਂ ਉਦੋਂ ਤੋਂ ਹੀ ਜਿਹੜੀ ਇਨਵੋਲਵਮੈਂਟ ਆ ਸਾਡੀ, ਮਤਲਬ ਉਹ ਐਜੂਕੇਸ਼ਨ ਦੇ ਵਿੱਚ ਜਾਂ ਫਾਰਮਰ ਸਟਰਗਲ ਦੇ ਵਿੱਚ ਪੂਰੀ ਤਰ੍ਹਾਂ ਨਾਲ ਅਸੀਂ ਇਨਵੋਲਵ ਹਾਂ। ਤੇ ਜਿੱਥੇ ਵੀ ਜਿਹੜੇ, ਕਿਉਂਕਿ ਸਾਡੀਆਂ ਯੂਨੀਵਰਸਿਟੀਜ਼ ਬੰਦ ਸੀ ਕੋਵਿਡ ਕਾਰਨ, ਸਟੂਡੈਂਟਸ ਜਿਹੜੇ ਆ ਉਹ ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਉਹਨਾਂ ਦੇ ਪ੍ਰੋਟੈਸਟ ਜਿਹੜੇ ਆ ਅਰੇਂਜ ਜਾਂ ਆਰਗੇਨਾਈਜ਼ ਹੋਏ, ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਇਨਵੋਲਵਮੈਂਟ ਦਿੱਤੀ। ਸਿਰਫ ਸਾਡੀ ਜਥੇਬੰਦੀ ਨਹੀਂ, ਹੋਰ ਵੀ ਜਿੰਨੀਆਂ ਜਥੇਬੰਦੀਆਂ ਸਟੂਡੈਂਟਸ ਦੀਆਂ ਹੈਗੀਆਂ ਨੇ ਪੰਜਾਬ ਦੀਆਂ, ਉਹ ਸਾਰੀਆਂ ਨੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਇੱਕ ਇਨਵੋਲਵਮੈਂਟ ਸਟੂਡੈਂਟਸ ਦੀ ਸਾਰੀ ਮੂਵਮੈਂਟ 'ਚ ਰਹੀ ਆ, ਇਹਨੂੰ ਮੂਵਮੈਂਟ ਨੂੰ ਖੜਾ ਕਰਨ ਦੇ ਵਿੱਚ। ਤੇ ਅੱਜ ਜਿੱਥੇ ਮੂਵਮੈਂਟ ਹੈਗੀ ਆ, ਇੱਥੋਂ ਤੱਕ ਇਸ ਮੂਵਮੈਂਟ ਨੂੰ ਲੈ ਕੇ ਆਉਣ ਦੇ ਵਿੱਚ ਵਿਦਿਆਰਥੀਓ ਚੜ੍ਹਦੀ ਵਰੇਸ ਦੇ ਵਿੱਚੋਂ ਪੜ੍ਹਾਈ ਵੀ ਕਰ ਰਹੇ ਹੋ, ਕਿਸਾਨ ਪੰਜਾਬ ਦੀ ਹੋਂਦ ਦੇ ਲਈ ਵੀ ਚਿੰਤਤ ਹੋ।
ਹੁਣ ਤਜਰਬੇ ਦੇ ਵਿੱਚੋਂ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਜੇ ਰੂਪਮਾਨ ਕਰਨਾ ਹੋਵੇ ਸੁਣਨ ਵਾਲਿਆਂ ਨੂੰ, ਕਿਸ ਤਰ੍ਹਾਂ ਤੁਸੀਂ ਇਹਨੂੰ ਪ੍ਰਗਟਾਉਣਾ ਚਾਹੁੰਦੇ ਹੋ, ਕੀ ਮਹਿਸੂਸ ਕਰਦੇ ਹੋ? ਦੇਖੋ, ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜਿਹੜਾ ਇਹ ਸਾਰਾ ਐਜੀਟੇਸ਼ਨ ਆ, ਇਹ ਸਾਡੀ ਜਨਰੇਸ਼ਨ ਦਾ, ਜਿਹੜੀ ਸਾਡੀ ਜਨਰੇਸ਼ਨ ਆ ਉਹਦੇ ਲਈ ਇੱਕ ਸਭ ਤੋਂ ਵੱਡਾ ਐਜੀਟੇਸ਼ਨ ਆ ਜਿਹੜਾ ਉਹਨਾਂ ਨੇ ਦੇਖਿਆ ਆ। ਤੇ ਅਸੀਂ ਇਹ ਅਹਿਸਾਸ ਕਰਦੇ ਸੀ ਕਿ ਜਿਹੜਾ ਇਹ ਐਜੀਟੇਸ਼ਨ ਆ ਇਹ ਇੱਕ ਤਰ੍ਹਾਂ ਨਾਲ ਜਨਰੇਸ਼ਨਲ ਸ਼ਿਫਟ ਲੈ ਕੇ ਆਊਗਾ, ਜਨਰੇਸ਼ਨਲ ਸ਼ਿਫਟ ਪੋਲੀਟਿਕਸ ਦੇ ਵਿੱਚ ਵੀ, ਕਿ ਕੋਈ ਜਿਵੇਂ ਜਿਹੜੀ ਲੀਡਰਸ਼ਿਪ ਹੁੰਦੀ ਆ ਕਿ ਉਹ ਵੀ ਇੱਕ ਇਵੈਂਟ, ਮਤਲਬ ਜਿਹੜਾ ਕੋਈ ਵੱਡਾ ਇਵੈਂਟ ਜਿਵੇਂ ਆਉਂਦਾ ਆ ਤਾਂ ਉਹ ਇਵੈਂਟ ਜਿਹੜਾ ਉਹ ਚੇਂਜ ਲੈ ਕੇ ਆਉਂਦਾ ਆ। ਤਾਂ ਇਹ ਜਿਹੜਾ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਆ ਉਹਦੇ ਵਿੱਚ ਇਹ ਇਵੈਂਟ ਇੱਕ ਵੱਡਾ ਚੇਂਜ ਲੈ ਕੇ ਆਊਗਾ, ਜਿਹਦੇ ਨਾਲ ਕਿ ਜਿਹੜਾ ਇੱਕ ਜਿਹੜੀ ਜਿਵੇਂ ਬਾਗਡੋਰ ਆ ਸਿਆਸਤ ਦੀ, ਪੰਜਾਬ ਦੀ ਸਿਆਸਤ ਦੀ, ਉਹ ਜਿਹੜੀ ਨਵੀਂ ਜਨਰੇਸ਼ਨ ਆ, ਸਾਡੀ ਜਨਰੇਸ਼ਨ ਆ, ਉਹਦੇ ਕੋਲ ਇਹ ਨੈਚੁਰਲੀ ਸ਼ਿਫਟ ਹੋ ਗਈ ਆ ਹੁਣ। ਕਿਉਂਕਿ ਤੁਸੀਂ ਦੇਖੋ, ਇਹ ਸਾਰੀ ਜਿੰਨੀ ਇਹ ਐਜੀਟੇਸ਼ਨ ਆ, ਇਸ ਐਜੀਟੇਸ਼ਨ ਦੇ ਵਿੱਚ ਜਿਹੜਾ ਯੂਥ ਆ ਉਹਦਾ ਬਹੁਤ ਹਿਸਟੋਰਿਕ ਰੋਲ ਰਿਹਾ। ਬਲਕਿ ਇੱਥੋਂ ਤੱਕ ਆ ਕਿ ਜੇ ਆਪਾਂ ਦੇਖੀਏ ਕਿ ਐਜੀਟੇਸ਼ਨ ਨੂੰ, ਚਾਹੇ ਉਹ 26 ਨਵੰਬਰ ਦੀਆਂ ਘਟਨਾਵਾਂ ਹੁਣ ਦਿੱਲੀ ਤੱਕ ਲੈ ਕੇ ਆਉਣਾ ਹੋਵੇ, ਜਾਂ ਫਿਰ ਜਿੰਨਾ ਵੀ ਐਜੀਟੇਸ਼ਨ ਦੇ ਵਿੱਚ ਜਿਹੜਾ ਰੋਲ ਆ, ਜਿੱਥੇ ਮੇਨ ਇਵੈਂਟਸ ਹੁੰਦੇ ਆ ਉਹਦੇ ਵਿੱਚ ਯੂਥ ਅੱਗੇ ਲੱਗਿਆ। ਤੇ ਇਹ ਇੱਕ ਆਪਣੇ ਆਪ 'ਚ ਇਸ਼ਾਰਾ ਆ ਕਿ ਭਾਵੇਂ ਲੀਡਰਸ਼ਿਪ ਇਸ ਟਾਈਮ ਫੇਰ ਜਿਹੜੀ ਪੁਰਾਣੀ ਸਾਡੀ ਲੀਡਰਸ਼ਿਪ ਆ, ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਕੋਲ ਆ, ਪਰ ਜਿਹੜੀਆਂ ਇਵੈਂਟਸ ਦੀ ਲੀਡਰਸ਼ਿਪ ਆ ਜਾਂ ਮੌਕੇ, ਜਦੋਂ ਵੱਡੇ ਮੌਕੇ ਆਉਂਦੇ ਆ ਉਦੋਂ ਜਿਹੜੇ ਡਿਸੀਜ਼ਨ ਨੇ ਜਾਂ ਜੋ ਐਕਸ਼ਨ ਨੇ ਉਹ ਸਾਰਾ ਉਹ ਯੂਥ ਕਰ ਰਿਹਾ ਆ। ਤਾਂ ਇਹ ਆਪਣੇ ਆਪ 'ਚ ਜਿਹੜਾ ਮਤਲਬ ਇਹ ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਇਵੈਂਟ ਆ, ਸਿਰਫ ਏਸ਼ੀਆ 'ਚ ਵੀ, ਮਤਲਬ ਅਸੀਂ ਪੰਜਾਬ ਦੀ ਪੋਲਿਟਿਕਸ ਨੂੰ ਦੇਖੀਏ ਤੇ ਨਾਲ ਏਸ਼ੀਆ 'ਚ ਵੀ, ਜਿੱਥੇ ਮਤਲਬ ਜਨਰੇਸ਼ਨਲ ਸ਼ਿਫਟ ਇਸ ਐਜੀਟੇਸ਼ਨ ਤੋਂ ਬਾਅਦ ਆਉਣਾ ਸੁਭਾਵਿਕ ਆ ਕਿ ਇੱਕ ਨਵੀਆਂ ਸਪੇਸਿਸ ਬਣ ਗਈਆਂ ਯੂਥ ਦੇ ਲਈ, ਕਿ ਉਹ ਹੁਣ ਜਿਹੜਾ ਇੱਕ ਨਵੇਂ ਆਈਡੀਆਜ਼ ਨੇ ਉਹ ਹੁਣ ਪੋਲੀਟਿਕਸ ਦੇ ਵਿੱਚ ਤੇ ਸੁਸਾਇਟੀ ਦੇ ਹੋਰ ਸੈਕਸ਼ਨਸ ਦੇ ਵਿੱਚ ਉਹ ਹੁਣ ਸਾਡੇ ਸਾਹਮਣੇ ਮਤਲਬ ਦੇਖਣ ਨੂੰ ਮਿਲੂਗਾ ਕਿ ਉਹ ਯੂਥ ਹੁਣ ਡਿਸਾਈਡ ਕਰੂਗਾ ਕਿ ਉਹ ਅਗਲਾ ਜਿਹੜਾ ਵਰਤਾਰਾ ਆ ਸਾਰਾ ਇਸ ਐਜੀਟੇਸ਼ਨ ਤੋਂ ਬਾਅਦ ਦਾ, ਉਹ ਕਿਹੋ ਜਿਹਾ ਮਤਲਬ ਜਿਹੜਾ ਸੁਸਾਇਟੀ ਦਾ ਜਾਂ ਪੋਲੀਟਿਕਸ ਦਾ ਉਹ ਰਹਿਣ ਵਾਲਾ ਹੈ। ਅੱਛਾ ਸੁਖਵਿੰਦਰ ਸਿੰਘ, ਜਿਹੜੀ ਇੱਕ ਮੇਰੇ ਕੋਲ ਥੋੜਾ ਜਿਹਾ ਸਮਾਂ ਘੱਟ ਹੈ ਤੇ ਮੈਂ ਤੁਹਾਨੂੰ ਵੱਧ ਪੁੱਛਣਾ ਚਾਹੁੰਦਾ। ਇੱਕ ਬਾਹਰ ਇੱਥੇ ਸਕੂਲ ਆਫ ਥਾਟ ਇਹ ਚੱਲ ਰਿਹਾ ਹੈ ਕਿ ਇਸ ਸੰਘਰਸ਼ ਦੇ ਵਿੱਚ ਧਰਮ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਇਹਨੂੰ ਕਿਸਾਨੀ ਮੋਰਚੇ ਦੇ ਤੌਰ ਤੇ ਹੀ ਕਰਨਾ ਚਾਹੀਦਾ, ਇਹਨੂੰ ਸਿੱਖਾਂ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚ ਵੰਡਣਾ ਨਹੀਂ ਚਾਹੀਦਾ। ਤੇ ਉਹਦੇ ਤੇ ਜੂਨੀਅਰ ਨੇਤਾਵਾਂ ਨੇ ਵਕਤ ਸਮੇਂ ਤੇ ਜਿਹੜਾ ਕੁਛ ਕਿਹਾ, ਤੁਹਾਨੂੰ ਪਤਾ, ਤੁਸੀਂ ਉੱਥੇ ਹੋ। ਤੇ ਪਿਛਲੇ 26 ਤੋਂ ਬਾਅਦ ਉੱਥੋਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਗਿਆ ਸਮਾਨ ਚੱਕੋ ਤੇ ਇੱਥੋਂ ਤਿੱਤਰ ਹੋਵੋ। ਤੁਸੀਂ ਇੱਕ ਸਿੱਖ ਨੌਜਵਾਨ ਹੋ, ਵਿਦਿਆਰਥੀ ਤੁਹਾਡੀ ਜਥੇਬੰਦੀ ਸੱਥ ਦੇ ਵਿੱਚ ਨੌਨ ਸਿੱਖ ਵੀ ਹੋਣੇ ਨੇ, ਇਸ ਨੂੰ ਕਿਵੇਂ ਵਿਦਿਆਰਥੀ ਲੈਂਦੇ ਨੇ ਜਦ ਨੇਤਾ ਇਹ ਗੱਲ ਕਹਿੰਦੇ ਨੇ ਵੀ ਇੱਥੇ ਲਾਓ ਨਾ, ਆਪਣੇ ਜਿਹੜੇ ਜਕਾਰੇ ਨਾ ਲਾਓ, ਇੱਥੋਂ ਖਾਲਸਾਈ ਨਿਸ਼ਾਨ ਲੈ ਜਾਓ? ਇਹਦੇ ਬਾਰੇ ਤੁਸੀਂ ਕੀ ਸੋਚਦੇ? ਜਿਹੜੀ ਇਹ ਗੱਲ ਆ, ਇਹ ਜਿਹੜੇ ਲੀਡਰਸ ਨੇ ਇਹ ਸਟੇਟਮੈਂਟਸ ਦਿੱਤੀਆਂ ਉਹਨਾਂ ਦੇ ਭੁਲੇਖੇ ਇਹ ਐਜੀਟੇਸ਼ਨ ਦੇ ਵਿੱਚ ਨਿਕਲ ਚੁੱਕੇ ਆ ਕਿ ਜਿਹੜੇ ਕਹਿੰਦੇ ਸੀ ਕਿ ਧਰਮ ਨੂੰ ਬਾਹਰ ਰੱਖੋ। ਐਕਚੁਅਲੀ ਧਰਮ ਨੂੰ ਲੋਕਾਂ ਦੇ ਕਿਸੇ ਵੀ ਸੰਘਰਸ਼ ਦੇ ਵਿੱਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ, ਤੇ ਜਿਸ ਖਿੱਤੇ 'ਚ ਐਜੀਟੇਸ਼ਨ ਹੋ ਰਹੀ ਆ ਉਸ ਖਿੱਤੇ 'ਚ ਤਾਂ ਕਦੇ ਵੀ ਧਰਮ ਨੂੰ ਲੋਕਾਂ ਦੀ ਜ਼ਿੰਦਗੀ 'ਚੋਂ ਮਨਫੀ ਕੀਤਾ ਹੀ ਨਹੀਂ ਜਾ ਸਕਦਾ। ਹੁਣ ਕਿਉਂਕਿ ਧਰਮ ਲੋਕਾਂ ਦੀ ਜਿਹੜਾ ਮਤਲਬ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ, ਜੇ ਉਹ ਅੱਜ ਐਜੀਟੇਸ਼ਨ ਲੜ ਹੀ ਰਹੇ ਆ ਤਾਂ ਇਸ ਖਿੱਤੇ 'ਚ ਐਜੀਟੇਸ਼ਨ ਕਿਸੇ ਨਾ ਕਿਸੇ ਹਿਸਟਰੀ ਤੋਂ ਹੀ ਆਪਣੀ ਮਤਲਬ ਜਿਹੜੀ ਚੇਤਨਾ ਜਾਂ ਆਪਣਾ ਜਜ਼ਬਾ ਲੈਂਦੀ ਆ। ਤਾਂ ਇਸ ਖਿੱਤੇ ਦੇ ਵਿੱਚ ਜਿਹੜੀ ਉਹ ਚੇਤਨਾ ਜਾਂ ਜਜ਼ਬਾ ਜੇ ਕਿਸੇ ਮਤਲਬ ਥੋੜ ਚੋਂ ਆਉਂਦਾ ਆ, ਕਿਸੇ ਗਵਰਨਮੈਂਟ ਦੀ ਜਿਹੜੀ ਜਬਰ ਆ ਜਾਂ ਕਿਸੇ ਦਾ ਧੱਕਾ ਆ ਉਹਦੇ ਖਿਲਾਫ ਲੜਨ ਦਾ, ਤਾਂ ਉਹ ਸਭ ਤੋਂ ਵੱਡਾ ਜਜ਼ਬਾ ਹੀ ਧਰਮ ਚ ਆਉਂਦਾ ਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਆ ਜਾਂ ਸਾਰਾ ਸਿੱਖ ਧਰਮ ਦਾ ਜਿਹੜਾ ਇੱਥੇ ਇੱਕ ਵਹਿਣ ਵਿਆ ਆ ਇਸ ਖਿੱਤੇ ਦੇ ਵਿੱਚ ਵੀ ਤੁਸੀਂ ਦੇਖੋ ਮੋਦੀ ਗਵਰਨਮੈਂਟ ਹੈ ਜਿਹੜੀ ਉਹ ਵਾਰ-ਵਾਰ ਉਹਨੇ ਹਰ ਇੱਕ ਸੁਸਾਇਟੀ ਦੇ ਹਰ ਇੱਕ ਸੈਕਸ਼ਨ ਦੇ ਖਿਲਾਫ ਉਹ ਗਲਤ ਫੈਸਲੇ ਲੈ ਕੇ ਆਈ, ਉਹਨੇ ਜਬਰ ਕੀਤਾ। ਪਰ
ਜਦੋਂ ਪੰਜਾਬ ਦੇ ਉੱਤੇ ਖਾਸ ਕਰਕੇ, ਕਿਉਂਕਿ ਪੰਜਾਬ ਦੀ ਸੁਸਾਇਟੀ ਐਗਰੀਰੀਅਨ ਸੁਸਾਇਟੀ ਆ ਤੇ ਪੰਜਾਬ ਦੀ ਐਗਰੀਰੀਅਨ ਸੁਸਾਇਟੀ ਦੇ ਵਿੱਚੋਂ ਵੀ ਵੱਡਾ ਸੈਕਸ਼ਨ ਉਹ ਸਿੱਖ ਸੈਕਸ਼ਨ ਆ, ਤੇ ਜਦੋਂ ਉਹਨਾਂ ਦੇ ਉੱਤੇ ਅਟੈਕ ਮੋਦੀ ਗਵਰਨਮੈਂਟ ਨੇ ਕੀਤਾ ਤਾਂ ਸਭ ਤੋਂ ਵੱਧ ਰਿਟੈਲੀਏਸ਼ਨ ਜਿਹੜੀ ਆ ਇੱਥੋਂ ਮਿਲੀ ਆ। ਤਾਂ ਉਹ ਜਿਹੜਾ ਮਤਲਬ ਜਿਹੜੇ ਇੱਥੋਂ ਦੇ ਹੁਣ ਕਿਸਾਨ ਵੀ ਤੁਸੀਂ ਦੇਖੋ ਆਲ ਓਵਰ ਦੀ ਇੰਡੀਆ ਫਾਰਮਰਸ ਹੈਗੇ ਆ, ਪਰ ਕਿਤੋਂ ਵੀ ਇਸ ਤਰ੍ਹਾਂ ਦੀ ਮੂਵਮੈਂਟ ਨਹੀਂ ਉੱਠੀ ਜਿੰਨੀ ਪੰਜਾਬ 'ਚ ਉੱਠੀ ਆ। ਮਤਲਬ ਹਰਿਆਣਾ ਵੀ ਇਹ ਗੱਲ ਕਹਿ ਰਿਹਾ ਕਿ ਪੰਜਾਬ ਨੇ ਇਸ ਮੂਵਮੈਂਟ ਨੂੰ ਖੜਾ ਕੀਤਾ ਤੇ ਪੰਜਾਬ ਸਾਡਾ ਵੱਡਾ ਭਾਈ ਆ। ਤਾਂ ਪੰਜਾਬ 'ਚੋਂ ਜੇ ਐਡੀ ਵੱਡੀ ਮੂਵਮੈਂਟ ਉੱਠੀ ਆ ਤਾਂ ਉਹਦਾ ਕਾਰਨ ਇਹ ਆ ਕਿ ਕਿਸਾਨ ਤਾਂ ਸਭ ਜਗ੍ਹਾ ਤੇ ਆ, ਪਰ ਸ਼ਾਇਦ ਸਿੱਖ ਸਭ ਜਗ੍ਹਾ ਤੇ ਨਹੀਂ ਆ। ਤਾਂ ਉਹ ਜਿਹੜਾ ਮਤਲਬ ਜਿਹੜਾ ਉਹ ਜਜ਼ਬਾ ਮਤਲਬ ਲੈ ਕੇ ਉੱਠੇ ਨੇ, ਤਾਂ ਆਪਣੇ ਉਸ ਜਜ਼ਬੇ ਨੂੰ ਜਾਂ ਆਪਣੀਆਂ ਜਿਹੜੀਆਂ ਉਹ ਰਿਲੀਜੀਅਸ ਵੈਲਿਊਜ਼ ਆ ਉਹਨਾਂ ਨੂੰ ਛੱਡ ਨਹੀਂ ਸਕਦੇ। ਇਸ ਐਜੀਟੇਸ਼ਨ 'ਚ ਜਦੋਂ ਵੀ ਤੁਸੀਂ ਦੇਖੋ ਜਿਹੜੇ ਨੋਨ ਸਿੱਖ ਵੀ ਆਉਂਦੇ ਆ ਉਹ ਵੀ ਬੋਲੇ ਸੋਨੇ ਹਾਲ ਦਾ ਜਕਾਰਾ, ਭਾਵੇਂ ਕਿ ਜਿਹੜੀ ਇੱਥੋਂ ਦੀ ਸਟੇਜ ਆ ਜਿਹੜੀ ਇਸ ਐਜੀਟੇਸ਼ਨ ਦੀ ਉਹ ਲੈਫਟ ਦੀਆਂ ਆਰਗੇਨਾਈਜੇਸ਼ਨਸ ਦੇ ਥੱਲੇ ਆ, ਕਿਉਂਕਿ ਜ਼ਿਆਦਾਤਰ ਫਾਰਮਰ ਯੂਨੀਅਨਸ 'ਚ ਲੈਫਟ ਸਪੋਰਟ ਜਿਹੜਾ ਆ ਪ੍ਰਵੇਲ ਕਰਦਾ ਆ ਕਮਿਊਨਿਸਟਾਂ ਦਾ। ਪਰ ਇਸ ਜਿਹੜੀ ਸਟੇਜ ਆ ਸਿੰਘੂ ਬਾਰਡਰ ਤੇ ਉਹ ਵੀ ਤੁਸੀਂ ਦੇਖੋ ਉੱਥੋਂ ਜਿਹੜੇ ਹੁਣ ਲੈਫਟ ਦੇ ਲੀਡਰਸ ਆ ਉਹ ਵੀ ਮਜਬੂਰ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਨੂੰ ਤੇ ਜਕਾਰੇ ਲਾਉਣ ਨੂੰ। ਤਾਂ ਇਸ ਕਰਕੇ ਜਿਹੜਾ ਉਹ ਧਰਮ ਵਾਲਾ ਜਿਹੜਾ ਨੈਰੇਟਿਵ ਸੀ ਜਿਹਨੂੰ ਉਹ ਕਹਿੰਦੇ ਸੀ ਕਿ ਧਰਮ ਨੂੰ ਛੱਡ ਕੇ ਆਓ, ਉਹ ਗੱਲਾਂ ਪੋਸੀਬਲ ਨਹੀਂ ਆ। ਤੇ ਉਹ ਪਹਿਲਾਂ ਉਹਨਾਂ ਨੇ ਸੋਚਿਆ ਸੀ ਕਿ ਕਹਿਣ ਦੀ ਗੱਲ ਕੀਤੀ, ਪਰ ਹੁਣ ਕਹਿਣੋਂ ਹਟ ਗਿਆ ਕਿਉਂਕਿ ਲੋਕ ਧਰਮ ਕਿਉਂ ਜਜ਼ਬਾ ਲੈ ਕੇ ਜਿਹੜਾ ਇਸ ਜ਼ਾਲਮ ਹਕੂਮਤ ਜਾਂ ਇਸ ਗਵਰਨਮੈਂਟ ਦੇ ਖਿਲਾਫ ਲੜ ਰਹੇ ਆ। ਅੱਛਾ ਸੁਖਵਿੰਦਰ, ਦੂਜੀ ਗੱਲ ਹਾਂਜੀ ਹਾਂ ਤੁਸੀਂ ਕੰਪਲੀਟ ਕਰੋ। ਹਾਂਜੀ ਹਾਂ, ਕਿ ਤੁਸੀਂ ਜਿਹੜੀ ਸਟੂਡੈਂਟਸ ਦੀ ਗੱਲ ਕਹੀ ਆ ਕਿ ਸਟੂਡੈਂਟਸ ਨੂੰ ਅਟੈਕ ਕੀਤਾ ਜਾ ਰਿਹਾ ਜਾਂ ਇਹ ਦੇਖੋ ਜਿਵੇਂ ਸਾਡੀ ਆਰਗੇਨਾਈਜੇਸ਼ਨ ਆ ਸੱਤ ਬੇਸਿਕਲੀ ਸਾਡਾ ਤਾਂ ਥੋਟ ਇਹੋ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਥੋਟ ਆ ਉਹਨੂੰ ਮੰਨਣ ਵਾਲਾ ਕੋਈ ਵੀ ਬੰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕੀਦਾ ਰੱਖਣ ਵਾਲਾ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਵੇ ਤਾਂ ਉਹ ਸਾਡਾ ਪਾਰਟ ਬਣ ਸਕਦਾ ਹੈ, ਕੋਈ ਵੀ ਸਟੂਡੈਂਟ। ਤਾਂ ਮਤਲਬ ਇਹ ਆ ਕਿ ਅਸੀਂ ਤਾਂ ਰਿਲੀਜੀਅਸ ਬਾਈਂਡਿੰਗਸ ਲਾਉਂਦੇ ਹੀ ਨਹੀਂ ਆ, ਪਰ ਕਈ ਆਰਗੇਨਾਈਜੇਸ਼ਨਸ ਇਹੋ ਜਿਹੀਆਂ ਵੀ ਹੈਗੀਆਂ ਨੇ ਜਿਹੜੀਆਂ ਰਿਲੀਜੀਅਸ ਬਾਈਂਡਿੰਗਸ ਲਾਉਂਦੀਆਂ ਨੇ। ਜਿਵੇਂ ਜ਼ਿਆਦਾਤਰ ਇਹ ਜਿਹੜਾ ਸੈਕੂਲਰ ਥੋਟ ਜਾਂ ਜਿਹੜਾ, ਕਿਉਂਕਿ ਤੁਸੀਂ ਜਿੱਥੇ ਰਹਿ ਰਹੇ ਹੋ ਵੈਸਟਰਨ ਸੁਸਾਇਟੀ ਦੇ ਵਿੱਚ, ਇੱਥੇ ਰਿਲੀਜਨ ਨੂੰ ਜਿਵੇਂ ਮਤਲਬ ਲਿਆ ਗਿਆ ਸਾਰਾ ਮਤਲਬ ਇੱਥੋਂ ਦੀ ਸਕੂਲ ਆਫ ਥੋਟਸ ਦੇ ਵਿੱਚ, ਤੇ ਵੀ ਰਿਲੀਜੀਅਸ ਜਿਹੜਾ ਤੁਹਾਨੂੰ ਬੰਨ੍ਹ ਕੇ ਰੱਖ ਦਿੰਦਾ, ਤੁਹਾਨੂੰ ਤੁਹਾਡੀ ਸੋਚ ਨੂੰ ਸੰਗੇੜ ਦਿੰਦਾ। ਪਰ ਸਿੱਖੀ ਦਾ ਜਿਹੜਾ ਮਤਲਬ ਥੋਟ ਆ ਤਾਂ ਉਹ ਤਾਂ ਤੁਹਾਨੂੰ ਤੁਹਾਡੀ ਸੋਚ ਨੂੰ ਵਿਸ਼ਾਲ ਕਰ ਦਿੰਦਾ ਆ। ਉਹ ਤੁਹਾਡੀ ਸੋਚ ਨੂੰ ਏਡਾ ਵਿਸ਼ਾਲ ਕਰਨ ਦਾ ਕਿ ਕੋਈ ਵੀ ਕਿਸੇ ਵੀ ਮਤਲਬ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ ਨਾ ਗੁਰਬਾਣੀ ਦਾ, ਤਾਂ ਮਤਲਬ ਸਾਡੇ ਉਹ ਸੰਕੀਰਨਤਾ ਨਹੀਂ ਆ। ਉਹੀ ਚੀਜ਼ ਇੱਥੇ ਵੀ ਦੇਖਣ, ਇਸ ਐਜੀਟੇਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਕਿ ਜੇ ਸਿੱਖ ਲੀਡ ਕਰ ਰਹੇ ਆ ਇਸ ਐਜੀਟੇਸ਼ਨ ਨੂੰ ਤਾਂ ਉਹ ਆਪਣੇ ਰਿਲੀਜਨ ਨੂੰ ਵੀ ਨਾਲ ਰੱਖ ਰਹੇ ਆ, ਪਰ ਉਹ ਨਾਲ ਦੀ ਨਾਲ ਉਹ ਸੰਕੀਰਨ ਵੀ ਨਾ ਆ ਕਿ ਦੂਜੇ ਰਿਲੀਜਨ ਵੀ ਜਿਹੜੇ ਆ ਉਹ ਆਪਣੀ ਜਿਹੜੀ ਰਿਲੀਜੀਅਸ ਆਈਡੈਂਟਿਟੀ ਆ ਉਹਨੂੰ ਨਾਲ ਲੈ ਕੇ ਜਾ ਸਕਦੇ ਆ। ਉੱਥੇ ਤੁਸੀਂ ਦੇਖੋ ਤੇ ਮੁਸਲਿਮਸ ਨੇ ਜਿਹੜੇ ਉਹ ਆਪਣੀਆਂ ਮਤਲਬ ਰਿਲੀਜੀਅਸ ਪ੍ਰੈਕਟਿਸਿਸ ਕਰਦੇ ਵੀ ਐਜੀਟੇਸ਼ਨ ਦਾ ਪਾਰਟ ਨੇ। ਇਸੇ ਤਰ੍ਹਾਂ ਉੱਥੇ ਹਿੰਦੂਸ ਵੀ ਜਿਹੜੇ ਆ ਉਹ ਵੀ ਆਪਣੀਆਂ ਰਿਲੀਜੀਅਸ ਪ੍ਰੈਕਟਿਸਿਸ ਕਰ ਰਹੇ ਆ ਉਸ ਐਜੀਟੇਸ਼ਨ ਦੇ ਵਿੱਚ। ਉਹ ਯੱਗ ਵੀ ਕਰਦੇ ਆ, ਮਤਲਬ ਹਵਨ ਵੀ ਕਰਦੇ ਆ ਨਾ। ਤਾਂ ਮਤਲਬ ਜਿਹੜਾ ਉਹ ਲੈਫਟ ਦਾ ਥੋਟ ਸੀ, ਭਾਵੇਂ ਉਹ ਲੈਫਟ ਕਿਤੇ ਨਾ ਕਿਤੇ ਪੋਲੀਟੀਕਲੀ ਲੀਡ ਕਰ ਰਿਹਾ ਇਸ ਐਜੀਟੇਸ਼ਨ ਨੂੰ, ਉਹਨਾਂ ਦੇ ਮਤਲਬ ਉਹਨਾਂ ਦੀਆਂ ਜਥੇਬੰਦੀਆਂ ਵੱਧ ਹੋ ਸਕਦੀਆਂ, ਪਰ ਜਿਹੜੇ ਲੋਕ ਨੇ ਉਹ ਲੋਕ ਲੈਫਟ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨਹੀਂ ਆ ਤੇ ਉਹ ਲੋਕ ਰਿਲੀਜੀਅਸ ਨੇ, ਕਿਉਂਕਿ ਲੈਫਟ ਰਿਲੀਜਨ ਨੂੰ ਮੰਨਦਾ ਨਹੀਂ ਆ। ਇਹ ਕੰਟਰਾਡਿਕਸ਼ਨ ਇੱਥੇ ਐਜੀਟੇਸ਼ਨ 'ਚ ਜ਼ਰੂਰ ਆ। ਉਹ ਕਈ ਵਾਰ ਪਹਿਲਾਂ ਸ਼ੁਰੂ 'ਚ ਦਿਖੀ ਵੀ ਆ ਕਿ ਲੈਫਟ ਨੇ ਅਸਰਟ ਕਰਨ ਦੀ ਕੋਸ਼ਿਸ਼ ਕੀਤੀ ਕਿ ਧਰਮ ਨੂੰ ਨਾ ਲੈ ਕੇ ਆਓ, ਪਰ ਫਿਰ ਉਹਨਾਂ ਦੀ ਲੀਡਰਸ਼ਿਪ ਇਸ ਗੱਲ ਨੂੰ ਸਮਝ ਗਈ ਆ ਕਿ ਅਸੀਂ ਮਤਲਬ ਭਾਵੇਂ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ ਜ਼ਰੂਰ ਕਾਬਜ਼ ਹਾਂ, ਪਰ ਅਸੀਂ ਲੋਕਾਂ ਦੇ ਮਨਾਂ 'ਚੋਂ ਰਿਲੀਜਨ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਜਾਂ ਕਹਾਂਗੇ ਕਿ ਰਿਲੀਜਨ ਛੱਡ ਦਿਓ, ਉਹ ਨਹੀਂ ਨਿਕਲਣਾ ਆ। ਤਾਂ ਇਸ ਕਰਕੇ ਹੁਣ ਸ਼ਾਇਦ ਇਹ ਇਸ਼ੂ ਰਿਹਾ ਹੀ ਨਹੀਂ ਆ। ਸੁਖਵਿੰਦਰ, 26 ਤਰੀਕ ਦੀ ਜਿਹੜੀ ਘਟਨਾ ਉਹਦੇ ਤੇ ਬਹੁਤ ਅਲੱਗ-ਅਲੱਗ ਵਿਚਾਰ ਨੇ। ਕੋਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਕਰ ਰਿਹਾ, ਕੋਈ ਪੰਨੂ ਤੇ ਪੰਧੇਰ ਉਹਨਾਂ ਨੂੰ ਕਰ ਰਿਹਾ। ਹੁਣ ਗੱਲਾਂ ਇਹ ਚੱਲ ਰਹੀਆਂ ਨੇ ਕਿ ਇਹਨਾਂ ਨੇ ਸਟੇਜ ਛੱਡਤੀ ਜਥੇਬੰਦੀਆਂ ਨੇ ਤਾਂ ਇਹ ਗੱਲ ਹੋਈ। ਉਸ ਤੋਂ ਬਾਅਦ ਟਕੈਤ ਦਾ ਉੱਭਰਨਾ, ਟਕੈਤ ਦਾ ਰਾਜਨੀਤੀ ਵਾਲੇ ਪਾਸੇ ਬਹੁਤ ਜਾਣਾ। ਇਸ ਨੂੰ ਤੁਸੀਂ ਆਹ ਜਿਹੜਾ ਐਟ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਆ ਇਹਨੂੰ ਅਖੀਰ ਦੇ 2.5 ਮਿੰਟ ਨੇ ਮੇਰੇ ਕੋਲ, ਤੁਸੀਂ ਕੰਟੀਨਿਊ ਇਸ ਨੂੰ ਸਮ ਅਪ ਕਰਿਓ, ਕਿਵੇਂ ਸੋਚਦੇ ਹੋ? ਦੇਖੋ ਜਿਹੜਾ 26 ਤਰੀਕ ਦਾ ਇਵੈਂਟ ਹੋਇਆ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਾਡੀ ਆਰਗੇਨਾਈਜੇਸ਼ਨ ਦਾ ਇਹ ਸਟੈਂਡ ਸੀ। ਅਸੀਂ ਜਥੇਬੰਦੀਆਂ ਨੇ ਕਲੀਅਰ ਵੀ ਕੀਤਾ ਸੀ ਕਿ 26 ਤਰੀਕ ਦਾ ਪ੍ਰੋਗਰਾਮ ਜਥੇਬੰਦੀਆਂ ਨੇ ਗਲਤ ਕਾਲ ਕੀਤਾ, ਕਿ
ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਆ ਇਹ ਸ਼ਾਇਦ ਇੰਨੀ ਸਮਰੱਥ ਨਹੀਂ ਆ ਜਿਹੜੀ ਲੀਡ ਕਰ ਰਹੀ ਹੈ ਯੂਨੀਅਨ ਦੀ, ਕਿ ਉਹ ਐਡੇ ਵੱਡੇ ਇਵੈਂਟ ਨੂੰ ਕੰਟਰੋਲ ਕਰ ਸਕਣਗੇ ਤੇ ਲੋਕਾਂ ਨੂੰ ਉਸ ਪੱਧਰ ਤੇ ਲਿਜਾ ਕੇ। ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਕੋਈ ਹੋਰ ਪ੍ਰੋਗਰਾਮ ਦਿਓ, ਪਰ ਉਹ ਆਪਣੇ ਪ੍ਰੋਗਰਾਮ ਤੇ ਕਾਇਮ ਰਹੇ। ਤੇ ਜਦੋਂ 26 ਦੇ ਆਉਂਦਿਆਂ ਉਹਨਾਂ ਨੇ ਉਹ ਦਿਚਿੱਤੀ ਪੈਦਾ ਕਰਤੀ ਲੋਕਾਂ ਨੂੰ, ਤੇ ਉਸ ਦਿਚਿੱਤੀ ਦਾ ਕਾਰਨ ਇਹ ਹੋਇਆ ਕਿ 26 ਦੇ ਇਵੈਂਟ ਜਿਹੜੇ ਅਨਕੰਟਰੋਲਡ ਹੋ ਗਏ। ਤੇ ਅਨਕੰਟਰੋਲਡ ਇਸ ਢੰਗ ਨਾਲ ਹੋਏ ਕਿ ਉਹ ਜਿਹੜੀ ਸੰਗਤ ਆ ਜਾਂ ਲੋਕ ਆ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹ ਆਪਣੇ ਵੇਗ 'ਚ ਚੱਲਦੇ ਗਏ। ਤੇ ਲਾਲ ਕਿਲ੍ਹੇ ਦੇ ਨਾਲ ਹਿਸਟੋਰੀਕਲ ਜਿਵੇਂ ਦਾ ਇੱਕ ਲੋਕਾਂ ਦਾ ਭਾਵ ਜੁੜਿਆ, ਖਾਸ ਕਰਕੇ ਸਿੱਖਾਂ ਦਾ, ਤੇ ਉਹ ਜਿਹੜਾ ਵਾਰ-ਵਾਰ ਸਟੇਜਾਂ ਤੋਂ ਵੀ ਨੈਰੇਟਿਵ ਸੈੱਟ ਕੀਤਾ ਗਿਆ ਸੀ ਕਿ ਲਾਲ ਕਿਲ੍ਹੇ ਤੇ ਝੰਡਾ ਚੜਾਇਆ ਜਾਣਾ ਕਿਸਾਨੀ ਦਾ ਜਾਂ ਹੋਣਾ। ਜਦੋਂ ਯੂਥ ਅਨਕੰਟਰੋਲਡ ਹੋ ਗਿਆ, ਉਹਦੇ ਕੋਲ ਕੋਈ ਲੀਡਰ ਨਹੀਂ ਰਿਹਾ, ਲੀਡਰਲੈਸ ਹੋਇਆ, ਤਾਂ ਉਹਨਾਂ ਨੇ ਉਹੀ ਜਿਹੜਾ ਉਹਨਾਂ ਦੇ ਦਿਲ 'ਚ ਉਕਰੀ ਹੋਈ ਚੀਜ਼ ਸੀ ਉਹਦਾ ਪ੍ਰਗਟਾਵਾ ਕੀਤਾ ਤੇ ਉੱਥੇ ਜਿਹੜਾ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਜਿਹੜਾ ਝੁਲਿਆ। ਪਰ ਜਿਹੜਾ ਉੱਥੇ ਨੈਰੇਟਿਵ ਸੈੱਟ ਕੀਤਾ ਗਿਆ ਕਿ ਤਿਰੰਗੇ ਦੀ ਬੇਹੁਰਮਤੀ ਕੀਤੀ ਆ, ਉਹੋ ਜਿਹਾ ਕੁਛ ਨਹੀਂ ਵਾਪਰਿਆ। ਤਿਰੰਗਾ ਜਿਹੜਾ ਆਪਣੀ ਜਗ੍ਹਾ ਤੇ ਸਟਿਲ ਸੀ। ਉੱਥੇ ਸਾਰੀ ਦੁਨੀਆ ਨੇ ਦੇਖਿਆ ਕਿ ਉਹਨਾਂ ਨੇ ਖਾਲੀ ਫਲੈਗ ਪੋਸਟ ਤੇ ਜਿਹੜਾ ਆ ਉਹ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਲਾਇਆ। ਉਹ ਤੋਂ ਬਾਅਦ ਜਥੇਬੰਦੀਆਂ ਨੇ ਓਨ ਕਰਨ ਦੀ ਥਾਂ, ਆਪਣੇ ਲੋਕਾਂ ਨੂੰ ਓਨ ਕਰਨ ਦੀ ਥਾਂ ਇੱਕ ਜੋ ਬਹੁਤ ਵੱਡਾ ਬਲੰਡਰ ਕੀਤਾ ਤੇ ਉਹਨਾਂ ਨੇ ਆਪਣੇ ਜਿਹੜਾ ਇੰਡੀਅਨ ਮੀਡੀਆ, ਜਿਹਨੂੰ ਵਾਰ-ਵਾਰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਜਿਹੜਾ ਉਸ ਗੋਦੀ ਮੀਡੀਆ ਨੇ ਉਸ ਇਵੈਂਟ ਬਾਰੇ ਨੈਰੇਟਿਵ ਸੈੱਟ ਕੀਤਾ, ਉਸੇ ਨੈਰੇਟਿਵ ਨੂੰ ਸਾਡੀਆਂ ਯੂਨੀਅਨਸ ਤੇ ਲੀਡਰਸ ਨੇ ਆਪਣੀ ਸਟੇਜ ਤੋਂ ਬੋਲਣਾ ਸ਼ੁਰੂ ਕਰਤਾ ਕਿ ਆਪਣੇ ਲੋਕਾਂ ਨੂੰ ਡਿਸਓਨ ਕਰਤਾ। ਜਿਹੜੇ ਲੋਕ ਇੱਕ ਜਜ਼ਬੇ ਦੇ ਵਿੱਚ ਤੇ ਲਾਲ ਕਿਲ੍ਹੇ ਤੱਕ ਗਏ ਸੀ, ਉਹ ਲੋਕਾਂ ਪੂਰੀ ਦਿੱਲੀ ਦੇ ਵਿੱਚ ਐਡਾ ਲੱਖਾਂ ਦਾ ਇਕੱਠ, ਕਿਸੇ ਦੀ ਵੀ ਪ੍ਰਾਈਵੇਟ ਪ੍ਰੋਪਰਟੀ ਨੂੰ ਕੋਈ ਨੁਕਸਾਨ ਨਹੀਂ ਕੀਤਾ, ਕਿਸੇ ਆਟੋ ਵਾਲੇ ਦੇ ਵੀ ਥੱਪੜ ਤੱਕ ਨਹੀਂ ਮਾਰਿਆ, ਪਰ ਗਵਰਨਮੈਂਟ ਦੇ ਖਿਲਾਫ ਆਪਣਾ ਗੁੱਸਾ ਲੋਕਾਂ ਨੇ ਤੇ ਆਪਣਾ ਰੋਹ ਪ੍ਰਗਟ ਕੀਤਾ ਸੀ ਤੇ ਉਹਨੂੰ ਵੀ ਜਥੇਬੰਦੀਆਂ ਨੇ ਡਿਸਓਨ ਕਰਤਾ। ਜਦੋਂ ਉਹ ਡਿਸਓਨ ਕੀਤਾ ਤਾਂ ਇੱਕ ਨਿਰਾਸ਼ਾ ਫੈਲੀ ਤੇ ਉਸ ਨਿਰਾਸ਼ਾ ਦੇ ਵਿੱਚੋਂ ਗਵਰਨਮੈਂਟ ਜਿਹੜੀ ਆ ਉਹ ਹਾਵੀ ਹੋਈ ਐਜੀਟੇਸ਼ਨ ਤੇ। ਤੇ ਜਦੋਂ ਗਵਰਨਮੈਂਟ ਹਾਵੀ ਹੁੰਦੀ ਆ ਤਾਂ ਉਹ ਗਾਜ਼ੀਪੁਰ ਜਿਹੜਾ ਬਾਰਡਰ ਆ ਉਸ ਧਰਨੇ ਨੂੰ ਪਹਿਲਾ ਅਟੈਕ ਉਹਦੇ ਤੇ ਕਰਦੇ ਆ ਤੇ ਚੁਕਵਾਉਣ ਦੀ ਕੋਸ਼ਿਸ਼ ਕਰਦੇ ਆ। ਉਦੋਂ ਉਹ ਕਿਉਂਕਿ ਧਰਨਾ ਬਿਲਕੁਲ ਸਰੈਂਡਰ ਕਰਨ ਤੇ ਹੁੰਦੇ ਆ ਟਕੈਤ ਤੇ, ਸਾਰਾ ਮੀਡੀਆ ਨੂੰ ਲਾਈਵ ਕਵਰ ਕਰ ਰਿਹਾ ਹੁੰਦਾ ਕਿ ਦਿਖਾਉਣਾ ਹੁੰਦਾ ਕਿ ਕਿਸਾਨ ਧਰਨਾ ਚੁੱਕਿਆ ਜਾ ਰਿਹਾ, ਪਰ ਉਦੋਂ ਇੱਕ ਯੂ ਟਰਨ ਆਉਂਦਾ ਆ ਤੇ ਟਕੈਤ ਜਿਹੜੇ ਆ ਉਹ ਅੜ ਜਾਂਦਾ ਆ। ਹੁਣ ਉਹ ਸਾਰੀ ਇਵੈਂਟ ਦੇ ਵਿੱਚ ਤੁਸੀਂ ਦੇਖੋ ਬਾਕੀ ਸਾਰੇ ਲੀਡਰਸ ਜਿਹੜੇ ਆ ਉਹ 35 ਗੱਲਾਂ ਦੀਆਂ ਗੱਲਾਂ ਕਰ ਰਹੇ ਸੀ, ਪਰ ਟਕੈਤ ਇੱਕ ਬੜਕ ਮਾਰਦਾ ਆ। ਤੇ ਜਦੋਂ ਟਕੈਤ ਬੜਕ ਮਾਰਦਾ ਆ ਤੇ ਉਹ ਟਕੈਤ ਦੀ ਬੜਕ ਦੇ ਨਾਲ ਐਜੀਟੇਸ਼ਨ ਦੁਬਾਰਾ ਖੜੀ ਹੋ ਜਾਂਦੀ ਹੈ। ਤਾਂ ਇਹ ਸਾਰੇ ਲੀਡਰਸ ਨੂੰ ਇੱਕ ਇਹ ਸੁਨੇਹਾ ਆ ਕਿ ਐਜੀਟੇਸ਼ਨ ਕਦੇ ਵੀ ਗਵਰਨਮੈਂਟ ਦੇ ਨੈਰੇਟਿਵ 'ਚ ਬਹਿ ਕੇ ਜਾਂ ਗਵਰਨਮੈਂਟ ਦੇ ਜਿਹੜਾ ਉਹ ਨੈਰੇਟਿਵ ਸੈੱਟ ਕਰਦੇ ਉਹਦੇ 'ਚ ਫਸ ਕੇ ਨਹੀਂ ਐਜੀਟੇਸ਼ਨ ਲੜੀਆਂ ਜਾਂਦੀਆਂ। ਇੱਕ ਬੜਕ ਦੇ ਉੱਤੇ ਐਜੀਟੇਸ਼ਨ ਹੁੰਦੀ ਹੈ, ਇੱਕ ਪੋਜ਼ਿਟਿਵਿਟੀ ਐਜੀਟੇਸ਼ਨ ਹੁੰਦੀ ਹੈ। ਤਾਂ ਉਹ ਚੀਜ਼ ਨੇ ਐਜੀਟੇਸ਼ਨ ਨੂੰ ਦੁਬਾਰਾ ਖੜੀ ਕੀਤਾ। ਪਰ ਅੱਜ ਵੀ ਜਿਵੇਂ ਸਮਾਂ ਘੱਟ ਆ, ਮੈਂ ਇੱਥੇ ਗੱਲ ਖਤਮ ਕਰਦਾ ਕਿ ਕੁਛ ਜਿਹੜੀਆਂ ਧਿਰਾਂ ਜਾਂ ਲੋਕ ਨੇ ਉਹ ਜਿਵੇਂ ਉਸ ਦਿਨ ਜੋ 26 ਤਰੀਕ ਨੂੰ ਹੋਇਆ ਉਹ ਕਿਸੇ ਦੀ ਕੋਈ ਵੀ ਪਲੈਨਡ ਪੋਲੀਟੀਕਲ ਕੋਈ ਕੌਂਸਪੀਰੇਸੀ ਨਹੀਂ ਸੀ। ਅਸੀਂ ਉੱਥੇ ਮੌਕੇ ਤੇ ਮੌਜੂਦ ਸੀ। ਉਹ ਲੋਕਾਂ ਦਾ ਇੱਕ ਵੇਗ ਸੀ, ਲੋਕਾਂ ਦਾ ਇੱਕ ਹੜ੍ਹ ਸੀ, ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਸੀ, ਜਿਹਦੇ ਵਿੱਚ ਉਹ ਰਿੰਗ ਰੋਡ ਤੇ ਗਏ ਆ। ਤੇ ਜਥੇਬੰਦੀਆਂ ਜਾਂ ਜਿਹੜੇ ਬੜੇ ਲੋਕ ਕਲਾਕਾਰ ਵੀ ਜਿਹੜੇ ਆ, ਜਿਵੇਂ ਕੰਵਰ ਗਰੇਵਾਲ ਰਿੰਗ ਰੋਡ ਤੇ ਸੀ, ਹਰਫ ਚੀਮਾ ਰਿੰਗ ਰੋਡ ਤੇ ਸੀ, ਜਥੇਬੰਦੀਆਂ 31 ਜਥੇਬੰਦੀਆਂ ਦੇ ਕਾਫੀ ਲੀਡਰਸ, ਚੜੂੰਦੀ, ਮਨਜੀਤ ਰਾਏ, ਸਿਰਸਾ ਤੇ ਹੋਰ ਬੜੇ ਲੀਡਰਸ ਉਹ ਸਾਰੇ ਰਿੰਗ ਰੋਡ ਤੇ ਸੀ। ਉਹ ਰਿੰਗ ਰੋਡ ਦੇ ਮਾਰਚ ਵਿੱਚ ਸ਼ਾਮਲ ਸੀ, ਉਹ ਰਿੰਗ ਰੋਡ ਤੇ ਚੜੇ ਸੀ ਸਾਰੇ ਲੋਕ। ਤੇ ਪਰ ਇਹ ਆ ਕਿ ਉਹ ਤੋਂ ਬਾਅਦ ਜਿਹੋ ਜਿਹਾ ਰੋਲ ਪਲੇ ਕੀਤਾ ਜਥੇਬੰਦੀਆਂ ਨੇ, ਅਸੀਂ ਉਹਨੂੰ ਆਪਣੀ ਆਰਗੇਨਾਈਜੇਸ਼ਨ ਵੱਲੋਂ ਉਹਨੂੰ ਕੁਐਸਚਨ ਕੀਤਾ ਤੇ ਆਸ ਕਰਦੇ ਹਾਂ ਕਿ ਗਲਤੀਆਂ ਜਥੇਬੰਦੀਆਂ ਤੋਂ ਹੋਈਆਂ ਨੇ ਤੇ ਉਹ ਆਪਣੇ ਲੋਕਾਂ ਨੂੰ ਜਵਾਬ ਦੇ ਆ ਤੇ ਜਥੇਬੰਦੀਆਂ ਜਿਹੜੀਆਂ ਆ ਉਹ ਆਪਣੀ ਇਸ ਗਲਤੀ ਨੂੰ ਮੰਨਣ ਤੇ ਉਹ ਲੋਕਾਂ ਜੋ ਇਹ ਘਟਨਾਵਾਂ ਹੋਈਆਂ ਉਹਨੂੰ ਉਹ ਨਹੀਂ ਕਰਨ। ਲੀਡਰ ਤਾਂ ਉਹੀ ਹੁੰਦੇ ਆ ਜਦੋਂ ਉਹ ਆਪਣੇ ਲੋਕਾਂ ਦੇ ਜਿਹੜਾ ਰੋਹ ਹੁੰਦਾ ਆ ਉਹਨੂੰ ਓਨ ਕਰਨ ਤੇ ਉਹ ਉਸ ਗੱਲ ਨੂੰ ਓਨ ਕਰਨ ਦੇ ਦੁਬਾਰਾ ਜਿਹੜੀ ਗਵਰਨਮੈਂਟ ਆ ਉਹਦੇ ਨਾਲ ਇੱਕ ਧਿਰ ਬਣ ਕੇ, ਉਹਦੇ ਨਾਲ ਇੱਕ ਇੰਡੀਪੈਂਡੈਂਟ ਧਿਰ ਬਣ ਕੇ ਗੱਲ ਕਰਨ ਤੇ ਲੋਕਾਂ ਦੇ ਵਿੱਚ ਇਹ ਦੁਬਾਰਾ ਜਿਹੜਾ ਭਰੋਸਾ ਆ ਲੀਡਰਸ਼ਿਪ ਲਈ ਬਣੇ ਉਹ ਬਹੁਤ ਜ਼ਰੂਰੀ ਆ। ਕਿਉਂਕਿ ਸਾਡੇ ਲਈ ਐਜੀਟੇਸ਼ਨ ਬਹੁਤ ਇੰਪੋਰਟੈਂਟ ਆ, ਖਾਸ ਕਰਕੇ ਸਾਡੀ ਜਨਰੇਸ਼ਨ ਲਈ, ਕਿਉਂਕਿ ਇਸ ਐਜੀਟੇਸ਼ਨ ਦੇ ਜਿਹੜੇ ਫੈਸਲੇ ਆ ਉਹਨੇ ਸਾਡਾ ਅਗਲਾ ਭਵਿੱਖ ਤੈਅ ਕਰਨਾ ਆ। ਸੁਰਿੰਦਰ ਸਿੰਘ, ਅਸੀਂ ਇਹੀ ਚਾਹੁੰਦੇ ਆ। ਮੇਰੇ ਕੋਲ ਸਮਾਂ ਘੱਟ ਗਿਆ, ਧੰਨਵਾਦ ਬਹੁਤ ਬਹੁਤ। ਮੈਂ ਕਿਸੇ ਦਿਨ ਖੁੱਲ੍ਹਾ ਸਮਾਂ ਤੁਹਾਡੇ ਨਾਲ ਲੈ ਕੇ ਗੱਲਬਾਤ ਕਰਾਂਗਾ ਤੇ ਫਿਰ ਆਪਾਂ ਇਹਦੇ ਤੇ ਪੂਰਾ ਇਹਨੂੰ ਘੋਖ ਕੇ ਵੀ ਕਿੱਥੇ ਗੱਲ ਖੜੀ ਹੈ। ਤੁਹਾਡਾ ਫੋਨ ਮੇਰੇ ਕੋਲ ਹੈ, ਆਉਣ ਵਾਲੇ ਦਿਨਾਂ 'ਚ ਫਿਰ ਮੈਂ ਤੁਹਾਨੂੰ ਕਿਸੇ ਦਿਨ ਸ਼ੋਅ ਤੇ ਲਾਵਾਂਗਾ ਤਾਂ ਗੱਲਬਾਤ ਕਰਾਂਗੇ। ਸ਼ੁਭ ਸ਼ਾਮਾਂ ਤੇ ਚੜ੍ਹਦੀ ਕਲਾ 'ਚ ਰਹਿਣਾ। ਧੰਨਵਾਦ ਬਹੁਤ ਬਹੁਤ। ਧੰਨਵਾਦ ਜੀ। ਸਰ ਸੁਖਵਿੰਦਰ ਸਿੰਘ ਵਿਦਿਆਰਥੀ ਨੇਤਾ, ਇੱਕ ਜਥੇਬੰਦੀ ਹੈ ਵਿਦਿਆਰਥੀਆਂ ਦੀ ਸੱਥ, ਤੇ ਉਹ ਸੱਥ ਦੇ ਇੱਕ ਨੁਮਾਇੰਦੇ ਨੇ
ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਤੁਸੀਂ ਵੇਖਿਆ ਸੁਣ ਕੇ ਠਰਮਾ ਕਿੰਨਾ ਤੇ ਵਿਚਾਰ ਕਿੰਨੇ ਕਲੀਅਰ ਨੇ, ਵਿਜ਼ਨ ਕਿੰਨਾ ਕਲੀਅਰ ਹੈ। ਇਹ ਜੀ ਨੌਜਵਾਨੀ ਦੇ ਹੁੰਦਿਆਂ ਕੌਮ ਢਹਿੰਦੀ ਕਲਾ 'ਚ ਨਹੀਂ ਜਾ ਸਕਦੀ। ਅੱਜ ਹਾਲੀਵੁੱਡ ਸਟਾਰ ਰਿਹਾਨਾ ਨੇ ਜਿਹੜਾ ਟਵੀਟ ਕਰ ਦਿੱਤਾ ਹੈ ਉਹ ਬਹੁਤ ਵਾਇਰਲ ਹੋ ਰਿਹਾ। ਸਾਡੀ ਨੌਜਵਾਨ ਪੀੜ੍ਹੀ ਇੱਥੇ ਦੀ ਪੱਬਾਂ 'ਤੇ ਹੋ ਗਈ ਰਿਹਾਨਾ ਦੇ। ਅਸਲ ਮੈਨੂੰ ਇਸ ਕਿਸਾਨੀ ਸੰਘਰਸ਼ ਦੇ ਵਿੱਚ ਇਹ ਬਹੁਤ ਮਾਣ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੀ ਇੱਥੇ ਦੀ ਪੀੜ੍ਹੀ ਜਿਹੜੀ 12 ਸਾਲ ਤੋਂ 30 ਸਾਲ ਦੀ ਉਮਰ ਦੇ ਇੱਥੇ ਦੇ ਜੰਪਲ, ਉਹਨਾਂ ਨੇ ਇਸ ਮੂਵਮੈਂਟ ਨੂੰ ਇੰਨਾ ਵਧੀਆ ਚਲਾਇਆ ਤੇ ਬਹੁਤ ਮਿਹਨਤ ਦੇ ਨਾਲ ਤੇ ਓਪਨਲੀ ਜਿਹੜਾ ਬਲੈਕ ਲਾਈਵਜ਼ ਮੈਟਰ ਤੋਂ ਬਾਅਦ ਇਹਦੇ ਤੇ ਰਿਹਾਨਾ ਨੇ ਕਿਹਾ ਕਿ ਅਸੀਂ ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ। ਜਿਹੜੀ ਇੰਟਰਨੈਟ ਬੰਦ ਕਰ ਦਿੱਤਾ ਦਿੱਲੀ ਦੇ ਵਿੱਚ ਫਾਰਮਰ ਪ੍ਰੋਟੈਸਟ ਦੇ ਬਾਰੇ, ਜਿਹੜੀ ਉਸਨੇ ਟਵੀਟ ਕੀਤਾ, ਕੰਗਣਾ ਰਣੌਤ ਤਾਂ ਲੱਭਦੀ ਨਹੀਂ ਕਿਤੇ। ਸਵੇਰ ਦੀ ਰਿਹਾਨਾ ਦਾ ਜਦ ਇਹ ਆਇਆ ਕਿ ਇਹ ਜਿਹੜੇ ਫਾਰਮਰਸ ਨੇ ਪ੍ਰੋਟੈਸਟ ਕਰ ਰਹੇ ਨੇ ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ। ਸੋ ਉਹ ਇਸ ਲਈ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਨੌਜਵਾਨ ਤਬਕਾ ਸਵੇਰ ਦਾ ਇੰਨਾ ਭਾਵਕ ਹੈ ਕਿ ਰਿਹਾਨਾ ਨੇ ਜਿਹੜੀ ਇਹ ਗੱਲ ਕੀਤੀ ਹੈ, ਟਵੀਟ ਕੀਤਾ ਹੈ, ਉਸਨੇ ਗੱਲ ਸਿਰੇ ਲਾ ਦਿੱਤੀ। CNN ਤੇ ਇਹ ਖਬਰ ਹੈ ਵੀ ਇੰਡੀਆ ਨੇ ਇੰਟਰਨੈਟ ਦਿੱਲੀ ਦੇ ਆਲੇ ਦੁਆਲੇ ਕਰ ਦਿੱਤਾ ਤੇ ਜਿਹੜੇ ਫਾਰਮਰਸ ਨੇ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਪੁਲਿਸ ਨਾਲ ਕਲੈਸ਼ ਹੋਇਆ ਤੇ ਰਿਹਾਨਾ ਦਾ ਜਿਹੜਾ ਫਾਰਮਰ ਪ੍ਰੋਟੈਸਟ ਹੈਸ਼ਟੈਗ ਤੇ ਉਸਨੇ ਜਿਹੜਾ ਲਿਖਿਆ ਵਾਈ ਆਰਨਟ ਵੀ ਟਾਕਿੰਗ ਅਬਾਊਟ ਦਿਸ। ਤੇ ਉੱਥੇ ਹੁਣ ਇੱਥੇ ਦੇ ਜਿਹੜੇ ਮੁੰਡੇ ਨੇ, ਇੱਥੇ ਨੌਜਵਾਨ ਸਾਡਾ ਤਬਕਾ ਪਿੰਦਰ ਸੰਧੂ ਵਰਗੇ ਜਿਨ੍ਹਾਂ ਨੂੰ ਪਿਛਲੇ 15 ਸਾਲਾਂ ਤੋਂ 12-14 ਸਾਲ ਦੇ ਜਦ ਦੇ ਸੀ, ਉਹ ਜਦ ਹੀ ਕੌਮੀਅਤ ਦੇ ਰੰਗ ਦੇ ਵਿੱਚ ਰੰਗੇ ਹੋਏ ਇਹ ਮੁੰਡੇ ਜਿਹੜੇ ਬਿਨਾਂ ਡਰ ਤੋਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੱਲਾਂ ਬਾਤਾਂ ਕਰਦੇ ਨੇ। ਵੱਡਿਆਂ ਦੀ ਕੋਈ ਵੀ ਧਾਰਨਾ ਹੋਵੇ, ਸਾਡੀ ਕੋਈ ਵੀ ਧਾਰਨਾ ਹੋਵੇ, ਸਾਡੀ ਅਗਲੀ ਪੀੜ੍ਹੀ ਆ ਜਿਹੜੀ ਉਹ ਸਾਨੂੰ ਯੂਨਾਈਟ ਕਰਕੇ ਇੱਕ ਜਗ੍ਹਾ ਤੇ ਡਿਫਰੈਂਸਿਸ ਪਰਾਂ ਰੱਖ ਕੇ ਅਸੀਂ ਆਪਣਾ ਖਲਜਾਗਣ ਜਵਾਕਾਂ 'ਚ ਨਹੀਂ ਦੇਣਾ। ਸਾਡੀ ਅਗਲੀ ਪੀੜ੍ਹੀ ਜਿਹੜੀ ਇੱਕ ਕੌਮੀਅਤ ਦੇ ਰੰਗ ਦੇ ਵਿੱਚ ਰੰਗ ਕੇ ਅੱਗੇ ਜਾਵੇ, ਇਹ ਦਿਲੀ ਇੱਛਾ ਤੇ ਇਹ ਸਾਰਾ ਜਿਹੜਾ ਹੁਣ ਦਾ ਅਗਲਾ ਸਮਾਂ ਰਾਜਨੀਤੀ ਦਾ, ਸਮਾਜ ਦਾ, ਧਰਮ ਦਾ, ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਟੇਕ ਓਵਰ ਕਰੇ। ਸਾਨੂੰ ਰਿਟਾਇਰਮੈਂਟ, ਅਸੀਂ ਜਿਹੜੇ 50 ਟੱਪ ਗਏ ਨਾ, ਸਾਨੂੰ ਰਿਟਾਇਰਮੈਂਟ ਲੈਣੀ ਚਾਹੀਦੀ ਹੈ। ਇੱਥੇ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਮੀਡੀਆ, ਇਹ ਹੌਲੀ ਹੌਲੀ ਇਹਨਾਂ ਜਵਾਕਾਂ ਨੂੰ ਦੇਣਾ ਚਾਹੀਦਾ। ਜਿਵੇਂ ਮੈਂ ਪਿਛਲੇ 6 ਮਹੀਨੇ ਤੋਂ ਕਹਿ ਰਿਹਾ, ਮੇਰੀ ਤਮੰਨਾ ਵੀ ਆਉਣ ਵਾਲੇ 5-4 ਸਾਲਾਂ 'ਚ ਇੱਥੇ ਦੇ ਪੜ੍ਹੇ ਲਿਖੇ ਜਵਾਕ ਜਿਹੜੇ ਦੋਨੇ ਭਾਸ਼ਾ ਬੋਲਦੇ ਹੋਣ, ਉਹ ਹੋਸਟਿੰਗ ਦੇ ਵਿੱਚ ਆਉਣ, ਉਹਨਾਂ ਆਹ ਸੀਟਾਂ ਤੇ ਆਉਣ ਵਾਲੇ 4 ਸਾਲਾਂ 'ਚ ਉਹ ਸੈੱਟ ਹੋਣ। ਜਰਨਲਿਜ਼ਮ ਪੜ੍ਹ ਕੇ ਆਓ, ਬਰਾਡਕਾਸਟਿੰਗ ਪੜ੍ਹ ਕੇ ਆਓ। ਤੇ ਕੁਝ ਕੁ ਜਵਾਕ ਨੇ ਮੇਰੇ ਆਪਣੇ ਪਰਿਵਾਰ ਦੇ ਜਿਨ੍ਹਾਂ ਨੂੰ ਮੈਂ ਇਸ ਪਾਸੇ ਲਾਇਆ, ਉਹ ਪੜ੍ਹਨ ਲੱਗ ਗਏ ਤੇ ਉਹ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਇੱਥੇ ਟ੍ਰੇਨਡ ਕਰਾਂਗੇ, ਫਿਰ ਉਹ ਟੇਕ ਓਵਰ ਕਰਨ। ਕਿਉਂਕਿ ਸਾਡਾ ਜਿਹੜਾ ਸੋਚਣ ਦਾ ਢੰਗ ਹੈ ਉਹ ਇਹਨਾਂ ਦੇ ਸੋਚਣ ਦੇ ਢੰਗ ਦੇ ਨਾਲ ਕਦੇ ਵੀ ਅਸੀਂ ਮੈਚ ਨਹੀਂ ਕਰਦੇ। ਅਸੀਂ ਤਾਂ ਹਰ ਚੀਜ਼ ਖੁੰਦਕ 'ਚੋਂ ਕੱਢਣੀ ਹੈ ਬਈ ਇੱਥੋਂ ਕਿਵੇਂ ਸਿੱਟਣਾ, ਇੱਥੋਂ ਕਿਵੇਂ ਕਰਨਾ ਹੈ। ਆ ਪਿਛਲੇ ਦਿਨਾਂ ਦਾ ਜਿਹੜਾ ਕਲੇਸ਼ ਚੱਲ ਰਿਹਾ ਮੀਡੀਆ ਦੇ ਵਿੱਚੋਂ, ਜਦ ਹਮਲੇ ਤੁਹਾਡੇ ਤੇ ਹੁੰਦੇ ਨੇ, ਇੱਕ ਪੈਸੇ ਵਾਲੇ ਦਾ ਮੇਰੇ ਭਾਈਬੰਦ ਨੂੰ ਮੈਸੇਜ ਫੋਨ ਆਇਆ, ਕਹਿੰਦਾ ਵੈਨਕੂਵਰ 'ਚ $5000 ਨਾਲ ਬੰਦਾ ਮਰ ਜਾਂਦਾ। ਪੈਸੇ ਵਾਲੇ ਇਉਂ ਦਬਸ਼ ਦਿੰਦੇ ਨੇ। ਉਹ ਸੁਣਾ ਮੇਰੇ ਭਾਈ ਭਰਾ ਨੂੰ ਰਿਹਾ ਸੀ, ਕਹਿ ਮੈਨੂੰ ਰਿਹਾ ਸੀ ਬਈ ਸਾਡੇ ਖਿਲਾਫ ਨਾ ਬੋਲੀ। ਇਹ ਨਾ ਡਿਵੈਲਪਰਾਂ ਨੂੰ ਕਈਆਂ ਦੇ ਗਲਤ ਫਹਿਮੀ ਦਿਮਾਗ 'ਚ ਹੋਈ ਹੈ। ਇਹ ਮਰਨ ਮਾਰਨ ਤੇ ਜੀਵਨ ਤੁਹਾਡੇ ਹੱਥ ਨਹੀਂ ਹੈ। ਜੇ ਤੁਸੀਂ ਪੈਸਿਆਂ ਦੇ ਹਿਸਾਬ ਨਾਲ ਮਾਰਨਾ ਚਾਹੁੰਦੇ ਹੋ, ਹੁਣ ਨੂੰ ਤਾਂ ਤੁਸੀਂ ਆਪੋਜੀਸ਼ਨ ਵਾਲੇ ਸਾਰੇ ਮਾਰ ਦਿੰਦੇ ਸਰੀ 'ਚ, ਤੇ ਲੁਕਿਆ ਕਿਸੇ ਨੂੰ ਕਿਤੇ ਘੁਰਨਿਆਂ 'ਚ ਅਸੀਂ ਬੈਠੇ ਹਾਂ। ਭੱਜਦਿਆਂ ਨੂੰ ਬਾਣ ਬਰਾਬਰ ਨੇ। ਇਹ ਮਤਾ ਖਿਆਲ ਕਰਨ ਜਿਹੜੇ ਕਈ ਵਾਰ ਨਾ ਇਹ ਪੈਸੇ ਧੇਲੇ ਵਾਲੇ ਚੱਕਰ ਦੇ ਵਿੱਚ। ਹੁਣ ਰੌਲਾ ਕੀ ਹੈ? ਰੌਲਾ ਇਹੀ ਹੈ ਕਿ ਸਾਡੀ ਇੱਟ ਕੋਈ ਚੱਕ ਨਾ ਦਵੇ। ਬਸ ਸਾਡੀਆਂ ਜਿਹੜੀਆਂ ਪੌਕਟਸ ਡੀਪ ਨੇ, ਸਾਡੀਆਂ ਜੇਬਾਂ ਡੂੰਘੀਆਂ ਨੇ, ਸਾਨੂੰ ਨਾ ਕੋਈ ਟਾਰਗੇਟ ਕਰੇ। ਤੇ ਤੁਸੀਂ ਸਪੈਸ਼ਲ ਜੰਮੇ ਹੋ, ਬਾਕੀ ਤਾਂ ਮਾਂ ਦੇ ਪੇਟ 'ਚੋਂ ਜੰਮੇ ਨਹੀਂ ਨਾ। ਤੁਸੀਂ ਖਾਸ ਉਤਰੇ ਹੋ ਸੋਨੇ ਦੇ ਪੰਘੂੜਿਆਂ ਦੇ ਵਿੱਚ। ਇੱਕੋ ਹੀ ਕਮਿਊਨਿਟੀ 'ਚ ਆਪਾਂ ਰਹਿੰਦੇ ਹਾਂ,
ਪਿਛਲੇ 20 ਸਾਲਾਂ ਦੇ ਵਿੱਚ ਜਿਹੜੇ ਤਾਜ਼ੇ ਮਿਲੀਅਨਰ ਬਣੇ ਨੇ ਨਾ, ਉਹ ਸਾਰਿਆਂ ਦਾ ਹੀ ਆਪਾਂ ਨੂੰ ਪਤਾ ਹੈ। ਮਿਹਨਤਾਂ ਵੀ ਕੀਤੀਆਂ ਨੇ, ਕਈਆਂ ਦਾ ਟੁੱਲ ਵੀ ਲੱਗ ਗਿਆ, ਪਰ ਹੁਣ ਤੁਸੀਂ ਦਬਸ਼ਾ ਨਾ ਮਾਰੋ, ਇਹ ਨਾ ਕਰੋ। ਬਿਲਕੁਲ ਆਪਾਂ ਇਹ ਜਿਹੜੀ ਜ਼ਹਿਰ ਛੱਡ ਕੇ ਅਗਲੀ ਪੀੜ੍ਹੀ ਦਾ ਜਿਹੜਾ ਕੋਈ ਸਮਾਂ ਸਾਂਭਦੀ ਹੈ ਤੇ ਅਗਲੀ ਪੀੜ੍ਹੀ ਨੂੰ ਆਪਾਂ ਸਮਾਂ ਦੇਈਏ। ਮੈਂ ਨਿੱਜੀ ਤੌਰ ਤੇ ਇੰਨਾ ਖੁਸ਼ ਹਾਂ ਜਿਹੜਾ ਇੱਥੇ ਦੇ ਜਵਾਕਾਂ ਨੇ ਇਹ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਪਹਿਰਾ ਦਿੱਤਾ, ਉਹ ਪਹਿਰਾ ਬਹੁਤ ਸਿਰੇ ਆ। ਤੇ ਇਹਨਾਂ ਨੂੰ ਅਸੀਂ ਸਾਰਿਆਂ ਦੇ ਕੋਸ਼ਿਸ਼ ਹੋਈ ਸੀ ਇਹ ਪਿਛਲੇ 10 ਸਾਲਾਂ 'ਚ ਨਵੀਂ ਪੀੜ੍ਹੀ ਗੁਰਦੁਆਰਾ ਸਾਹਿਬ ਨੇ ਸਾਡੇ ਉਹਦੇ ਵਿੱਚ ਵੀ ਆਉਣਾ ਚਾਹੁੰਦੀ ਸੀ ਵੀ ਸੇਵਾ 'ਚ ਅਸੀਂ ਆਈਏ, ਪਰ ਰੋਲ ਤੇ ਪੁਰਾਣੇ ਖੁੰਡ ਜਿਹੜੇ ਅਸੀਂ ਬੈਠੇ ਆ, ਉਹ ਕਹਿੰਦੇ ਸਾਡੀਆਂ ਕੁੜਤੇ ਪਜਾਮੇ ਤੇ ਝੱਗੀਆਂ ਨਹੀਂ ਪੈਣੀਆਂ। ਫਿਰ ਇਹ ਤਾਂ ਹੁਣ ਇੱਕ ਬੰਨੇ ਅਸੀਂ ਕੌਮੀਅਤ ਦੀ ਗੱਲ ਕਰਦੇ ਹਾਂ, ਦੂਜੀ ਬੰਨੇ ਅਸੀਂ ਈਗੋ ਆ। ਧਰਮ ਤੇ ਈਗੋ ਬਰਾਬਰ ਨਹੀਂ ਜਾਂਦੇ ਕਦੇ ਵੀ। ਸਾੜਾ ਜੈਲਸ ਛੱਡਣੀ ਪੈਣੀ ਆ ਤੇ ਸਰੈਂਡਰ ਕਰਨਾ ਪੈਣਾ ਵੀ ਲਓ ਧੀ ਪੁੱਤ ਤੁਸੀਂ ਸੰਭੋ ਆ ਸਾਰੋ, ਹੌਲੀ ਹੌਲੀ ਇਹਨਾਂ ਨੂੰ ਟ੍ਰਾਂਜੀਸ਼ਨ ਕਰੋ। 5-4 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਜਥੇਬੰਦੀਆਂ ਦੇ ਆਗੂ ਬਣਾਓ। ਇਹਨਾਂ ਨੂੰ ਬੋਲਣਾ ਆਉਂਦਾ, ਇਹਨਾਂ ਨੂੰ ਲਿਖਣਾ ਆਉਂਦਾ, ਇਹਨਾਂ ਨੂੰ ਕਮਿਊਨੀਕੇਸ਼ਨ ਆਉਂਦੀ ਆ। ਸਾਨੂੰ ਕੀ ਆਉਂਦਾ? ਜਾਂ ਗੁੱਸੇ ਹੋ ਗਏ, ਗਾਲ ਮੂੰਹ ਭਰ ਕੇ ਕੱਢਣੀ ਆ, ਬਸ ਇੱਕ ਚੀਜ਼ ਆਉਂਦੀ ਆ ਵੀ ਹੁਣ ਗਾਲ ਕੱਢ, ਬਸ ਗਾਲ ਕੱਢ ਕੇ ਆਪਣਾ ਮਨ ਸ਼ਾਂਤ ਕਰ ਲਾ। ਇਸ ਤਰ੍ਹਾਂ ਨਹੀਂ ਗੱਲਾਂ ਹੁੰਦੀਆਂ। ਸੋ ਧੰਨਵਾਦ ਹੈ ਇਹ ਨੌਜਵਾਨ ਸਾਡੇ ਬੱਚਿਆਂ ਦਾ ਜਿਹੜੇ ਆਗੂ ਬਣ ਕੇ ਇਸ ਸੰਘਰਸ਼ ਦੇ ਵਿੱਚ ਨਿਤਰੇ ਨੇ, ਜਿਨ੍ਹਾਂ ਨੇ ਬਹੁਤ ਕੰਮ ਕੀਤਾ। ਸਾਰਿਆਂ ਨੂੰ ਮੈਂ ਸ਼ਾਬਾਸ਼ ਦਿੰਦਾ। ਸਤਵੀਰ ਗਿੱਲ ਮੇਰੇ ਨਾਲ ਨੇ। ਹੁਣੇ ਹੀ ਵਿੱਤੀ ਮਸਲਿਆਂ ਤੇ ਗੱਲ ਸ਼ੁਰੂ ਕਰਦੇ ਹਾਂ। ਇੱਕ ਵਪਾਰਕ ਸੰਦੇਸ਼ ਲੈ ਲਵਾਂ। ਸਮਾਂ ਹੁਣ 2 ਘੰਟੇ ਦੇ ਵਿੱਚ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਖਬਰਾਂ ਕਰਕੇ, ਤੇ ਜਿਹੜਾ ਆਪਣਾ ਸ਼ੋਅ ਹੈ ਇਸ ਨੂੰ ਹੋਰ ਟਾਈਟ ਕਰਨਾ ਵੀ ਇਹਨੂੰ ਸਮੇਂ ਦਾ ਸਦਉਪਯੋਗ ਕਰਕੇ ਤੁਹਾਡੇ ਤੱਕ ਸੁਨੇਹਾ ਪਹੁੰਚਾਇਆ ਜਾਵੇ। ਤੁਹਾਨੂੰ ਵੀ 15 ਮਿੰਟ ਹਰ ਰੋਜ਼ ਦਿਆ ਕਰਨੇ, ਤੁਸੀਂ ਆਪਣੀ ਵੀ ਗੱਲ ਕਰ ਸਕਿਆ ਕਰੋ। ਕਮੀ ਰਹਿ ਗਈ ਫਿਰ ਦੂਜੇ ਵਾਲੇ ਪਾਸੇ ਸਹੀ, ਪਰ ਇਸ ਨੂੰ ਆਪਾਂ ਵਧੀਆ ਤਰੀਕੇ ਨਾਲ ਹੁਣ ਥੋੜ੍ਹਾ ਜਿਹਾ ਹੋਰ ਪ੍ਰਸਾਈਜ਼ ਕਰਨਾ ਹੈ ਸ਼ੋਅ ਨੂੰ। ਪਿਛਲੇ ਮੰਗਲਵਾਰ ਕਿਉਂਕਿ 26 ਜਨਵਰੀ ਵਾਲੀਆਂ ਘਟਨਾਵਾਂ ਹੋ ਗਈਆਂ ਸੀ, ਇੱਕ ਸੈਗਮੈਂਟ ਜਿਹੜੀ ਮੰਗਲਵਾਰ ਦੀ ਮਿਸ ਹੋ ਗਈ ਸੀ। ਸਤਵੀਰ ਸੈਟ ਗਿੱਲ ਉਹਨਾਂ ਨਾਲ ਹੋ ਨਾ ਸਕੀ। ਪਹਿਲੇ ਦਿਨ ਤੁਹਾਡੇ ਵਿੱਤੀ ਮਸਲੇ ਕੀ ਨੇ ਉਹਨਾਂ ਬਾਰੇ ਥੋੜ੍ਹੀ ਜਿਹੀ ਓਪਰੀ ਜਿਹੀ ਝਾਤ ਮਾਰੀ ਸੀ। ਅੱਜ ਉਹਦੇ 'ਚ ਡੂੰਘਾਈ 'ਚ ਜਾਵਾਂਗੇ। ਆਉਣ ਵਾਲੀਆਂ 2-3 ਸੈਗਮੈਂਟਸ ਹੋਰ ਜਿਹੜੀਆਂ ਸੈਟ ਗਿੱਲ ਉਹਨਾਂ ਨਾਲ ਕਰਾਂਗੇ, ਜਿਹਦੇ ਵਿੱਚ ਤੁਹਾਨੂੰ ਸਮਝਾਇਆ ਜਾਵੇ ਕਿ ਮਿਹਨਤ ਜਿਹੜੀ ਤਾਂ ਕਰਨੀ ਉਹ ਕਰਨੀ ਹੈ, ਜਿਹੜੀ 8 to 5 ਵਾਲੀ ਨੌਕਰੀ ਕਰਨੀ ਉਹ ਕਰਨੀ ਆ, ਪਰ 8 to 5 ਦੀ ਨੌਕਰੀ ਦੇ ਨਾਲ ਇਹ ਕਿਵੇਂ ਕੀਤਾ ਜਾਵੇ ਵੀ ਕਿ ਥੋੜ੍ਹਾ ਬਹੁਤਾ ਸਾਈਡ ਤੋਂ ਖਰਚਾ ਪੱਤਾ ਕਿਤੇ ਚੱਲ ਜਾਵੇ। ਤਾਂ ਇਸ ਤੇ ਦੁਆਰਾ ਫੇਰ ਗਿੱਲ ਸਾਹਿਬ ਮੇਰੇ ਨਾਲ ਨੇ। ਗਿੱਲ ਸਾਹਿਬ ਸਵਾਗਤ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ, ਥੈਂਕ ਯੂ ਫॉर ਹੈਵਿੰਗ ਮੀ। ਅੱਛਾ, ਪਿਛਲੀ ਵਾਰ ਆਪਾਂ ਜਿਹੜਾ ਨੋਰਮਲ ਜਿਹੜੀ ਓਵਰਆਲ ਗੱਲ ਜੀ ਕੀਤੀ ਸੀ ਕਿ ਫਾਈਨੈਂਸ਼ੀਅਲ ਜਿਹੜੇ ਇਹਦੇ 'ਚ ਇਹ ਮਾਮਲੇ ਜਿਹੜੇ ਨੇ ਉਹਦੇ ਸਲਾਹਕਾਰ ਕੀ ਨੇ, ਪੋਰਟਫੋਲੀਓ ਮੈਨੇਜਰ ਕੌਣ ਹੁੰਦੇ ਨੇ, ਕਿਵੇਂ ਤੁਹਾਨੂੰ ਸਮਝਾ ਸਕਦੇ ਨੇ। ਹੁਣ ਅੱਜ ਆਪਾਂ ਇੱਕ ਗੱਲ ਕਰਨੀ ਹੈ ਕਿ ਅਸੀਂ ਜਿਹੜੇ ਉੱਥੋਂ ਆਉਨੇ ਆ, ਸਾਡਾ ਬਹੁਤ ਇਸ ਚੀਜ਼ ਤੇ ਮਨ ਹੈ ਕਿ ਸਾਡਾ ਘਰ, ਸਾਡੀਆਂ ਕਾਰਾਂ ਇਹ ਫ੍ਰੀ ਕਰੀਏ। 25 ਸਾਲ ਦਾ ਪੀਰੀਅਡ ਮੌਰਗੇਜ ਦਾ ਹੁੰਦਾ ਹੈ, 25 ਸਾਲ ਤੋਂ ਪਹਿਲਾਂ ਵੀ ਕਿਤੇ ਹੱਥ ਪੈ ਜਾਂਦਾ ਹੈ, ਅਸੀਂ ਉਸ ਨੂੰ ਕਲੀਅਰ ਕਰ ਦਿੰਦੇ ਹਾਂ। ਕਲੀਅਰ ਕਰਨ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਕਲੀਅਰ ਟਾਈਟਲ ਹੈ, ਇਹਦੇ ਤੇ ਕੋਈ ਕਰਜ਼ਾ ਨਹੀਂ ਲੈਣਾ, ਇਹ ਘਰ ਜਿਹੜਾ ਕਰ ਦਿੱਤਾ। ਪਰ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਖਰਚੇ ਵੱਧ ਜਾਂਦੇ ਨੇ, ਆਈ ਚਲਾਈ ਚੱਲਦੀ ਆ, ਸਾਡੀ ਸੇਵਿੰਗ ਨਹੀਂ ਹੁੰਦੀ। ਹੁਣ ਜਿਹੜੀ ਆਪਾਂ ਇਹ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੈਨੂੰ ਇਹ ਸਮਝਾਇਓ ਕਿ ਇਹਨਾਂ ਦੇਸ਼ਾਂ ਦੇ ਵਿੱਚ ਡੈਟ ਫਰੀ ਰਹਿ ਕੇ ਤੁਸੀਂ ਜ਼ਿਆਦਾ ਕਮਾਈ ਕਰ ਸਕਦੇ ਹੋ, ਜਾਂ ਤੁਹਾਨੂੰ ਕਰਜ਼ੇ ਦੇ ਨਾਲ ਕੁਛ ਅਜਿਹਾ ਵੱਲ ਆਉਣਾ ਚਾਹੀਦਾ ਜਿਹਦੇ 'ਚ ਤੁਸੀਂ ਕਮਾਈ ਨਾਲ ਕਰਦੇ ਰਹੋ। ਇਹ ਸਮਝਾਓ। ਹਾਂਜੀ ਹਰਜੀਤ ਸਿੰਘ ਜੀ, ਵੈਰੀ ਗੁੱਡ ਕੁਐਸਚਨ ਤੇ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਇਹ ਹਰੇਕ ਫੈਮਿਲੀ ਤੇ ਆਪਦਾ ਮਨ ਦੀ ਸੋਚ ਆ। ਕੋਈ ਹੈਗਾ ਬਿਕਾਜ਼ ਜਦੋਂ ਹੁਣ ਇੰਟਰਸਟ ਰੇਟਸ ਬਹੁਤ ਲੋ, 1%, 1.5%, ਮੌਰਗੇਜ ਬਹੁਤ ਸਸਤੀ ਮਿਲ ਜਾਂਦੀ ਜੀ। ਯੂ ਨੋ 80s ਦੇ ਵਿੱਚ ਬਹੁਤ ਮਹਿੰਗੇ ਹੋ ਗਏ ਸੀ, 18% ਹੋ ਗਈ ਸੀ ਇੰਟਰਸਟ ਰੇਟ। ਸੋ ਸਾਰਾ ਤੇ ਡਿਪੈਂਡ ਹੁੰਦਾ ਵੀ ਹੁਣ ਜੇ ਸੋਚਦੇ ਵੀ ਵੀ ਸ਼ੁਡ ਹੈਵ ਜ਼ੀਰੋ ਡੈਟ, ਕੋਈ ਡੈਟ ਨਹੀਂ ਹੋਣੀ ਚਾਹੀਦੀ, ਮੌਰਗੇਜ ਪੇ ਕਰੋ ਜਿੰਨਾ ਛੇਤੀ ਕਰ ਸਕਦਾ। ਹੁਣ ਮੌਰਗੇਜ ਵੀ ਦੇਖੋ ਕਿੰਨੀ 5-6 ਲੱਖ ਮੌਰਗੇਜ ਹੀ ਹੋਣ ਜਾ ਰਹੇ, 8-9 ਲੱਖ $1 ਮੌਰਗੇਜ ਹੀ ਹੋ ਜਾਂਦੀ। ਉਹ ਪੇ ਡਾਊਨ ਕਰਨ ਨੂੰ ਟੇਕਸ ਟਾਈਮ, 25 ਸਾਲ ਲੱਗ ਜਾਂਦੇ, ਕੋਈ ਵਾਰੀ ਵੱਧ ਵੀ ਲੱਗ ਜਾਂਦੇ, ਐਮਰਟਾਈਜ਼ੇਸ਼ਨ ਤੇ ਡਿਪੈਂਡ।
ਪਰ ਐਵਰੀ ਫੈਮਿਲੀ ਦਾ ਡਿਫਰੈਂਟ ਹੁੰਦਾ। ਕੋਈ ਸੋਚਦਾ ਵੀ ਕੋਈ ਡੈਟ ਹੋਣੀ ਨਹੀਂ ਚਾਹੀਦੀ, ਕੋਈ ਸੋਚਦਾ ਵੀ ਜਿੰਨੇ ਤੁਸੀਂ ਬੋਰੋ ਕਰ ਸਕਦੇ ਆ ਡੈਟ ਲੈ ਸਕਦੇ ਆ ਵਰਤੋ। ਪਰ ਉਹ ਹੈ ਜੇ ਤੁਸੀਂ US ਵਿੱਚ ਵੇਖ ਲਓ, US ਦੇ ਵਿੱਚ ਜਿਹੜੇ ਸਾਰੇ ਅਮੀਰ ਫੈਮਲੀਆਂ ਲਾਈਕ multi millionaires, billionaires, ਜਿਹੜੇ ਬਹੁਤ ਜ਼ਿਆਦਾ ਅਮੀਰ ਲੋਕ ਆ, almost all of the majority debt use ਕਰਦੇ ਆ। ਪਰ ਉਹ ਯੂਜ਼ ਕਰਦੇ ਇਨ ਅ ਸਮਾਰਟ ਵੇ। ਆਈ ਨਹੀਂ ਵੀ ਤੁਸੀਂ ਬੋਰੋ ਕਰਕੇ ਸਪੈਂਡ ਕਰ ਲਓ, ਗੱਡੀ ਲੈ ਲਓ, ਟ੍ਰਿਪ ਤੇ ਲਾ ਲਓ ਜਾਂ ਸਮਾਨ ਲੈ ਲਓ ਕਰਜ਼ਾ ਚੱਕ ਕੇ। ਨੋ, ਉਹ ਯੂਜ਼ ਕਰਦੇ ਆ ਵੀ ਤੁਸੀਂ ਜੇ ਡੈਟ ਹੈਗੀ ਪੇ ਆਫ ਹੋ ਗਿਆ ਕਰ ਲਾਈਨ ਕਰ ਚੱਕ ਕੇ ਇਨਵੈਸਟਮੈਂਟ ਕਰੋ ਕੋਈ ਵੀ, ਉਹ ਪੈਸੇ ਗਰੋ ਹੋਣ। ਤੁਸੀਂ ਬੈਂਕ ਦੇ ਪੈਸੇ ਲੈ ਕੇ ਤੇ ਉਹਨੂੰ ਆਪਦੇ ਲਈ ਹੋਰ ਬਣਾਓ। ਮਨੀ ਮੇਕਸ ਮਨੀ ਕਹਿੰਦੇ ਉਹ। ਜੇ ਤੁਸੀਂ ਬੋਰੋ ਕਰਦੇ ਆ ਵੀ ਗੱਡੀਆਂ ਲੈਣ, ਘੜੀਆਂ ਲੈਣ, ਉਹੋ ਜਿਹੀਆਂ ਚੀਜ਼ਾਂ ਕਰਨ ਨੂੰ, ਦੈਨ ਫਿਰ ਕੋਈ ਸੈਂਸ ਨਹੀਂ ਬਣਦੀ, ਬਿਕਾਜ਼ ਉਹ ਤੁਹਾਨੂੰ ਪੇ ਆਫ ਕਰਨੇ ਪੈਣੇ ਆ। ਸੋ ਫਿਰ ਤਾਂ ਹੀ ਤਾਂ ਸੇਵਿੰਗਸ ਨਹੀਂ ਹੁੰਦੀ। ਫਿਰ ਜੇ ਕੈਸ਼ ਫਲੋ ਤੁਹਾਡਾ ਜਿਹੜਾ ਤੁਸੀਂ ਪੇ ਚੈੱਕ ਆਫਟਰ ਟੈਕਸ ਘਰੇ ਲੈ ਕੇ ਆਉਂਦੇ ਆ, ਬੈਂਕ ਡਿਪੋਜ਼ਿਟ ਹੁੰਦਾ, ਉਹ ਕੋਈ ਵਾਰੀ ਇਨਫ ਨਹੀਂ ਹੁੰਦਾ। ਸੋ ਫਿਰ ਲੋਕਾਂ ਨੂੰ ਲਾਈਨ ਕ੍ਰੈਡਿਟ ਚੱਕਣੀ ਪੈਂਦੀ ਹੈ, ਬਿਕਾਜ਼ ਉਹ ਆਪ ਬਣਾਉਂਦੇ ਨਹੀਂ ਇਨਫ। ਤੇ ਉਹ ਸਲੋਲੀ ਹਾਂ ਘਰ ਦੀ ਕੀਮਤ ਵਧੀ ਜਾਂਦੀ ਹੈ, ਫਿਰ ਹੋਰ ਚੱਕ ਲੈਂਦੇ। ਇਟਸ ਅ ਵੈਰੀ ਡੇਂਜਰਸ ਥਿੰਗ। ਤੇ ਜੇ ਇੰਟਰਸਟ ਰੇਟ ਵੱਧ ਗਿਆ ਫਿਰ ਫਸ ਵੀ ਸਕਦੇ ਲੋਕ। ਅੱਛਾ ਗਿੱਲ ਸਾਹਿਬ, ਇੱਕ ਸਕੂਲ ਆਫ ਥਾਟ ਇਹ ਹੈ, ਜਿਵੇਂ ਤੁਸੀਂ ਕਿਹਾ, ਉਹ ਕਹਿੰਦਾ ਇੰਨੇ ਕਈ ਮੇਰੇ ਭਾਈਬੰਦ ਬਿਜ਼ਨਸ ਦੇ ਇਹਦੇ ਵਿੱਚ ਨੇ ਡਿਵੈਲਪਮੈਂਟ 'ਚ, ਉਹ ਕਹਿੰਦੇ ਆਪਣੇ ਪੈਸੇ ਥੋੜ੍ਹਾ ਲਾਈਦੇ ਆ, ਸਾਰੇ ਪੈਸੇ ਬੈਂਕ 'ਚੋਂ ਚੱਕੀਦੇ ਆ। ਇੱਥੋਂ ਕੈਸ਼ ਫਲੋ ਦਿਖਾਇਆ, ਆਹ ਲੈ ਲਿਆ, ਇਹਦੇ ਤੋਂ ਅਗਲਾ ਲੈ ਲਿਆ, ਦੂਜੀ ਯੂਨਿਟ ਲੈ ਲਈ, ਦੂਜੇ ਦਾ ਕੈਸ਼ ਫਲੋ ਲਾ ਕੇ ਤੀਜੀ ਲੈ ਲਈ। ਇਸ ਤਰ੍ਹਾਂ ਹੀ ਉਹ ਕਹਿੰਦੇ ਕੋਲੋਂ ਪੈਸੇ ਲਾ ਕੇ ਬਿਜ਼ਨਸ ਥੋੜ੍ਹਾ ਹੁੰਦਾ। ਮਾਤੜ ਮੇਰੇ ਵਰਗੇ ਕਹਿੰਦੇ ਨੇ ਪਹਿਲਾਂ ਪੈਸੇ ਜੁੜਨ ਤੇ ਫਿਰ ਬਿਜ਼ਨਸ ਕਰੀਏ। ਇਹ ਇੱਕ ਨਾਲ ਹੀ ਕੀ ਇਹ ਗੁੱਡ ਆਈਡੀਆ ਵੀ ਜੇ ਕਿਸੇ ਨੂੰ ਕਿਤੇ ਘਰ ਦੇ ਵਿੱਚੋਂ ਮੰਨ ਲਓ ਵੀ ਕਿਸੇ ਦੇ ਘਰ ਦੇ ਕੋਲ ਉਹਦੇ ਕੋਲ ਐਕੁਇਟੀ ਆ, ਉਹਨੂੰ 2-4 ਲੱਖ ਡਾਲਰ ਮਿਲ ਗਿਆ, ਉਹ 4 ਲੱਖ ਡਾਲਰ ਨੂੰ ਕੀ ਕਰ ਸਕਦਾ? ਖੈਰ ਹੈ ਤਾਂ ਫਿਰ ਇੰਡੀਵਿਜੂਅਲ ਦੇ ਦਿਮਾਗ ਤੇ ਆ, ਪਰ ਤੁਸੀਂ ਬੀਇੰਗ ਏ ਪ੍ਰੋਫੈਸ਼ਨਲ ਕੀ ਕਹਿੰਦੇ ਹੋ ਵੀ ਕੀ ਕੀਤਾ ਜਾ ਸਕਦਾ ਉਹ 4 ਲੱਖ ਨਾਲ? ਜਿਵੇਂ ਤੁਹਾਡੇ ਭਾਈਬਾਨ ਕਹਿੰਦੇ ਵੀ ਕਿ ਆਪਦੀ ਡੋਨਟ ਯੂਜ਼ ਯੂਰ ਓਨ ਮਨੀ, ਠੀਕ ਹੈ, ਉਹ ਪੋਜੀਸ਼ਨ ਦੇ ਵਿੱਚ ਹੋ ਗਏ ਵੀ ਉਹਨਾਂ ਨੂੰ ਆਪਦੇ ਪੈਸੇ ਯੂਜ਼ ਨਹੀਂ ਕਰਨੇ ਪੈਣੇ, ਬਿਕਾਜ਼ ਉਹਨਾਂ ਨੇ ਐਕੁਇਟੀ ਬਣਾ ਲਈ। ਐਕੁਇਟੀ ਤੋਂ ਬਿਨਾਂ ਕੋਈ ਨਹੀਂ ਹੁਣ ਲੈਂਡਿੰਗ ਕਰਦੇ। ਜੇ ਪ੍ਰਾਈਵੇਟ ਲੈਂਡਰਸ ਦੇ ਦੋਗੇ ਪਰ ਇੰਟਰਸਟ ਰੇਟ ਬਹੁਤ ਹਾਈ, ਜੇ ਬੈਂਕ ਨੂੰ ਜਾਂਦੇ ਕੋਈ ਤੁਹਾਨੂੰ ਇਨਕਮ ਦਿਖਾਉਣਾ ਪੈਂਦਾ। ਹੁਣ ਐਕੁਇਟੀ ਵੀ ਵੇਚਦੇ ਪਰ ਬਾਲਾ ਐਕੁਇਟੀ ਲੈਂਡਰਸ ਬਹੁਤ ਘੱਟ ਆ, ਦੈਰ ਇਨਕਮ ਲੈਂਡਰਸ। ਪਹਿਲਾਂ 5 years before equity lenders ਸੀਗੇ ਜ਼ਿਆਦਾ, ਪਰ ਹੁਣ ਇਨਕਮ ਲੈਂਡਰਸ ਆ। ਸੋ ਇਨਕਮ ਦੀ ਬਹੁਤ ਜ਼ਰੂਰੀ ਆ। ਯੂ ਹੈਵ ਟੂ ਹੈਵ ਗੁੱਡ ਇਨਕਮ ਜੇ ਬੋਰੋ ਕਰਨ, ਬਿਕਾਜ਼ ਉਹਨਾਂ ਨੂੰ ਆਏ ਵੀ ਪੇਮੈਂਟ ਨਾ ਸਟਕ ਹੋ ਜਾਵੇ। ਜੇ ਤੁਸੀਂ ਕਮਾਉਂਦੇ ਆ ਫਿਰ ਤੁਹਾਡੀ ਪੇਮੈਂਟ ਚੱਲਦੀ ਜਾਣੀ ਆ। ਜੇ ਬਾਈ ਚਾਂਸ ਤੁਸੀਂ ਜਿਹੜੀ ਇਨਵੈਸਟਮੈਂਟ ਲਈ ਉਹ ਤੋਂ ਇਨਕਮ ਨਾ ਆਵੇ ਫਿਰ ਤੁਸੀਂ ਪੇਮੈਂਟ ਕਿਵੇਂ ਦੋਗੇ? ਸੋ that's very important ਵੀ ਤੁਹਾਨੂੰ ਜਿਹੜਾ ਤੁਸੀਂ ਇਨਵੈਸਟ ਕਰਨਾ ਵੀ ਜੇ ਤੁਹਾਨੂੰ ਇਨਕਮ ਚਾਹੀਦੀ, ਗਰੋਥ ਚਾਹੀਦਾ, ਕੀ ਚਾਹੀਦਾ, ਤੁਸੀਂ ਰਿਸਕ ਕਿਵੇਂ ਲੈ ਸਕਦੇ ਹੋ। ਹੁਣ ਜੇ ਮਾਰਕੀਟ 'ਚ ਪਾਉਣੀ, ਮਿਊਚੁਅਲ ਫੰਡਸ ਪਾਉਣੇ, ਸਟਾਕਸ ਪਾਉਣੇ, ਦੈਨ ਸੇਮ ਥਿੰਗ ਪ੍ਰੋਫੈਸ਼ਨਲ ਐਡਵਾਈਸ ਲੈਣੀ ਚਾਹੀਦੀ ਵੀ ਕੀ ਕਰਨਾ, ਬਿਕਾਜ਼ ਜਦੋਂ ਪੈਸੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ, ਪ੍ਰੋਪਰ ਐਡਵਾਈਸ। ਬਿਕਾਜ਼ ਜੇ ਲਾਈਕ ਆ ਪਿਛਲੇ ਹਫ਼ਤੇ ਵੇਖ ਲਓ ਨਿਊਜ਼ ਤੇ ਸਾਰੇ ਗੇਮ ਸਟਾਕ ਤੇ ਚੱਲਦਾ ਸੀ, ਉਹ ਕਿੰਨੀ ਉੱਪਰ ਚਲੀ ਗਈ। ਬਟ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਉਹ there's ਪਿੱਛੋਂ ਦੇ ਬਹੁਤ ਚੀਜ਼ਾਂ ਹੁੰਦੀਆਂ that I understand, but most people don't understand ਵੀ ਕਾਹਦੋਂ ਹੋਇਆ, ਕਿਵੇਂ ਹੋਇਆ। ਸੋ ਜਦੋਂ ਇਨਵੈਸਟਮੈਂਟ ਕਰਦੇ ਆ, ਧਿਆਨ ਨਾਲ ਕਰਨਾ ਪੈਂਦਾ, ਸੋਚ ਕੇ ਵੀ ਓਕੇ ਇਹ ਠੀਕ ਆ, 5 ਸਾਲ ਕਿੱਥੇ ਕਹੋਗੀ, 10 ਸਾਲ ਕਿੱਥੇ ਕਹੋਗੀ, ਹੁਣ ਇਨਕਮ ਮਿਲਣਾ ਇਹਦੇ ਵਿੱਚੋਂ। ਬਿਕਾਜ਼ there's lots of investments, ਪ੍ਰਾਪਰਟੀ ਲਾ ਲਓ, ਮਿਊਚੁਅਲ ਫੰਡ ਲੈ ਲਓ, ਸਟਾਕਸ ਲਾ ਲਓ, ਤੁਸੀਂ ਬਿਜ਼ਨਸ ਵਿੱਚ ਪਾ ਲਓ। But each person is very different. I ਨਹੀਂ ਵੀ ਆਪਾਂ ਕਹਿ ਸਕਦੇ ਵੀ ਇੱਥੇ ਲਿਖਿਆ ਆਹ ਬੁੱਕ ਕਿਤਾਬ ਆ, ਫਾਲੋ ਕਰ ਲਓ। ਜਿਵੇਂ ਤੁਸੀਂ ਸਬਜ਼ੀ ਬਣਾਉਣੀ ਹੈ, ਪਹਿਲਾਂ ਪਹਿਲਾਂ ਆਹ ਪਾਓ, ਫਿਰ ਨੂਨ ਪਾਓ, ਫਿਰ ਮਿਰਚ ਪਾਓ, ਇੰਨੀ ਪਾਉਣੀ, ਆਹੀ ਨਹੀਂ ਗਾ। there's no science system, recipe ਹੈ ਨਹੀਂ ਕੋਈ ਵੀ ਵਾਫਲੀ ਤੁਹਾਨੂੰ ਵੀ ਹਰੇਕ ਨੂੰ ਫਾਲੋ ਕਰੋ ਤੇ ਬਣ ਜਾਣੀ ਹੈ। ਮੈਂ 4 ਲੱਖ ਡਾਲਰ ਲੈ ਕੇ ਤੁਹਾਡੇ ਕੋਲ ਬਹਿ ਗਿਆ, ਤੁਸੀਂ ਪ੍ਰੋਫੈਸ਼ਨਲ ਹੋ, ਬਹੁਤ ਪੜ੍ਹਾਈ ਹੈ ਤੇ ਤਜਰਬਾ ਬਹੁਤ ਹੈ, ਤੁਸੀਂ ਇੱਕ ਸਾਈਕੋਲੋਜਿਸਟ ਦੇ ਤਰੀਕੇ ਨਾਲ ਮੇਰੇ ਨਾਲ ਗੱਲ ਕਰਦੇ ਕਰਦੇ ਇਹ ਵੀ ਭਾਂਪੋਗੇ ਵੀ ਇਹਦਾ ਕਿੱਥੇ ਪੈਸਾ ਲਾਈਏ, ਇਹਨੂੰ ਕਹੀਏ ਵੀ ਘਰ ਬਣਾ ਲੈ, ਜਾਂ ਇਹਨੂੰ ਕਹੀਏ ਵੀ 10% ਤੇ ਪ੍ਰਾਈਵੇਟ ਲੈਂਡਿੰਗ ਕਰ ਲੈ, ਜਾਂ ਮਿਊਚੁਅਲ ਫੰਡ ਲੈ ਲੈ, ਕੀ ਲੈ ਲੈ। ਇਹ ਪ੍ਰੋਫੈਸ਼ਨਲ ਇਸ ਤਰ੍ਹਾਂ ਤੁਸੀਂ ਵੇਖ ਲੈਂਦੇ ਹੋ ਜੀ ਸਾਨੂੰ ਜਦ ਬਹਿਨੇ ਆ ਤੁਹਾਡੇ ਨਾਲ?
ਹਾਂਜੀ ਮੇਰੇ ਕੋਲ ਵੀ ਹੁਣ 23 ਸਾਲ ਦੀ ਐਕਸਪੀਰੀਅੰਸ ਹੈ, ਸੋ ਪਤਾ ਲੱਗ ਜਾਂਦਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਆਈ ਮੀਨ ਫੈਮਿਲੀ ਨਾਲ ਗੱਲ ਕਰਕੇ ਫਿਰ ਹੀ ਪਤਾ ਲੱਗਦਾ ਵੀ ਉਹਨਾਂ ਨੂੰ ਕੀ ਕਰਨਾ, ਲਾਈਕ ਵਾਟ ਫੇਰ ਹੀ ਐਡਵਾਈਸ ਦੇਈਦੀ ਹੈ। ਬਿਕਾਜ਼ ਜੇ ਐਡਵਾਈਸ ਦੇਣੀ ਹੈ ਤੇ ਸਾਰਾ ਕੁਝ ਵੇਖ ਕੇ ਦੇਣੀ ਪੈਂਦੀ ਹੈ। ਆਈ ਮੀਨ ਸੇਮ ਥਿੰਗ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਉਹਨਾਂ ਨੇ ਸਾਰਾ ਕੁਝ ਦੇਖਣਾ, ਬਲੱਡ ਪ੍ਰੈਸ਼ਰ ਚੈੱਕ ਕਰਨਾ, ਪਲਸ ਚੈੱਕ ਕਰਨੀ ਹੈ, ਬਲੱਡ ਟੈਸਟ ਕਰਨਾ, ਫੇਰ ਹੀ ਦੱਸਣਾ ਵੀ ਓਕੇ ਆਹ ਤੁਹਾਨੂੰ ਹੈ, ਆਹ ਤੁਹਾਨੂੰ ਕਰਨਾ ਚਾਹੀਦਾ, ਰਾਈਟ। ਐਂਡ ਐਵਰੀਬਾਡੀ ਇਜ਼ ਡਿਫਰੈਂਟ। ਫਾਈਨੈਂਸਿਸ ਇਜ਼ ਦ ਸੇਮ ਵੇ। ਆਈ ਨਾ ਸੋਚੋ ਵੀ ਉਹ ਮੇਰੇ ਗੁਆਂਢ ਨੇ ਆਈ ਕੀਤਾ ਸੀ, ਉਹਨੇ ਤਾਂ ਅਸੀਂ ਇੱਥੇ ਪਾਏ ਸੀ, ਇਹਨੇ ਮੈਂ ਵੀ ਹੁਣ ਉੱਥੇ ਪਾ ਦੇਣੇ। ਆਈ ਮੀਨ ਠੀਕ ਹੈ, ਤੁਸੀਂ ਆਪ ਦਾ ਦੇਖੋ, ਜੇ ਠੀਕ ਲੱਗਦਾ ਤੁਹਾਨੂੰ ਕਰੋ, ਬਟ ਜਸਟ ਬੀ ਅਵੇਅਰ। ਇੱਕ ਜਿਹੜੀ ਪ੍ਰਾਈਵੇਟ ਲੈਂਡਿੰਗ ਦੇ ਬਾਰੇ ਮੈਂ ਤੁਹਾਡੇ ਨਾਲ ਪੁੱਛਣਾ ਚਾਹੁੰਦਾ। ਸਾਡੇ ਭਾਈਚਾਰੇ ਦੇ ਵਿੱਚ ਬੜੀ ਗੱਲ ਚੱਲ ਰਹੀ ਹੈ, ਕਿਉਂਕਿ ਮੌਰਗੇਜਸ ਜਿਹੜੀਆਂ ਔਖੀਆਂ ਮਿਲਦੀਆਂ, ਉਹ ਕਹਿੰਦੇ ਵੀ ਮੇਰਾ ਇੱਕ ਬੰਦੇ ਨੇ ਦੋਸਤ ਨੇ, ਉਹ ਪਿਛਲੇ ਹੁਣ 5 ਸਾਲ ਦਾ ਪ੍ਰੋਸੈਸ ਹੈ, 5 ਸਾਲ ਦੀ ਮੈਂ ਉਹਨਾਂ ਗੱਲ ਕਰ ਰਿਹਾ, ਉਹਨੇ $1 ਮਿਲੀਅਨ ਆਪਣੇ ਘਰ ਤੋਂ ਜਿਹੜਾ ਫ੍ਰੀ ਘਰ ਤੋਂ ਐਕੁਇਟੀ ਲਈ, ਤੇ ਉਹਨੇ 12% ਤੇ ਉਹਨੂੰ ਲੈਂਡ ਕਰ ਲਿਆ ਜੀ, 1,20,000 ਸਾਲ ਦਾ, ਤੇ ਉਹਦਾ ਉਹ 30,000 ਬੈਂਕ ਨੂੰ ਵਿਆਜ ਦਿੰਦਾ 3% ਤੇ। ਅੱਛਾ, ਜੇ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਵਧੀਆ ਨਹੀਂ, ਸਾਰਿਆਂ ਨੂੰ ਕਰਨਾ ਚਾਹੀਦਾ, ਸਾਰੇ ਨਹੀਂ ਕਰ ਸਕਦੇ। ਮੇਰੇ ਕੋਲ ਅਬਿਲਿਟੀ ਚਾਹੀਦੀ ਹੈ, ਜਿਹੜੀ ਮੈਂ ਪ੍ਰੋਪਰਟੀ ਦੇ ਅਗੇਂਸਟ $1 ਮਿਲੀਅਨ ਦਿੱਤਾ ਹੈ, ਕੱਲ ਨੂੰ ਉਹ ਮੈਨੂੰ ਪੈਸੇ ਦੇਣੋਂ ਹਟ ਜੇ, ਮੇਰੇ ਕੋਲ ਉਨੀ ਮਨੀ ਚਾਹੀਦੀ ਹੈ, ਮੈਂ ਉਹਨੂੰ ਕੰਪਲੀਟ ਕਰ ਸਕਾਂ। ਇਜ਼ ਦੈਟ ਰਾਈਟ? That is right, yeah. It is right. ਪ੍ਰਾਈਵੇਟ ਲੈਂਡਿੰਗ ਬਹੁਤ ਹੈਗੀਆਂ, ਆਪਣੇ ਲੋਕ ਬਹੁਤ ਕਰਦੇ ਆ। ਮੈਂ ਨਹੀਂ ਕਹਿੰਦਾ ਵੀ ਮਾੜੀ ਹੈ ਜਾਂ ਚੰਗੀ ਆ, ਹਰੇਕ ਨੂੰ ਵੇਖਣਾ ਪੈਂਦਾ ਵੀ what works for them. ਪਰ ਆਈ ਮੀਨ ਐਸ ਟਾਈਮ ਚੱਲਦਾ, ਪਰ ਤੁਹਾਨੂੰ ਵੀ ਵੇਖਣਾ ਚਾਹੀਦਾ ਵੀ ਹੁਣ ਜੇ ਬਾਈ ਚਾਂਸ ਤੁਹਾਨੂੰ ਬੈਂਕ ਤੋਂ 10% ਤੇ ਮਿਲਦਾ, 2% ਤੇ ਮਿਲਦਾ, ਫਿਰ 12% ਕਾਹ ਤੋਂ ਕੋਈ ਪੇ ਕਰੇ? ਕੋਈ ਪ੍ਰੋਬਲਮ ਹੈ? ਰਾਈਟ। ਉਹਨਾਂ ਦੀ ਕੈਸ਼ ਫਲੋ ਕੀ ਹੈ, ਕੀ ਹੋਇਆ, ਕੁਛ ਨਾ ਕੁਛ ਤਾਂ ਹੋਇਆ ਵੀ ਇੰਨੀ ਹਾਈ ਇੰਟਰਸਟ ਰੇਟ ਪੇ ਕਰਨੀ ਪੈਣੀ ਉਹਨਾਂ ਨੂੰ, ਰਾਈਟ। ਕੋਈ ਪ੍ਰੋਬਲਮ ਹੋ ਸਕਦੀ, ਉਹ ਵੀ ਵੇਖਣਾ ਪੈਣਾ। ਬਿਕਾਜ਼ ਐਵੇਂ ਤਾਂ ਨਹੀਂ 12% ਦਿੰਦੇ, ਇਟਸ ਨਾਟ ਬਾਈ ਚੋਇਸ, ਉਹਨੂੰ ਹੈਵ ਟੂ ਦੇਣਾ ਪੈਂਦਾ। ਸੋ ਕੁਛ ਨਾ ਕੁਛ ਤਾਂ ਕੋਈ ਪ੍ਰੋਬਲਮ ਤਾਂ ਹੈਗੀ ਉਹ ਤੇ, ਆਫ ਕੋਰਸ ਉਹ ਤਾਂ ਨੈਚੁਰਲ ਆ। ਸੋ ਉਹ ਵੀ ਵੇਖਣਾ ਪੈਂਦਾ। ਤੇ ਦੂਜਾ ਵੀ ਤੁਹਾਨੂੰ ਯੂ ਹੈਵ ਟੂ ਰਿਮੈਂਬਰ, ਉਹ ਤਾਂ BC ਦੇ ਵਿੱਚ ਬਹੁਤ ਲੱਕੀ ਆ। BC ਦੀ ਜਿਹੜੀ ਪ੍ਰੋਪਰਟੀ ਵੈਲਿਊਜ਼ ਤੇ ਕੀ ਹੋਏ ਤੇ ਲੋਅਰ ਮੇਨਲੈਂਡ ਦੇ ਵਿੱਚ, ਸਾਰੇ BC ਚ ਲਾ ਲਓ, ਮੋਸਟਲੀ ਕਲੋਨਾ ਵੀ ਲਾ ਲਓ, ਇਟਸ ਅਨਹਰਡ ਆਫ। ਇਟਸ ਨਾਟ ਨੋਰਮਲ ਵੀ ਹਰੇਕ ਸਾਲ ਉੱਪਰ ਜਾ ਵੜਦੇ ਆ। ਆਈ ਹਾਂ ਹੈਗਾ 90s ਦੇ ਵਿੱਚ ਫਲੈਟ ਸੀਗਾ, ਥੋੜੇ ਥੱਲੇ ਵੀ ਚਲੇ ਗਿਆ ਸੀ, 80s ਵਿੱਚ ਬਹੁਤ ਡਿੱਗ ਪਏ ਸੀਗੇ। ਈਵਨ 2008 ਦੇ ਵਿੱਚ ਇੰਨੇ ਡਿੱਗੇ ਨਹੀਂ ਸੀ, ਬਿਕਾਜ਼ ਡਿਮਾਂਡ ਬਹੁਤ ਸੀ ਇਮੀਗ੍ਰੇਸ਼ਨ ਦੀ ਤੇ ਫੋਰਨ ਇਨਵੈਸਟਰਸ ਇੱਥੇ ਆ ਕੇ ਪ੍ਰੋਪਰਟੀ ਲੈਣ ਨੂੰ, ਤੇ ਡੈਮੋਗ੍ਰਾਫਿਕਸ ਦੇ ਨਾਲ। ਪਰ ਇਹ ਇਟਸ ਨਾਟ ਨੋਰਮਲ। ਹੁਣ ਤੁਸੀਂ ਸਸਕੈਚੁਅਨ ਜਾ ਵੜੋ ਜਾਂ ਤੁਸੀਂ ਹੋਰ ਕਿਤੇ US, ਜਿੱਥੇ ਮਰਜ਼ੀ ਜਾ ਵੜੋ US ਦੇ ਵਿੱਚ, ਅਸਾਈਡ ਫਰਮ ਨਿਊਯਾਰਕ, ਮੇਬੀ ਮਾਇਆਮੀ, LA ਦਾ ਵੀ ਹੁਣ ਮੂਵ ਹੋਣ ਲੱਗ ਪਿਆ। ਇਹ ਆਈ ਨਹੀਂ ਕਿ ਵੀ ਪ੍ਰੋਪਰਟੀ ਹਮੇਸ਼ਾ ਉੱਪਰ ਜਾਣ ਲੱਗ ਪੈਂਦੀ ਹੈ। ਯੂਜਲੀ ਇਟ ਸਟੇਜ਼ ਸਟੇਬਲ, ਰਾਈਟ। ਕੋਈ ਏਰੀਆਜ਼ ਆ ਦੁਨੀਆ ਦੇ ਵਿੱਚ ਜਿਹੜੇ ਆਈ ਹੁੰਦਾ, ਲਾਈਕ ਸਿੰਗਾਪੁਰ, ਹਾਂਗਕਾਂਗ, ਵੈਨਕੂਵਰ ਆ ਗਿਆ, ਸੈਨ ਫਰਾਂਸਿਸਕੋ, ਨਿਊਯਾਰਕ, ਰਾਈਟ। ਟੋਰਾਂਟੋ ਦੇ ਨਾਲ ਵੀ ਹੋ ਗਿਆ ਸੀ ਥੋੜੇ ਚਿਰ ਲਈ। ਬਟ ਇਟਸ ਨਾਟ ਨੋਰਮਲ। ਇਹ ਆਈ ਨਹੀਂ ਵੀ ਇਹ ਚੱਲੀ ਜਾਣੀ ਹੈ। ਹੂ ਨੋਜ਼ ਵੀ ਕਦੋਂ ਸਲੋ ਡਾਊਨ ਹੋ ਜਾਣਾ, ਹੂ ਨੋਜ਼ ਵੀ ਪ੍ਰਾਈਸਿਸ ਕਦੋਂ ਸੈਟਲ ਹੋ ਜਾਣੀਆਂ। ਤੇ ਮੈਂ ਆਈ ਨਹੀਂ ਕਹਿੰਦਾ ਵੀ ਪ੍ਰਾਈਸਿਸ ਥੱਲੇ ਆਉਣੀ ਜਾਂ ਬਹੁਤ ਆਉਣੀਆਂ ਥੱਲੇ। ਦੈਟਸ ਨਾਟ ਦ ਪੁਆਇੰਟ। ਦ ਪੁਆਇੰਟ ਇਜ਼ ਵੀ ਇਟ ਕੈਨ ਹੈਪਨ। ਸੋ ਜੇ 90s ਵਿੱਚ ਵੇਖ ਲਓ, 90s ਦੇ ਵਿੱਚ ਪ੍ਰਾਈਸਾਂ ਕਿੰਨੀਆਂ ਡਿੱਗ ਪਈਆਂ ਸੀਗੀਆਂ ਘਰਾਂ ਦੀਆਂ, ਫੋਰਕਲੋਜ਼ਰਸ ਕਿੰਨੀਆਂ ਹੋ ਗਈਆਂ ਸੀਗੀਆਂ, ਰਾਈਟ। ਸੋ ਮੈਨੀ ਫੋਰਕਲੋਜ਼ਰ। 80s ਦੇ ਵਿੱਚ ਦੇਖ ਲਓ, ਜਦੋਂ ਇੰਟਰਸਟ ਰੇਟ ਵੱਧ ਗਈਆਂ ਸੀ, ਕਿੰਨੇ ਫੋਰਕਲੋਜ਼ਰਸ ਹੋ ਗਏ ਸੀ। ਉਹ ਤੋਂ ਪਹਿਲਾਂ ਸਾਰੇ ਕਹਿੰਦੇ ਸੀ ਕਦੇ ਨਹੀਂ ਹੋਣਾ, ਪਰ ਹੋ ਗਿਆ ਸੀਗਾ। ਗਿੱਲ ਸਾਹਿਬ, ਮੈਨੂੰ 2 ਮਿੰਟ ਬ੍ਰੇਕ ਲੈਣੀ ਪੈਣੀ ਹੈ ਨਿਊਜ਼ ਦੇ ਲਈ, ਤੇ ਇੱਥੋਂ ਆ ਕੇ ਆਪਾਂ ਅੱਜ ਹੁਣ ਰੀਅਲ ਅਸਟੇਟ ਦੇ ਬਾਰੇ ਗੱਲ ਕਰਨੀ ਹੈ। ਅਗਲੇ 10 ਮਿੰਟ ਪਲੀਜ਼ ਹੋਲਡ ਕਰਿਓ। ਸਤਵੀਰ ਸਿੰਘ ਗਿੱਲ, ਸੈਟ ਗਿੱਲ ਮੇਰੇ ਨਾਲ ਨੇ। ਗੱਲਬਾਤ ਚੱਲ ਰਹੀ ਸੀ ਰੀਅਲ ਅਸਟੇਟ ਦੀਆਂ ਕੀਮਤਾਂ ਬਾਰੇ ਕਿ ਕਿਤੇ ਸੈਟਲ ਹੋ ਸਕਦੀਆਂ। ਅੱਛਾ ਗਿੱਲ ਸਾਹਿਬ, ਪਹਿਲਾਂ ਤਾਂ ਮਾਫੀ ਇੰਟਰਪਟ ਤੁਹਾਨੂੰ ਕਰਨਾ ਪਿਆ, ਪਰ ਹੁਣ ਗਵਰਨਮੈਂਟ ਦੀ CRTC ਦੀ ਰਿਕੁਆਇਰਮੈਂਟ ਹੈ ਜੀ, ਐਵਰੀ 30 ਮਿੰਟ ਸਾਨੂੰ ਨਿਊਜ਼ ਰਨ ਕਰਨੀਆਂ ਪੈਂਦੀਆਂ ਨੇ। ਥੈਂਕ ਯੂ, ਧੰਨਵਾਦ ਬਹੁਤ ਫॉर ਮੇਰੇ ਨਾਲ ਰਹਿਣ ਲਈ। ਅੱਛਾ, ਜੇ ਮੈਂ ਪਿਛਲੇ 20 ਸਾਲਾਂ ਦਾ ਸਮਾਂ ਵੇਖਦਾ ਜੀ, ਜਦ ਤੋਂ ਮੈਂ ਇੱਥੇ ਰਹਿ ਲੱਗਿਆ ਦੇਸ਼ ਦੇ ਵਿੱਚ, 1.5 ਲੱਖ ਦੀ ਇੱਕ ਸਰੀ ਦੀ ਲੋਟ ਅੱਜ ਉਹ $1 ਮਿਲੀਅਨ ਦੀ ਹੈ। 1000% ਦੇ ਕਰੀਬ ਕੀਮਤਾਂ ਉੱਪਰ ਗਈਆਂ। ਜਿਹੜਾ ਤੁਹਾਡਾ ਫਾਈਨੈਂਸ਼ੀਅਲ ਪ੍ਰੋਫੈਸ਼ਨਲਸ ਦਾ ਇਹ ਕਹਿਣਾ ਹੁੰਦਾ ਵੀ ਪ੍ਰਾਈਸ ਐਡਜਸਟ ਹੋ ਜਾਣਗੀਆਂ, ਉਹ ਡੈਫੀਨੇਸ਼ਨ ਕੀ ਹੈ ਜੀ ਅਸਲ, ਇਹ ਸਮਝਾਓ। ਪ੍ਰਾਈਸ ਐਡਜਸਟਮੈਂਟ ਤਾਂ
ਮਾਰਕੀਟ ਡਿਟਰਮਨ ਕਰਦੀ ਆ ਹੁਣ ਜਿੰਨਾ ਤੁਸੀਂ ਵੈਲਿਊ ਪਾਉਂਦੇ ਕੁਛ ਚੀਜ਼ ਤੇ ਓਨੀ ਦੀ ਉਹਦੀ ਵੈਲਿਊ ਹੋਣੀ ਆ ਸੋ ਮੈਂ I'm not a real estate professional. Yes. So ਮੈਂ ਨਹੀਂ ਕਹਿੰਦਾ ਵੀ ਆਪਣੇ ਪ੍ਰਾਈਸਾਂ ਤੇ ਥੱਲੇ ਹੋਣੀ or anything like that. I think BC is like ਸਭ ਤੋਂ ਦੁਨੀਆ ਦੇ ਵਿੱਚ ਤੁਸੀਂ ਵੇਖੋ ਵੀ ਕਿੱਥੇ ਰਹਿਣ ਨੂੰ ਚਾਹੁੰਦੇ ਆ ਲੋਕ ਸਭ ਤੋਂ ਵਧੀਆ ਕਿੱਥੇ it's the best area. ਤੁਸੀਂ ਸਾਰੀਆਂ ਚੀਜ਼ਾਂ ਵੇਖ ਲਓ whether it's clean water, clean air, safety ਸਾਰਾ ਕੁਝ ਇੱਥੇ ਹੈਗਾ comparatively ਦੁਨੀਆ 'ਚ ਵੇਖਦੇ ਤੇ ਆਪਾਂ ਨੂੰ ਵੈਂਕੂਵਰ ਨੂੰ ਆਪਣੇ ਏਰੀਆ ਨੂੰ ਆਏ ਵੇਖਣਾ ਚਾਹੀਦਾ ਵੀ ਸਾਰੀ ਦੁਨੀਆ ਦੇ ਕਿਵੇਂ ਕੰਪੇਅਰ ਕਰਦਾ ਆਈ ਨਹੀਂ ਵੀ ਸਾਰੀ ਤੋਂ ਡੈਲਟਾ ਕਿਵੇਂ ਕੰਪੇਅਰ ਕਰਦਾ ਐਬਸਫੋਰਡ ਕਿਵੇਂ ਕੰਪੇਅਰ ਕਰਦਾ ਯੂ ਹੈਵ ਟੂ ਲੁੱਕ ਐਟ ਇਟ ਗਲੋਬਲੀ ਬਿਕਾਜ਼ ਜਦੋਂ ਮਾਰਕੀਟ ਆਈ ਹੁੰਦਾ ਤੇ ਇੰਨੀ ਪ੍ਰਾਈਸਾਂ ਵਧੀਆਂ ਇਹ ਇਕੱਲੇ ਆਪਣੇ ਲੋਕਲ ਡਿਮਾਂਡ ਦੇ ਨਾਲ ਨਹੀਂ ਇਟਸ ਬਿਕਾਜ਼ ਆਫ ਇਮੀਗ੍ਰੇਸ਼ਨ ਇਟਸ ਬਿਕਾਜ਼ ਦੂਜੇ ਕੰਟਰੀਆਂ ਤੋਂ ਸਿਟੀਜ਼ ਤੋਂ ਕੋਈ ਵੇਖਦਾ ਵੀ ਹਾਂ ਇੱਥੇ ਮੈਂ ਵੀ ਇੱਥੇ ਰਹਿਣਾ ਚਾਹੁੰਦਾ ਮੈਂ ਵੀ ਇੱਥੇ ਪੜ੍ਹਾਉਣੇ ਆ ਬੱਚੇ ਇੱਥੇ ਰਹਿਣਾ ਉਹਨਾਂ ਨੂੰ ਜਦੋਂ ਪੜ੍ਹ ਗਏ ਦੋਜ਼ ਟਾਈਪਸ ਆਫ ਥਿੰਗਸ ਸੋ ਪ੍ਰਾਈਸ ਸੈਟਲਮੈਂਟ ਦਾ ਇਟਸ ਨਾਟ ਐਨ ਈਜ਼ੀ ਥਿੰਗ ਪ੍ਰਾਈਸ ਸੈਟਲਮੈਂਟ ਤਾਂ ਉਹੀ ਹੁੰਦੀ ਵੀ ਤੁਸੀਂ ਕਿੰਨਾ ਪੇ ਕਰਨਾ ਹੁਣ ਜੇ ਤੁਹਾਡੀ ਲਾਟ $1 million ਤੇ ਹੋਰ ਕੋਈ ਆ ਕੇ ਕਹਿੰਦਾ ਮੈਂ ਤਾਂ 1.2 ਦੀ ਲੈ ਲੈਣੀ ਹੈ ਤੇ ਫਿਰ 1.2 ਦੀ ਵੈਲਿਊ ਬਣ ਗਈ ਕੋਈ ਆ ਕੇ ਕਹਿੰਦਾ ਮੈਂ ਤਾਂ 8 ਲੱਖ ਦੀ ਲੈਣੀ ਹੈ ਫਿਰ 8 ਲੱਖ ਦੀ ਵੈਲਿਊ ਰਹਿ ਗਈ So it's set by the market. I need koi government set karda ਜਾਂ ਹੋਰ ਕੋਈ set ਕਰਦਾ. That's the difference around the stock market. In stock market it's set every day. Buyers and sellers. ਰੋਜ਼ ਪਤਾ ਲੱਗਦਾ ਮੇਰੀ ਵਾਲੀ ਕੀ ਕੰਪਨੀਆਂ ਦੀਆਂ. Right? Real estate is different that way. ਅੱਛਾ ਗਿੱਲ ਸਾਹਿਬ ਇੱਕ ਭਾਈਚਾਰਾ ਨਾ ਜੀ ਸਾਡਾ ਬਦਕਿਸਮਤੀ ਆ ਬਦਕਿਸਮਤੀ ਨਹੀਂ ਅਸਲ ਇਸ ਸਿਸਟਮ ਦੇ ਲਈ ਅਸੀਂ ਟ੍ਰੇਨਡ ਹੀ ਨਹੀਂ ਜਿਹੜੇ ਅਸੀਂ ਵੱਡੇ ਹੋ ਕੇ ਆਉਂਦੇ ਨਾ 25 ਸਾਲ ਦੇ ਅਸੀਂ ਟ੍ਰੇਨਡ ਨਹੀਂ ਭਾਈਚਾਰੇ ਦੇ ਵਿੱਚ 80% ਬਿਜ਼ਨਸ ਅਫਵਾਹਾਂ ਤੇ ਚੱਲਦਾ ਹੋ ਲੈ ਵੀ ਲੈ ਲਓ ਕਿਹੜਾ ਹੁਣ ਭੰਗ ਨੇ ਬਸ ਇਹ 5 ਸੈਂਟ ਵਾਲੇ $500 ਦੇ ਹੋ ਜਾਣੇ ਨੇ 5 ਸੈਂਟ ਦਾ $500 ਦਾ ਉਹਦੇ ਬਾਅਦ ਉੱਥੇ ਲੌਟਾਂ ਮਿਲਦੀਆਂ ਨੇ PLA ਹੋ ਗਿਆ ਇਹ ਲੌਟਾਂ ਸਾਲ ਨੂੰ ਆਉਣੀਆਂ ਨੇ ਤੇ ਇਹਦਾ ਦੇ ਦਿਓ 2 ਲੱਖ ਕੋਈ ਆਪਸ਼ਨ ਨਹੀਂ ਰਜਿਸਟਰਡ ਹੁੰਦੀ ਅਗਲਾ 2 ਲੱਖ ਅਨਡਿਵਾਈਡਡ ਲੈਂਡ ਦਾ ਲੈ ਕੇ 5 ਲੋਟਾਂ ਦਾ $1 ਮਿਲੀਅਨ ਲੈ ਕੇ ਕਿਤੇ ਹੋਰ ਪੈਸੇ ਲਾ ਕੇ ਕਮਾਈ ਕਰ ਰਿਹਾ ਤੁਸੀਂ ਉਹਨੂੰ ਸੂਹ ਕਰਦੇ ਹੋ ਲਿਟੀਗੇਸ਼ਨ ਜਾਂਦੇ ਹੋ ਉਹ ਅਨਡਿਵਾਈਡਡ ਲੈਂਡ ਹੈ ਤੁਹਾਡੇ ਕੋਲ ਕੋਈ PID ਨੰਬਰ ਨਹੀਂ ਤੁਹਾਡੇ ਕੋਲ ਕੁਛ ਨਹੀਂ PLA ਇਜ਼ ਨਥਿੰਗ ਉਹ ਪ੍ਰੀਲਿਮਿਨਰੀ ਲੇਆਊਟ ਹੈ ਮਤਲਬ ਇਹ ਮੈਂ ਤੁਹਾਨੂੰ ਤੁਸੀਂ ਪ੍ਰੋਫੈਸ਼ਨਲੀ ਮੈਂ ਇੱਕ ਆਈਡੀਆ ਦਿੰਦਾ ਵੀ ਐਕਟ ਕਿਵੇਂ ਕਰਦੇ ਲੈ ਲਓ ਜੀ ਆਹ ਟਾਊਨ ਹਾਊਸ ਕੋਂਡੋ ਹੁਣ $50,000 ਸਸਤੇ ਮਿਲ ਰਹੇ ਨੇ ਜਦ ਕੰਪਲੀਸ਼ਨ ਹੋਣੀ ਆ $50,000 ਮਹਿੰਗੇ ਵਿਕ ਜਾਣੇ ਤੇ 8 ਲੱਖ ਦਾ ਟਾਊਨ ਹਾਊਸ ਹੈ ਤੇ ਉਹਦੇ ਤੇ $50,000 ਬਣਦਾ ਇਹ ਜਿਹੜੀਆਂ ਰਿਊਮਰਸ ਜਦ ਹੁੰਦੀਆਂ ਨੇ ਉਸ ਨੂੰ ਮੈਂ ਨਿੱਜੀ ਤੌਰ ਤੇ ਐਨਾਲਾਈਜ਼ ਕਿਵੇਂ ਕਰਾਂ ਇਹ ਵੀ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਤੁਸੀਂ ਸਮਝਾ ਸਕਦੇ ਹੋ ਉਹ ਸਮਝਾਓ ਅਜੀਤ ਸਿੰਘ ਜੀ ਜਦੋਂ ਆਪਾਂ ਵੇਖਦੇ ਹਾਂ ਉਹ ਚੀਜ਼ਾਂ ਪਹਿਲਾਂ ਤਾਂ ਜਿਹੜਾ ਕਾਮਨ ਸੈਂਸ ਵਰਤਣੀ ਚਾਹੀਦੀ ਹੈ ਵੀ ਇਹ ਸੱਚ ਇਹ ਐਂ ਹੋ ਸਕਦਾ if it's too good to be true usually it is not true right so ਜੇ ਤੁਹਾਨੂੰ ਐਂ ਲੱਗਦਾ ਵੀ ਮੇਰਾ ਇਹ ਦੇ ਕੇ ਮੈਨੂੰ 50,000 ਦੇ ਕੇ ਮੈਨੂੰ 50,000 ਹੋਰ ਬਣ ਜਾਣਾ ਫਿਰ ਸਾਰੇ ਲੋਕ ਆ ਨਹੀਂ ਕਰਦੇ ਤੇ ਜੋ ਰੀਅਲ ਏਸਟੇਟ ਦੀ ਤੁਸੀਂ ਗੱਲ ਕਰਦੇ ਮੈਂ ਵਕੀਲ ਨਹੀਂ ਗਾ ਮੈਂ ਰੀਅਲ ਏਸਟੇਟ ਪ੍ਰੋਫੈਸ਼ਨਲ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਲਾਸ ਰੂਟ ਹੋ ਰਿਹਾ ਬਹੁਤ ਆਪਾਂ ਨੂੰ ਸਾਰਿਆਂ ਨੂੰ ਪਤਾ ਲਿਟੀਗੇਸ਼ਨ ਹੁੰਦੀਆਂ ਪਹਿਲਾਂ ਪੇਪਰ ਪੜ੍ਹੋ ਜੇ ਉਹੋ ਜਿਹੀਆਂ ਚੀਜ਼ਾਂ ਇਨਵੈਸਟਮੈਂਟ ਉਹ ਚੀਜ਼ਾਂ ਵਿੱਚ ਕਰਨੀ ਹੈ ਦੈਨ ਨੋ ਦ ਮਾਰਕੀਟ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਤੁਸੀਂ ਕਰਦੇ ਕੀ ਐਵੇਂ ਪਿੱਛੇ ਨਾ ਲੱਗੋ ਕਿਸੇ ਦੇ ਸਟੱਡੀ ਕਰੋ ਥੋੜ੍ਹਾ ਜਿਹਾ ਪੜ੍ਹੋ ਆਪਦੇ ਵਕੀਲ ਨੂੰ ਪੁੱਛੋ ਵੀ ਇਹ ਜੇ ਮੈਂ ਪੇਪਰ ਸਾਈਨ ਕੀਤਾ ਵੀ ਜਿਹੜੇ ਉਹ ਕਹਿੰਦੇ ਇਹ ਠੀਕ ਕਹਿੰਦੇ ਆ ਰਾਈਟ ਜੇ ਸਪੈਸ਼ਲੀ ਰੀਅਲ ਏਸਟੇਟ ਦੇ ਨਾਲ ਜਦੋਂ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਨਾ ਵਕੀਲ ਨੂੰ ਪੁੱਛੋ ਪਹਿਲਾਂ ਵੀ ਇਹ ਠੀਕ ਹੈ ਜੇ PLA ਹੈਗਾ ਤਾਂ ਮੇਰੇ ਪੈਸੇ ਸਿਕਿਉਰ ਆ ਕੀ ਹੈ ਕੀ ਨਹੀਂ ਉਹ ਉਹ ਸਿੰਪਲ ਥਿੰਗਸ ਹਾਂ $100 ਥੋੜਾ ਲੱਗ ਜਾਣਾ ਵਕੀਲ ਤੇ ਪਰ ਐਟਲੀਸਟ ਤੁਹਾਨੂੰ ਲਿਟੀਗੇਸ਼ਨ ਤੇ ਤਾਂ $1,000 ਲੱਗੂਗੇ ਸੋ ਪ੍ਰੋਫੈਸ਼ਨਲ ਐਡਵਾਈਸ ਤੁਹਾਡੀ ਗੱਲ ਠੀਕ ਹੈ ਲੈਣੀ ਚਾਹੀਦੀ ਹੈ ਜਿਹੜੇ ਮਰਜ਼ੀ ਤੁਸੀਂ ਕੰਮ ਦੇ ਵਿੱਚ ਕਰਨਾ ਜੇ ਰੀਅਲ ਏਸਟੇਟ ਦੀ ਕੁਛ ਟ੍ਰਾਂਜੈਕਸ਼ਨ ਟੇਕ ਪ੍ਰੋਫੈਸ਼ਨਲ ਐਡਵਾਈਸ ਲੀਗਲ ਪੁੱਛੋ ਵੀ ਇਹ ਠੀਕ ਹੈ ਕਿ ਨਹੀਂ ਫਾਈਨੈਂਸ਼ੀਅਲ ਦੇ ਵਿੱਚ ਸੇਮ ਥਿੰਗ ਪੁੱਛੋ ਸਾਡੇ ਵਰਗੇ ਨੂੰ ਪੁੱਛੋ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਵੈਲਥ ਮੈਨੇਜਰਸ ਵੀ ਇਹ ਠੀਕ ਹੈ ਗੱਲ ਡਜ਼ ਇਟ ਮੇਕ ਸੈਂਸ ਮੇਰੇ ਲਈ ਠੀਕ ਹੈ ਇਹ it makes sense biggest thing is trust right trust ਤੇ ਜਿਹੜੀ ਰਿਲੇਸ਼ਨਸ਼ਿਪ ਜੇ ਬਣ ਜਾਵੇ professionals ਦੇ ਨਾਲ ਉਹ ਥੋੜੀ ਲਾਈਫ ਟਾਈਮ ਨਾਲ ਰਹਿੰਦੀ ਹੈ ਤੇ ਪਤਾ ਵੀ ਉਹ ਬੰਦੇ ਨੂੰ ਫੋਨ ਤੁਸੀਂ ਕਿਸੇ ਨੂੰ ਫੋਨ ਕਰਕੇ ਪੁੱਛ ਸਕਦੇ ਵੀ ਮੈਂ ਆ ਸੁਣਿਆ ਤੁਹਾਨੂੰ ਕਿਵੇਂ ਲੱਗਿਆ
ਤੇ ਫਿਰ ਉਹਨਾਂ ਨੇ ਕਹਿ ਦੇਣਾ ਤੁਹਾਨੂੰ ਵੀ ਹਾਂ ਮੈਨੂੰ ਤਾਂ ਠੀਕ ਲੱਗਦਾ ਜਾਂ ਨਹੀਂ ਠੀਕ ਲੱਗਦਾ, ਜਾਂ ਆਹ ਕੁਐਸਚਨ ਪੁੱਛੋ ਜਾਂ ਉਹ ਕਰੋ। ਤਾਂ ਜਿਹੜੀ ਉਹ ਟਰਸਟ ਦੀ ਰਿਲੇਸ਼ਨਸ਼ਿਪ ਆ ਇਜ਼ ਵੈਰੀ ਇੰਪੋਰਟੈਂਟ। ਤੇ ਕੋਈ ਵਾਰੀ ਆਪਾਂ ਭੁੱਲ ਜਾਂਦੇ ਹਾਂ ਵੀ ਉਹ ਕਿੰਨੀ ਇੰਪੋਰਟੈਂਟ ਆ। ਉਹ ਮੈਨੂੰ ਰੇਟ ਉੱਥੋਂ ਥੋੜੀ ਜਿਹੀ ਵੱਧ ਮਿਲ ਗਈ, ਮੈਂ ਉੱਥੇ ਚਲੇ ਜਾਣਾ, ਚਲੋ ਫਿਰ ਜਾ ਲਓ ਫਿਰ ਤੁਸੀਂ, ਫਿਰ ਮੇਰੇ ਕੋਲ ਵਾਪਸ ਨਾ ਆਓ ਫਿਰ ਜਦੋਂ ਤੁਹਾਨੂੰ ਗਲਤ ਕੁਛ ਹੋ ਗਿਆ, ਰਾਈਟ। ਆਈ ਮੀਨ ਯੂ ਹੈਵ ਟੂ ਰਿਮੈਂਬਰ ਵੀ ਜਿਹੜੀ ਉਹ ਜੇ ਤੁਸੀਂ ਰਿਲੇਸ਼ਨਸ਼ਿਪ ਬਣਾ ਸਕਦੇ ਕਿਸੇ ਨਾਲ ਜਿਹੜੀ ਟਰਸਟਵਰਦੀ ਆ, ਅਕਾਊਂਟੈਂਟ ਹੋਵੇ, ਵਕੀਲ ਹੋਵੇ, ਫਾਈਨੈਂਸ਼ੀਅਲ ਪਰਸਨ ਹੋਵੇ, ਜਿਹੜਾ ਤੁਸੀਂ ਨਾਲ ਡੀਲ ਕਰਦੇ ਆ, ਉਹਦੇ ਨਾਲ ਕੋਈ ਕੀਮਤ ਨਹੀਂ ਲਾ ਸਕਦੇ ਤੁਸੀਂ। ਸੋ ਅੱਜ ਦੇ ਮੈਂ ਸ਼ੋਅ ਨੂੰ ਜੇ ਸਮ ਅਪ ਕਰਾਂ, ਐਕੁਇਟੀ ਸਾਡੇ ਕੋਲ ਜਾਂ ਸੇਵਿੰਗਸ ਕੁਛ ਵੀ ਹੋ ਗਈ, ਮੈਂ ਆਪਾਂ ਪ੍ਰੋਪਰਟੀ ਤੇ ਮੇਰੀ ਐਕੁਇਟੀ ਹੋ ਗਈ, ਜਾਂ ਮੈਂ 5-4 ਲੱਖ ਡਾਲਰ ਪਿਛਲੇ 10-15 ਸਾਲਾਂ 'ਚ ਜੋੜ ਲਏ, ਉਹ 4 ਲੱਖ 2% ਤੇ ਰੱਖ ਕੇ ਉਹਨੇ ਕੁਛ ਨਹੀਂ ਦੇਣਾ। ਉਹਨਾਂ ਨੇ ਬੈਂਕ ਨੇ ਤੁਹਾਨੂੰ 4 ਲੱਖ ਤੇ 2% ਦੇ ਕੇ ਨਾਲ ਹੀ ਤੁਹਾਡਾ ਟੈਕਸ ਦੇ ਲਈ ਉਹਨਾਂ ਨੇ ਰਸੀਟ ਭੇਜ ਦੇਣੀ ਹੈ। ਫॉर ਪ੍ਰੋਫੈਸ਼ਨਲ ਇੱਕ ਫਾਈਨੈਂਸ਼ੀਅਲ ਪਲੈਨਰ, ਪੋਰਟਫੋਲੀਓ ਮੈਨੇਜਰ, ਉਹ 4 ਲੱਖ ਨੂੰ ਤੁਹਾਨੂੰ ਕਿੱਥੇ ਪਾਉਣਾ ਹੈ, ਲੱਖ ਇੱਥੇ ਪਾਉਣਾ, 50,000 ਇੱਥੇ ਪਾਉਣਾ, ਜਾਂ ਇੱਥੇ ਪਾਉਣਾ, ਜਾਂ 4 ਲੱਖ ਦੀ ਲੋਟ ਲੈਣੀ ਹੈ। ਸੋ ਸਾਨੂੰ ਕਮਿਊਨਿਟੀ ਨੂੰ ਇਸ ਜਗ੍ਹਾ 'ਤੇ ਆ ਕੇ ਜਿਹੜਾ 5-4 ਹਜ਼ਾਰ ਡਾਲਰ ਦੀ ਇੱਕ ਫੀਸ ਕਿਸੇ ਪ੍ਰੋਫੈਸ਼ਨਲ ਨੂੰ ਦੇਣੀ ਜ਼ਰੂਰੀ ਹੈ, ਅਤੇ ਉਹ ਪ੍ਰੋਫੈਸ਼ਨਲ ਕੀ ਤੁਹਾਨੂੰ ਸਮਝਾ ਸਕਦਾ ਹੈ। ਜੇ ਇਸ ਨੂੰ ਆਪਾਂ ਅੱਜ ਦੇ ਇਸ ਨੂੰ ਸਮ ਅਪ ਕਰੀਏ ਅਖੀਰ ਦੇ ਵਿੱਚ, ਤੁਸੀਂ ਅਗਲੀ ਮੰਗਲਵਾਰ ਨੂੰ ਮੈਂ ਜਿਹੜਾ ਤੁਹਾਡਾ ਮਿਊਚੁਅਲ ਫੰਡਸ ਦਾ ਇੱਕ ਸ਼ਬਦ ਹੈ ਉਹਦੇ ਤੇ ਆਪਾਂ ਅੱਧਾ ਘੰਟਾ ਲਾਵਾਂਗੇ ਅਖੀਰ 'ਚ ਅੱਜ ਦੇ ਸ਼ੋਅ ਨੂੰ ਜੇ ਸਮ ਅਪ ਕਰਨਾ ਹੋਵੇ। I think ਅੱਜ ਦੇ ਸ਼ੋਅ ਨੂੰ ਸਮ ਅਪ ਕਰਨਾ, ਪ੍ਰੋਫੈਸ਼ਨਲ ਐਡਵਾਈਸ ਬਹੁਤ ਵੈਲਿਊਬਲ ਹੈ। ਜੇ ਤੁਸੀਂ ਪ੍ਰਾਪਰਟੀ ਵਿੱਚ ਵੀ ਕੋਰਸ ਕਰਨਾ ਜਾਂ ਫਾਈਨੈਂਸ ਕਰਨਾ, ਵੀ ਸੀਕ ਪ੍ਰੋਫੈਸ਼ਨਲ ਐਡਵਾਈਸ। because litigation ਨਹੀਂ ਹੋਣੀ, ਜਿਵੇਂ ਤੁਸੀਂ ਗੱਲ ਕੀਤੀ ਸੀ PLA, PID, those types of things, right? ਉਹਦੇ ਉੱਪਰੋਂ ਵੀ ਤੁਸੀਂ ਆਪਦਾ ਜੇ ਲੈਵਰੇਜਿੰਗ ਕਰਨੇ, ਪੈਸੇ ਚੱਕਣੇ ਘਰ ਤੇ ਲਾਈਨ ਕ੍ਰੈਡਿਟ ਤੋਂ ਚੱਕਣੇ, ਤੁਸੀਂ ਆਪਦਾ ਦੇਖੋ ਵੀ ਤੁਸੀਂ ਕਿੰਨਾ ਅਫੋਰਡ ਕਰ ਸਕਦੇ, ਪੇਮੈਂਟ ਕਿੰਨੀ ਅਫੋਰਡ ਕਰ ਸਕਦੇ, ਜਿਹੜੀ ਤੁਸੀਂ ਇਨਵੈਸਟਮੈਂਟ ਵਿੱਚ ਪਾਉਣੀ ਆ ਉਹਦੇ ਵਿੱਚੋਂ ਇਨਕਮ ਕਿੰਨਾ ਹੋਣਾ, ਤੇ ਉਹ ਫਿਰ ਤੁਹਾਡੀ ਪੇਮੈਂਟ ਕਿੰਨੀ ਆਫਸੈਟ ਹੋ ਸਕਦੀ, ਤੁਹਾਨੂੰ ਕਿੰਨੇ ਚਾਹੀਦੇ ਆ। ਤੇ ਉਹ ਸਾਰੀਆਂ ਚੀਜ਼ਾਂ ਯੂ ਹੈਵ ਟੂ ਲੁੱਕ ਐਟ ਐਂਡ ਸੇ ਮੈਨੂੰ ਬਹੁਤ ਸਸਤੇ ਪੈਸੇ ਮਿਲਦੇ ਹਨ, 2%, 10% ਤੇ ਮਿਲ ਜਾਂਦੇ। ਜੇ ਮੈਂ 6% ਤੇ ਪਾ ਸਕਦਾ, 8% ਤੇ ਪਾ ਸਕਦਾ, ਕਿੰਨਾ ਡਿਫਰੈਂਸ ਬਣਦਾ, what does that look like? The tax ਦਾ ਵੀ of course tax ਦਾ ਵੀ ਦੇਖਣਾ ਪੈਂਦਾ, because tax ਤਾਂ pay ਕਰਨਾ ਪੈਣਾ obviously। ਧੰਨਵਾਦ ਬਹੁਤ ਬਹੁਤ। ਅਗਲੀਆਂ ਸੈਗਮੈਂਟਸ ਆਪਾਂ ਜਿਹੜੇ ਸਟਾਕਸ ਨੇ ਜਾਂ ਮਿਊਚੁਅਲ ਫੰਡਸ ਨੇ, ਅਤੇ ਫਿਰ ਇੱਕ ਰਿਟਾਇਰਮੈਂਟ ਲਾਸਟ ਜਿਹੜੀ ਕਦੇ ਉਹ ਵੀ ਥਾਟ ਆਉਣਾ ਚਾਹੀਦਾ ਵੀ 50-55 ਦੇ ਹੋ ਗਏ, 10 ਸਾਲਾਂ ਨੂੰ ਰਿਟਾਇਰਮੈਂਟ ਵੀ ਇਹ ਦੁਨੀਆ ਜਿਹੜਾ ਸਰਾਏ ਆ ਇੱਕ ਆਉਣ ਜਾਣ ਦਾ, ਇੱਥੇ ਸਾਡੇ ਬਾਅਦ ਆਉਣਾ, ਅਸੀਂ ਚਲੇ ਜਾਣਾ, ਜ਼ਿੰਦਗੀ ਦੇ ਕੁਛ ਆਰਾਮ ਦੇ ਪਲ ਪਿਛਲੇ 5-10 ਸਾਲ 15 ਸਾਲ ਉਹ ਕੱਟਣ ਦੀ ਵੀ ਪਲੈਨਿੰਗ ਹੈ ਜਿਹੜੀ ਉਹ ਗਿੱਲ ਸਾਹਿਬ ਤੋਂ ਆਉਣ ਵਾਲੇ ਸ਼ੋਅਜ਼ ਦੇ ਵਿੱਚ ਪੁੱਛਾਂਗੇ। ਤੁਹਾਡੇ ਬਹੁਤ ਕੀਮਤੀ ਸਮੇਂ ਲਈ ਜਿਹੜੀ ਤੁਸੀਂ ਇਸ ਸਮੇਂ ਦਾ ਕਿਸੇ ਨੂੰ ਫਾਈਨੈਂਸ਼ੀਅਲ ਐਡਵਾਈਜ਼ ਕਰ ਸਕਦੇ ਹੋ, ਘੰਟਾ ਕਿਸੇ ਪ੍ਰੋਫੈਸ਼ਨਲ ਬਹਿ ਕੇ ਉਹ ਕਮਿਊਨਿਟੀ ਨੂੰ ਦੇਣ ਦੇ ਲਈ ਸਭ ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਅਜੀਤ ਸਿੰਘ। ਸਤਿ ਸ਼੍ਰੀ ਅਕਾਲ। ਸਤਵੀਰ ਗਿੱਲ, ਸੈਟ ਗਿੱਲ ਗੱਲਬਾਤ ਕਰ ਰਹੇ ਸੀ। ਪ੍ਰੋਫੈਸ਼ਨਲ ਓਪੀਨੀਅਨ ਬਹੁਤ ਜ਼ਰੂਰੀ ਆ ਕਿਸੇ ਵੀ ਪ੍ਰੋਫੈਸ਼ਨਲ ਦੀ, ਪਲੀਜ਼। ਉਹ ਛੱਡਦੀ ਹੈ ਅਸੀਂ ਫਲਾਣੇ ਨੇ ਕਹਿਤਾ ਮੈਂ ਕਰਤਾ, ਤੇ ਉਹਨੇ ਕਹਿਤਾ, ਉਹ ਡਿਵੈਲਪਰ ਨੇ ਕਿਹਾ ਪ੍ਰਾਪਰਟੀ ਲੈ ਲਓ, 10-10 ਸਾਲ ਬੁੜੇ ਕਰ ਦੇਣਗੇ ਤੁਹਾਨੂੰ, ਨਹੀਂ ਡਿਵੈਲਪ ਹੋਣ ਦੇਣਗੇ। ਜੇ ਡਿਵੈਲਪ ਹੋ ਗਈ ਤੁਸੀਂ ਉਹਨਾਂ ਦੇ ਚੁੰਗਲ 'ਚੋਂ ਬਾਹਰ ਹੋਵੋਗੇ। ਇਹ ਵੀ ਖਿਆਲ ਰੱਖਣ ਦੀ ਲੋੜ ਹੈ। ਬਹੁਤ ਕੁਝ ਚੱਲ ਰਿਹਾ, ਲੋਕ ਤੁਹਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਵੀ ਇੱਕ ਵਾਰ ਫਸਾ ਦੇ, ਹਰ ਰੋਜ਼ ਸਵੇਰੇ 7 ਵਜੇ ਫੋਨ ਕਰਕੇ ਸਤਿ ਸ਼੍ਰੀ ਅਕਾਲ ਬੁਲਾਇਆ ਕਰੂ, ਭਾਜੀ ਹੋਇਆ ਕੁਛ, ਲੈ ਹੋਣ ਨੂੰ ਕਿਤੇ ਮਨਿਆਰੀ ਦੀ ਦੁਕਾਨ ਹੈ, ਮੰਗਾ ਵੇਚਣਾ, ਸਾਲ ਲੱਗੂ, 2 ਸਾਲ 3 ਸਾਲ 5 ਸਾਲ 7 ਸਾਲ 10 ਸਾਲ। ਬੋਰਡ ਦੇ ਥੱਲੇ, ਬੋਰਡ ਆਪਣੀਆਂ ਟਾਹਣੀਆਂ ਥੱਲਿਓਂ ਲਵਾ ਕੇ ਜੜ੍ਹਾਂ 'ਚ ਜਾ ਸਕਦਾ, ਘਾਹ ਨਹੀਂ ਬੋਰਡ ਥੱਲੇ ਹੋਣ ਦਿੰਦਾ। ਇਹ ਯਾਦ ਰੱਖਿਓ। ਬਹੁਤ ਘੱਟ ਦਿਲ ਵਾਲੇ ਬੰਦੇ ਹੋਣਗੇ ਜਿਹੜੇ ਕਹਿਣਗੇ ਲੈ ਯਾਰ ਮੇਰੇ ਨਾਲ ਤੁਰਿਆ ਫਿਰਦਾ, ਮੈਨੂੰ ਬਰਾਬਰ ਕਰ ਦਿਆ। ਵਪਾਰਕ ਸੰਦੇਸ਼ ਤੋਂ ਬਾਅਦ 5-7 ਮਿੰਟ ਹੋਣਗੇ ਪਹਿਲੇ ਦੋਨੇ ਸ਼ੋਅਜ਼ ਦੇ ਬਾਰੇ ਤੇ ਗਿੱਲ ਸਾਹਿਬ ਦੇ ਸ਼ੋਅ ਦੇ ਬਾਰੇ। ਕੋਈ ਵੀ ਤੁਹਾਡਾ ਕਮੈਂਟ ਹੋਵੇ 604-204-0600 ਕੋਈ ਕਮੈਂਟ ਤੁਸੀਂ ਕਰਨਾ ਚਾਹੋ, ਆਪਣੇ ਕੋਲ 7-8 ਕਮੈਂਟ ਹੈਗੇ ਤੁਹਾਡੇ ਲਈ। ਸਰ ਜਸਵੰਤ ਸਿੰਘ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੀ ਅੱਜ ਦੀ ਆਰਥਿਕਤਾ ਦੀ ਗੱਲ ਕੀਤੀ ਹੈ ਜੀ, ਉਹਦੇ ਵਿੱਚ ਜਿੰਨੀ ਇਕਨੋਮਿਕਸ ਪੜ੍ਹੀ ਆ, ਇਕਨੋਮਿਕਸ ਦੇ ਸਟਾਰਟ ਦੇ ਵਿੱਚ 2 ਫਾਰਮੂਲੇ ਆਉਂਦੇ ਆ ਜੀ। ਹਾਂਜੀ, ਉਹ ਇੱਕ ਤਾਂ ਹੈਗਾ ਵੀ ਐਫਰਟਸ, ਵਾਂਟਸ ਤੇ ਸੈਟਿਸਫੈਕਸ਼ਨ, ਇੱਕ ਡਿਮਾਂਡ ਤੇ ਸਪਲਾਈ। ਠੀਕ।
ਇਹਨਾਂ ਦੋਹਾਂ ਚੀਜ਼ਾਂ ਤੇ ਇਕਨੋਮਿਕਸ ਜਿਹੜੀ ਸਾਇੰਸ ਹੈਗੀ ਆ ਇਹ ਡਿਵੈਲਪ ਹੈਗੀ ਹੈ। ਅੱਛਾ ਜੀ। ਹਾਂ ਤੇ ਬਹੁਤ ਲੰਬੀ ਹੈ, ਕਿਉਂਕਿ ਟਾਈਮ ਵੀ ਤੁਸੀਂ ਮੈਨੂੰ ਇੰਨਾ ਕੁ ਥੋੜਾ ਜਿਹਾ ਦੇਣਾ। ਜੀ ਜੀ। ਹੁਣ ਮੈਂ ਆ ਜਾਂਦਾ ਰੀਅਲ ਸਟੇਟ ਤੇ। ਜੀ। ਰੀਅਲ ਸਟੇਟ ਦੀ ਜਿਹੜੇ ਵਿੱਚ ਇਨਵੈਸਟਮੈਂਟ ਹੈ ਜਾਂ ਲੋਕਾਂ ਦੀ ਜਿਹੜੀ ਤੁਸੀਂ ਮਤਲਬ ਉਹਨੇ ਗੱਲ ਕੀਤੀ ਹੈ, ਉਹਨੇ ਆਪਣੇ ਤਜਰਬੇ ਦੱਸਿਆ, ਬਹੁਤ ਵਧੀਆ ਗੱਲ ਹੈ। ਪਰ ਉਹਦੇ ਵਿੱਚ ਇੱਕ ਗੱਲ ਉਹ ਛੱਡ ਕੇ ਮਨੀ ਲਾਂਡਰਿੰਗ ਦਾ, ਮਨੀ ਕਿੱਥੋਂ ਆਉਂਦੀ ਆ, ਕਿੱਦਾਂ ਫਲੋ ਹੁੰਦੀ ਆ, ਕਿੱਦਾਂ ਗਾਹਾਂ ਉਹ ਇਨਵੈਸਟ ਹੁੰਦੀ ਆ, ਜਾਂ ਜਿਹਨਾਂ ਪਾਸ ਸਰਪਲਸ ਮਨੀ ਆ ਉਹ ਜਿਹੜੀ ਸਰਪਲਸ ਮਨੀ ਕਿੱਥੋਂ ਆਈ, ਕਿੱਦਾਂ ਆਈ, ਉਹ ਕਿੱਦਾਂ ਇਨਵੈਸਟ ਕਰਨਾ ਚਾਹੁੰਦੇ ਆ, ਉਹਨੂੰ ਬੈਂਕ 'ਚ ਰੱਖਣਾ ਚਾਹੁੰਦੇ ਆ ਜਾਂ ਪ੍ਰਾਈਵੇਟ ਹੱਥਾਂ 'ਚ, ਜਾਂ ਜਿਹੜੇ ਕੋਈ ਜਿਹਨਾਂ ਨੂੰ ਲੋੜ ਹੈਗੀ ਆ ਤੇ ਰੀਅਲ ਸਟੇਟ ਫਸੇ ਆ ਉਹਨਾਂ ਨੂੰ ਦੇਣੀ ਚਾਹੁੰਦੇ ਆ। ਜੇ ਤਾਂ ਬੈਂਕ ਦਿੰਦੇ ਆ, ਦੱਸਿਆ ਵੀ ਬਹੁਤ ਘੱਟ ਵਿਆਜ ਹੈ ਜੀ ਤੇ ਪੰਗੇ ਵੀ ਬਹੁਤ ਹੈ। ਜੇ ਕਿਸੇ ਨੂੰ ਦੂਜਾ ਦਿੰਦੇ ਉਹ ਪਹਿਲਾਂ ਉਹੀ ਇੰਡੀਆ ਵਾਲਾ ਸਿਸਟਮ, ਪਹਿਲਾਂ ਤਾਂ ਜਿਹੜੀ ਉਹ 5% ਉਵੇਂ ਰੱਖ ਲੈਂਦੇ ਆ ਜੀ, ਫਾਈਲ ਮਨੀ ਕਹਿੰਦੇ ਇਹ, ਹਾਂਜੀ। ਤੇ ਉਹਦੇ ਉੱਤੇ ਪੂਰੇ ਦੇ ਪੂਰੇ ਫਿਕਸ ਬਣਾ ਦਿੰਦੇ ਆ। ਉਹ ਲੱਖ ਦਾ 1.5 ਲੱਖ ਉਹਨਾਂ ਦਾ ਮਤਲਬ ਸਾਲ ਦਾ ਬਣ ਜਾਂਦਾ, ਡੇਢਾ ਹੋ ਜਾਂਦਾ। ਹੈਲੋ ਜੀ ਜੀ, ਸੁਣ ਰਹੇ ਜੀ, ਸੁਣ ਰਹੇ। ਹਾਂਜੀ। ਤੇ ਇੱਥੇ ਦਾ ਤਾਂ ਉੱਥੇ ਦਾ ਇੰਡੀਆ ਦੀ ਗੱਲ ਕਰਾਂ ਜਾਂ ਮੈਂ ਤੇ ਕੈਨੇਡਾ ਦੀ ਕਰਾਂ, ਦੱਸੋ। ਆਪਾਂ ਇੱਥੇ ਵਾਲੀ ਉਹ ਕਰ ਲਈਏ ਜੀ ਬਸ। ਇੰਡੀਆ ਵਾਲੀ ਤਾਂ ਏਦਾਂ ਹੈਗਾ ਵੀ ਉਹ ਜਿਹੜਾ ਬੈਂਕਾਂ ਦਾ ਪੈਸਾ ਆ, ਵੱਡੇ ਵੱਡੇ ਜਿਹੜੇ ਦੂਜੇ ਹੈਗੇ ਪੈਸਾ ਵੀ ਉਹਨਾਂ ਦਾ ਉਹਨਾਂ ਦੇ ਹਿਸਾਬ ਨਾਲ ਕੋਈ ਹਸਪਤਾਲ ਖੁੱਲੀ ਜਾਂਦੇ ਆ, ਵੱਡੇ ਵੱਡੇ ਇੰਸਟੀਟਿਊਸ਼ਨ ਖੁੱਲੀ ਜਾਂਦੇ ਆ, ਹੋਰ ਖੁੱਲੀ ਜਾਂਦੇ, ਮਾਲਕ ਉਹ ਆ ਤੇ ਪੈਸਾ ਬੈਂਕ ਦਾ। ਖੈਰ ਹੁਣ ਅਸੀਂ ਅੱਜ ਹੀ ਇੱਥੇ ਜਿਹੜਾ ਪੈਸਾ ਹੈਗਾ, ਜਿਹੜੇ ਮਤਲਬ ਵੀ ਪੁਰਾਣੇ ਐਸਟੈਬਲਿਸ਼ ਹੋ ਚੁੱਕੇ ਆ ਤੇ ਇੱਕ ਐਸਟੈਬਲਿਸ਼ ਹੋਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਵਿੱਚ ਕਨਫਲਿਕਟ ਹੈਗਾ, ਉਹਨਾਂ ਦੇ ਵਿੱਚ ਦੂਜਾ ਹੈਗਾ। ਜਿੱਦਾਂ ਤੁਸੀਂ ਆਪੇ ਐਗਜ਼ਾਮਪਲ ਦਿੱਤੀ ਆ ਤੇ ਬੋਰਡ ਦੀਆਂ ਜੜ੍ਹਾਂ ਤਾਂ ਥੱਲੇ ਲੱਗ ਜਾਂਦੀਆਂ, ਥੱਲੇ ਘਾਹ ਨਹੀਂ ਪੈਦਾ ਹੁੰਦਾ। ਕੋਈ ਵੀ ਜਿਹੜਾ ਬੰਦਾ ਹੈਗਾ ਉਹ ਆਪਣਾ ਕੰਪੀਟੀਟਰ ਨਹੀਂ ਪੈਦਾ ਹੋਣ ਦਿੰਦਾ ਚਾਹੁੰਦਾ, ਜਾਂ ਉਹ ਇਹ ਨਹੀਂ ਚਾਹੁੰਦਾ ਵੀ ਇਹਦੇ ਵਿੱਚ ਹੋਰ ਵੀ ਕੋਈ ਕਮਾ ਜਾਵੇ ਜਾਂ ਦੂਜਾ ਕਰ ਜਾਵੇ, ਉਹਨੂੰ ਡੋਮੀਨੇਟ ਹੀ ਕਰਨਾ ਚਾਹੁੰਦਾ। ਤੇ ਇੱਥੇ ਏਦਾਂ ਹੈਗਾ ਵੀ ਜਿਹਨੂੰ ਇੱਕ ਨਾ ਡਿਵੈਲਪ ਹੋਣਾ ਚਾਹੁੰਦਾ, ਉਹ ਕੋਸ਼ਿਸ਼ ਕਰਦਾ ਇੱਧਰ ਉੱਧਰ ਹੱਥ ਪੈਰ ਮਾਰਦਾ ਵੀ ਮੇਰੇ ਕੋਲ ਪੈਸਾ, ਮੈਂ ਪਲਾਟ ਲੈ ਲਿਆ, ਉਹਨੂੰ ਮੈਂ ਡਿਵੈਲਪ ਕਰਨਾ। ਜੇ ਬਿਲਡਰ ਹੈਗੇ ਆ, ਬਿਲਡਰਾਂ ਦੇ ਵਿੱਚ ਥੱਲੇ ਜਿਹੜੀ ਗਰਾਊਂਡ ਤੋਂ ਲੈ ਕੇ ਬੇਸਮੈਂਟ ਤੋਂ ਬੇਸ ਤੋਂ ਲੈ ਕੇ ਤੇ ਉੱਤੇ ਤਾਂ ਹੀ ਡਿਵੈਲਪ ਹੋਣੀ ਹੁੰਦੀ ਆ ਬਿਲਡਿੰਗ ਜਿਹੜੀ ਆ। ਉਹ ਬਿਲਡਿੰਗ ਦੇ ਵਿੱਚ ਡਿਫਰੈਂਟ ਮਤਲਬ ਵੀ ਬੜੀਆਂ ਉਹਨਾਂ ਨੂੰ ਫਾਈਨੈਂਸ਼ੀਅਲੀ ਪ੍ਰੋਬਲਮਸ ਆ ਜਾਂਦੀਆਂ ਬੰਦੇ ਨੂੰ। ਉਹ ਫਿਰ ਪੈਸਾ ਦੇਖਦਾ ਇੱਧਰ ਉੱਧਰ ਹੱਥ ਮਾਰਦਾ, ਕਿੱਥੋਂ ਮੈਨੂੰ ਬੈਂਕ 'ਚ ਮਿਲਣਾ, ਕਿੱਥੋਂ ਮਿਲਣਾ, ਕਿੱਥੇ ਹੋਣਾ, ਫਸਿਆ ਹੁੰਦਾ। ਤੇ ਉਹ ਫਸਿਆ ਹੈ, ਫਿਰ ਉਹ ਪੈਸੇ ਜਿਹੜੇ ਆ 10% ਤੇ ਵੀ ਚੱਕ ਲੈਂਦਾ। ਠੀਕ ਹੈ ਜੀ ਜਸਵੰਤ ਸਿੰਘ ਜੀ, ਹੁਣ 5 ਮਿੰਟ ਲੈ ਲਏ ਤੁਸੀਂ, ਸਮ ਅਪ ਕਰਿਓ ਜੀ। ਓਕੇ ਜੀ, ਓਕੇ। ਮੈਂ ਇਹ ਜਿਹੜੀ ਗੱਲ ਤਾਂ ਉੱਥੇ ਸ਼ੁਰੂ ਕੀਤੀ ਹੈ ਜੀ ਵੀ ਜਿਹੜੇ ਐਸਟੈਬਲਿਸ਼ ਚੁੱਕੇ ਆ ਜਾਂ ਜਿਹਨੇ ਐਸਟੈਬਲਿਸ਼ ਹੋਣਾ, ਉਹਨਾਂ ਦੇ ਵਿੱਚ ਉਹਦੀ ਐਫਰਟਸ ਜਿਹੜੀਆਂ ਉਹ ਕਰਨੀਆਂ ਪੈਂਦੀਆਂ। ਮੈਂ ਇਹੀ ਕਹਿਣਾ ਚਾਹੁੰਦਾ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਬਹੁਤ ਬਹੁਤ। ਹਾਂ ਬਿਲਕੁਲ। ਅੱਛਾ, ਪੰਜਾਬ ਤੋਂ ਕੁਝ ਖਬਰਾਂ ਆ ਰਹੀਆਂ ਨੇ। ਰਵਨੀਤ ਬਿੱਟੂ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ। ਇਹਦੇ ਤੇ 2 ਦਿਨ ਪਹਿਲਾਂ ਇੱਕ ਬਹੁਤ ਸਿਆਣੇ ਸੱਜਣ ਨੇ ਪੰਜਾਬ ਤੋਂ ਗੱਲ ਕਰਦਿਆਂ ਦੱਸਿਆ ਬਈ 22 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਮੈਦਾਨ ਜਿਹੜਾ ਰੜਾ ਰੱਖਣ ਦੇ ਲਈ ਭਾਜਪਾ ਗਵਰਨਰ ਰਾਜ ਲਾ ਸਕਦੀ ਹੈ ਉੱਥੇ। ਅਦਰਵਾਈਜ਼ ਇਸ ਸਮੇਂ ਭਾਜਪਾ ਨੂੰ ਕੋਈ ਆਪਣਾ ਰਾਜਨੀਤਿਕ ਭਵਿੱਖ ਨਹੀਂ ਦਿਖਦਾ ਪੰਜਾਬ 'ਚ। ਸੋ ਇਹ ਪੋਸੀਬਲ ਹੈ। ਉਹਨਾਂ ਨੇ ਕਿਹਾ ਬਈ ਉਹ ਜਿਹੜੀ ਬਸ ਪੰਜਾਬ ਵਾਲੀ ਕਹਾਵਤ ਹੈ ਗੁੱਤੀ ਵਾਲੀ, ਉਹ ਹੋ ਸਕਦੀ ਹੈ। ਸੋ ਇਹ ਹੁਣੇ ਹੀ ਕਿਸੇ ਨੇ ਭੇਜਿਆ ਵੀ ਰਵਨੀਤ ਬਿੱਟੂ ਉਹਨਾਂ ਨੇ ਗੱਲ ਕੀਤੀ ਹੈ। ਸੋ ਬੇਨਤੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਨਵਕਿਰਨ ਸਿੰਘ ਨੂੰ ਸੁਣਿਆ। ਨਵਕਿਰਨ ਉਹਨਾਂ ਤੋਂ ਬਾਅਦ ਫੇਰ ਮੁੰਡੇ ਸੁਖਵਿੰਦਰ ਸਿੰਘ ਉਹਨਾਂ ਨੂੰ ਤੁਸੀਂ ਕਿਹਾ ਵੀ ਫੇਰ ਇੱਕ ਵਾਰ ਲੈ ਕੇ ਆਓ, ਲੈ ਕੇ ਆਵਾਂਗੇ। ਅਤੇ ਤੁਸੀਂ ਪਸੰਦ ਕੀਤਾ ਉਹਨਾਂ ਨੂੰ। ਅਤੇ ਸੈਟ ਗਿੱਲ ਹੋਣੀ ਅਗਲੇ ਮੰਗਲਵਾਰ ਮਿਊਚੁਅਲ ਫੰਡ ਜਿਹੜੇ ਨੇ ਉਹ ਕੀ ਨੇ। ਅਤੇ ਧੰਨਵਾਦ ਸਾਰਿਆਂ ਦਾ, ਜਿਉਂਦੇ ਵਸਦੇ ਰਹੋ।